krpradio.com सीधा प्रसारण चलता है। प्रोग्राम रह जाता यूट्यूब पे पाया होगा। लोक सत्थ 604 440 6462 निम्मी डौला जी का नंबर है 6044406462। harjeet.g@krpradio.com ईमेल है 604 729 1224 604729 1224 WhatsApp ਤੇ ਟੈਕਸਟ ਲਈ ਨੰਬਰ ਹੈ ਜਿੱਥੇ ਤੁਸੀਂ ਕੋਈ ਵੀ ਸੁੱਖ ਸੁਨੇਹਾ ਭੇਜ ਸਕਦੇ। ਉੱਡਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਸ਼ਿੱਦਤਾ ਉੱਥੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਮਿੱਟੀ ਨੇ ਨਕਸ਼ਾ ਟੱਕਿਆ ਕੋਹੇ ਦੀ ਨੰਗੀ ਧਾਰ ਦਾ ਬਦੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜੇ ਬਾਜਾਂ ਦੇ ਭੂਸਲ ਖੰਭ ਤੋਂ ਝੜਦੇ ਉੱਤੇ ਫਲਸਫੇ ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਪਲਾਥੀ ਮਾਰ ਕੇ ਤਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ ਰੋਹੀ ਦੇ ਰਾਗੀ ਬਾਬਰੇ ਝੂਮਣ ਸੁਰਾਂ ਦੀ ਤਾਰ ਜਦ ਵੀ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ ਕਾਲੇ ਪਿਆ ਸਿਆਹ ਪੈਂਡਿਆਂ ਨੂੰ ਚਾਨਣਾ ਚ ਰੰਗਣਾ ਰੇਤਾ ਵੀ ਭਰ ਕੇ ਚੁੰਗੀਆਂ ਪਾਉਣਾ ਦੇ ਉੱਤੇ ਬਹਿ ਗਿਆ ਕਿ ਆਖਦੇ ਨੇ ਸਤਿਗੁਰਾਂ ਅੱਜ ਬਣਾ ਚੋਂ ਲੰਘਣ ਜਦ ਪੀਂਦੀਆਂ ਤਾਂ ਅੱਕ ਦੇ ਡੋਡੇ ਦਾ ਰਸੀ ਪੀਂਦੀਆਂ ਜਦ ਲਾਉਂਦੀਆਂ ਸਰਾਣਾ ਇਹ ਟਿੰਡ ਦਾ ਹੀ ਲਾਉਂਦੀਆਂ ਰਾਤਾਂ ਨੇ ਹੱਦੋਂ ਪੁੱਠੀਆਂ ਠੰਡੀਆਂ ਰਾਤਾਂ ਨੇ ਹੱਥੋਂ ਠੰਡੀਆਂ ਪੈਰਾਂ 'ਚ ਸੂਲਾਂ ਪੁੜਦੀਆਂ ਮਾਛੀਵਾੜੇ ਦੇ ਜੰਗਲਾਂ 'ਚ ਖਾਲਸਾਈ ਮਸਤੀਆਂ ਨਿਰਭੈ ਹੈ ਸ਼ਾਹਕਾਰ ਹੈ ਤੀਰਾਂ ਦਾ ਉਹ ਆਕਾਰ ਜੋ ਕੇਵਲ ਵਿਨਾਸ਼ਕਿਨੀ ਨਵਰੁੱਤ ਦੀ ਟਕਸਾਲ ਹੈ ਕਲਮੇ ਦਸਦੀ ਲੋਕ 'ਚ ਸੁਰਖੀ ਜੋ ਖਿੰਡਗੀ ਬੇਦੀਓ ਇਹ ਵਗ ਰਹੇ ਪਾਣੀ ਉਹਨਾਂ ਦੇ ਕਿਣਕਿਆਂ ਦੀ ਚਾਲ ਹੈ ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ ਪਾਣੀ ਦੇ ਕੱਚ ਤੇ ਉਸਦੇ ਧੁੱਪ ਦੇ ਹੀ ਬੁੱਤ ਤਖਤ ਨੇ ਸੂਰਜ ਦਾ ਚਾਨਣ ਹੱਦ ਹੈ ਕੁਲ ਜਗਤ ਹੀ ਪਰਿਵਾਰ ਹੈ ਇਹ ਕਿਸ ਦਾ ਜੁੱਸਾ ਲਿਸ਼ਕਦਾ ਸਾਡੇ ਵਿਹੜਿਆਂ ਦੀ ਧੁੱਪ ਚੋਂ ਇਹ ਕਿਸ ਦਾ ਲਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਏ ਸੀ ਪੈੜਾਂ ਪੂਜਦੇ ਕਲੰਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਬਈ ਗੋਬਿੰਦ ਹੀ ਹੈ ਸਾਡੇ ਆਜ਼ਾਦ ਸਾਹਾਂ ਦੀ ਲੜੀ ਗੋਬਿੰਦ ਹੀ ਹੈ ਸਾਡੀ ਜ਼ੁਬਾਨ ਦਾ ਸਭ ਤੋਂ ਸੁੱਚਾ ਬਾਕ ਹੈ ਗੋਬਿੰਦ ਹੀ ਸੁੱਕਾ ਸਖਤ ਗੋਬਿੰਦ ਹੀ ਤਰ ਮਖਮਲੀ ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਣ ਖਾਕ ਹੈ ਠੂਠਾ ਸਿੰਘਾਸਣ ਖਾਕ ਨਵਰਤ ਦੀ ਟਕਸਾਲ ਹਰਮਨਜੀਤ ਰਾਣੀ ਤਖਤ 'ਚ ਲਿਖਦਾ ਹੈ 11:24 ਜੀ ਸਾਰਿਆਂ ਦਾ ਧੰਨਵਾਦ ਸ਼ੁਰੂਆਤ ਜੇ ਆਪਾਂ ਕਰੀਏ ਕੁਝ ਖਾਸ ਖਬਰਾਂ ਤੇ ਤਾਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕੀ ਰੇਸਿਜ਼ਮ ਹੈ ਕਿਉਂਕਿ ਅਮਰੀਕਾ 'ਚ ਫਿਰ ਵੀਕਐਂਡ ਤੇ ਇੱਕ ਸਿਆਹ ਰੰਗ ਦੇ ਬੰਦੇ ਦੇ ਵਿਸਕੌਨਸਨ ਦੇ ਵਿੱਚ ਪਿੱਠ ਤੇ ਗੋਲੀਆਂ ਮਾਰ ਦਿੱਤੀਆਂ 3 ਜਵਾਕ ਉਹਦੇ ਗੱਡੀ 'ਚ ਬੈਠੇ ਸੀ ਪਰ ਇੱਥੇ ਵੀ ਇੱਕ ਸਾਬਕਾ ਕਰੈਕਸ਼ਨਲ ਅਫੀਸਰ ਜਿਹੜਾ ਹੈ ਲਿਵੈਨ ਫ੍ਰਾਂਸਿਸ ਜਿਹੜਾ ਸਿਆਹ ਰੰਗ ਦਾ ਹੈ ਤੇ ਮਤਲਬ ਹੁਣ ਇਹਨੂੰ ਅਫਰੀਕਨ ਕੈਨੇਡੀਅਨ ਕਹਿ ਦਈਏ ਜਾਂ ਫਿਰ ਅਫਰੀਕਨ ਅਮਰੀਕਨ ਕਹਿ ਦਈਏ ਕੈਨੇਡੀਅਨ ਵੈਸੇ ਕੰਮ ਇੱਥੇ ਉਹ ਕਰਦਾ ਸੀ ਉਸ ਸਮੇਂ 50 ਵਰ੍ਹਿਆਂ ਦਾ 2006 'ਚ ਉਹਦੀ ਨਾਰਥ ਫਰੇਜ਼ਰ ਪ੍ਰੀਟਾਇਲ ਸੈਂਟਰ ਦੇ ਵਿੱਚ ਬਦਲੀ ਹੋ ਜਾਂਦੀ ਹੈ ਪੋਰਟ ਕੋਕਿਟਲਮ ਦੇ ਵਿੱਚ ਜਦੋਂ ਉੱਥੇ ਜਾਂਦਾ ਹੈ ਤਾਂ ਨਾਲ ਦੇ ਉਹਦੇ ਕੋਲ ਵਰਕਰ ਜਿਹੜੇ ਨੇ ਉਹਦੀ ਸਕਿਨ ਦੇ ਲਈ ਫਿਰ ਗੱਲਾਂ ਕਰਦੇ ਨੇ ਟੈਪਡ ਹਿਸ ਸਕਿਨ ਵੀ ਡੋਂਟ ਲਾਈਕ ਯੂਅਰ ਕਾਈਂਡ ਹੀਅਰ ਇਹ ਜਿਹੇ ਸ਼ਬਦ ਤੇ ਸੁਪਰਵਾਈਜ਼ਰ ਨੇ ਜਿਹੜੀ ਨੇ ਵੀ ਇੱਕ ਵਾਰ ਫ੍ਰਾਂਸਿਸ ਨੂੰ ਛਾਤੀ ਤੇ ਰੱਖ ਕੇ ਹੱਥ ਪਿੱਛੇ ਨੂੰ ਧੱਕਤਾ ਡਰਾਈਵ ਹੋਮ ਐਂਡ ਆਰਡਰ ਕਰਕੇ ਉਹਨੂੰ ਕਿਹਾ ਵੀ ਚੱਲ ਮਿੱਤਰਾ ਇੱਥੋਂ ਤੇ ਉਹਨੇ ਰਿਜ਼ਾਈਨ ਕਰਤਾ ਹੈ BC ਹਿਊਮਨ ਰਾਈਟਸ ਟ੍ਰਾਈਬਿਊਨਲ ਦੇ ਵਿੱਚ 2012 ਦੇ ਵਿੱਚ ਉਸਨੇ ਕੰਪਲੇਂਟ ਕੀਤੀ ਫਾਈਲ 106 ਪੇਜ ਦਾ ਡਿਸੀਜ਼ਨ ਜੁਲਾਈ 4 2019 ਦੇ ਵਿੱਚ ਆ ਗਿਆ ਤੇ ਜਿਹਦੇ ਵਿੱਚ ਲਿਖਿਆ ਵੀ ਕੰਮ ਵਾਲੀ ਜਗ੍ਹਾ ਪੋਇਜ਼ਨਸ ਸੀ ਜ਼ਹਿਰੀਲੀ ਸੀ ਹੁਣ ਘਰ ਉਹਨੇ ਲੂਜ਼ ਕਰ ਲਿਆ ਤੇ ਉਸ ਤੋਂ ਬਾਅਦ ਰੈਂਟ ਤੇ ਰਹਿੰਦਾ ਐਂਗਜ਼ਾਇਟੀ ਡਿਪਰੈਸ਼ਨ ਤੇ PTSD ਜਿਹੜੀ ਉਹ ਅਲੱਗ ਤੇ
ਬਰਬਾਡੋਸ ਦਾ ਬੋਰਨ ਇਹ ਫ੍ਰਾਂਸਿਸ ਰਿਚਮੰਡ ਆਇਆ 1980 'ਚ। 90 'ਚ ਉਹ BC ਲਾਇਨ ਦਾ ਪ੍ਰੈਕਟਿਸ ਰੋਸਟਰ ਸੀ ਤੇ ਜੂਨੀਅਰ ਫੁੱਟਬਾਲ ਉਹਨੇ ਮਤਲਬ ਕੋਚ ਕੀਤੀ ਤੇ BC ਕਰੈਕਸ਼ਨ ਲਈ 2000 ਦੇ ਵਿੱਚ ਉਹ ਕੰਮ ਕਰਨ ਲੱਗਿਆ ਤੇ ਬਹੁਤ ਕਹਿੰਦਾ ਮੈਨੂੰ ਮੈਂ ਪਸੰਦ ਕਰਦਾ ਸੀ। ਉਹਦੇ ਬਾਅਦ ਫਿਰ ਜਦ ਉਸਨੂੰ ਬਦਲਤਾ ਮਤਲਬ ਬਿਗ, ਜਿਵੇਂ ਹੁਣ ਤੁਸੀਂ ਫੁੱਟਬਾਲ ਦੀ ਗੱਲ ਦੇਖਦੇ ਹੋ ਤਾਂ ਤਕੜਾ ਬੰਦਾ, ਬਹੁਤ ਜ਼ਿਆਦਾ ਬੋਡੀ ਬਹੁਤ ਤਕੜੀ ਹੈ। ਉਸ ਤੋਂ ਬਾਅਦ ਜਦ ਕੋਰਟ ਕ੍ਰਿਕਟਨ ਦੇ ਪ੍ਰੀ ਟਰਾਇਲ ਫੈਸਿਲਿਟੀ ਜਦ ਲੈ ਆਉਂਦਾ ਤੇ ਫਿਰ ਉਸਨੂੰ ਬਲੈਕ ਦੇ ਤੌਰ ਤੇ ਬਹੁਤ ਜ਼ਿਆਦਾ ਔਖਾ ਸਮਾਂ ਕੱਢਣਾ, ਨੌਕਰੀ ਘਰ ਸਭ ਕੁਝ ਚਲੇ ਗਿਆ। ਤੇ ਮਤਲਬ ਹੁਣ ਕਾਰਨ ਕੀ ਇਹ ਇਨਸਾਨ ਦੇ ਦਿਮਾਗ ਦੇ ਵਿੱਚ ਸੈੱਟ ਹੋਇਆ ਵੀ ਉਹ ਆਪਣੀ ਰੰਗ ਨਸਲ ਨੂੰ ਪਿਆਰ ਕਰਦਾ, ਜ਼ਾਤ ਨੂੰ ਪਿਆਰ ਕਰਦਾ, ਜਾਂ ਸਾਰੇ ਇਸ ਤਰ੍ਹਾਂ ਕਰਦੇ ਆ ਜਾਂ ਨਹੀਂ? ਕੁਛ ਕਮਿਊਨਿਟੀ ਦੇ ਵਿੱਚ ਲੋਕ ਨੇ ਆਪਣਾਤਾ ਜਿਹੜੀ ਆਪਣੀ ਕੌਮ, ਆਪਣੀ ਨਸਲ, ਆਪਣੇ ਰੰਗ ਵੰਨ ਨੂੰ ਪਿਆਰ ਕਰਨ ਵਾਲੀ ਗੱਲ ਹੈ ਜਿਹੜੀ ਉਹ ਸਾਰਿਆਂ 'ਚ ਆਪਣੇ ਆਪਾਂ ਚਹਿਕਦੇ ਹਾਂ। ਜਦ ਆਪਾਂ ਆਪਣਾ ਕਿਤੇ ਵੇਖ ਲੈਂਦੇ ਹਾਂ ਇਕੱਠ 'ਚ, ਉਹ ਕਹਿੰਦੇ ਵੀ ਆਓ, ਆਪਾਂ ਅਕਸਰ ਕਹਿੰਦੇ ਹਾਂ ਚਿਹਰੇ ਮੂਹਰੇ ਤੋਂ ਕੜਾ ਹੱਥ 'ਚ ਪਾਇਆ ਵੀ ਆਪਣਾ। ਪਰ ਆਪਸ ਵਿੱਚ ਅਸੀਂ ਚਾਹੇ ਪਿਆਰ ਕਰੀਏ ਨਾ ਕਰੀਏ, ਅਸੀਂ ਲੋਕਾਂ ਨੂੰ ਨਹੀਂ ਕਦੇ ਇਸ ਤਰ੍ਹਾਂ ਮਹਿਸੂਸ ਹੋਣ ਦਿੰਦੇ ਵੀ ਅਸੀਂ ਕਿਸੇ ਨੂੰ ਉਹਦੇ ਰੰਗ ਨਸਲ ਤੋਂ ਨਫ਼ਰਤ ਕਰਦੇ ਹਾਂ। ਇਹ ਪਤਾ ਨਹੀਂ ਕੀ ਬਿਮਾਰੀ ਹੈ। ਇਹ ਮੇਨ ਸਟਰੀਮ ਦੇ ਵਿੱਚ ਕੁਛ % ਲੋਕ ਨੇ, ਹੁਣ ਸਾਰੇ ਨਹੀਂ ਕਹਿ ਸਕਦੇ, ਜਾਂ ਤਾਂ ਦੁਨੀਆ ਤੇ ਰਾਜ ਕੀਤਾ ਕਰਕੇ ਜਾਂ ਸੁਪੀਰੀਅਰ ਕਰਕੇ ਇਹਨਾਂ ਵਿੱਚ ਵੀ ਗਾਂ ਦਰਜਾਬੰਦੀ ਹੈ। ਅੱਖਾਂ ਦਾ ਰੰਗ, ਨੱਕ, ਬੜਾ ਅਲੱਗ ਜਿਹਾ ਸਿਸਟਮ ਹੈ ਇਹਨਾਂ ਦਾ ਵੀ, ਹਾਈਟ। ਤੋ ਇਹਨਾਂ ਦੇ ਵਿੱਚ ਗਾਂ ਇਹਨਾਂ ਨੂੰ ਵੀ ਜਿਹੜੀ ਇੱਕ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਤਕੜੇ, ਜਿਵੇਂ ਜਰਮਨੀ ਦੇ ਵਿੱਚ ਜੇ 6 ਫੁੱਟ ਤੋਂ ਘੱਟ ਡੱਚ ਬੰਦਾ ਹੋਵੇ ਉਹ ਕਹਿੰਦੇ ਨਾ ਇਹ ਤਾਂ ਇਹ ਨਹੀਂ ਹੈ ਕੁਛ ਕਹਾਣੀ। ਤੋ ਅਮਰੀਕਾ ਵਾਲੇ ਪਾਸੇ ਤਾਂ ਗੋਲੀਆਂ ਸਿੱਧੀਆਂ ਨੇ। ਕਨੋਸ਼ਾ ਵਿਸਕੌਨਸਨ ਦੇ ਵਿੱਚ 3 ਜਵਾਕ ਗੱਡੀ 'ਚ ਬੈਠੇ ਆ, 29 ਵਰ੍ਹਿਆਂ ਦਾ ਜੈਕ ਬਲੇਕ ਹੈ। ਪੁਲਿਸ ਨੇ ਰੋਕ ਲਿਆ ਤੇ ਪਿੱਛੇ ਉਹਦੇ ਗੰਨਾਂ ਕੱਢੀ ਆਉਂਦੇ ਆ ਤੇ ਉਹ SUV ਦੇ ਆਪਣੇ ਪਾਸੇ ਘੁੰਮ ਕੇ ਹੁਣ ਕੋਈ ਵੀਡੀਓ ਬਣਾ ਰਿਹਾ, ਆ ਕੇ ਉਹਨੇ ਜਦ ਆਪਣੀ ਖੋਲੀ ਡਰਾਈਵਰ ਵਾਲੀ ਖਿੜਕੀ ਤਾਂ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ। ਹੁਣ ਉਹਦੇ ਵਿੱਚ ਜੇ ਦੇਸ਼ ਅਮਰੀਕਾ ਦਾ ਦੇਖੀਏ ਗਿਣਤੀ ਤੇ ਉੱਥੇ ਦੀਆਂ ਘਟਨਾਵਾਂ ਵੇਖੀਏ ਤੇ ਸਾਡੇ, ਕਿਉਂਕਿ ਲੋਕ ਉਹਨੇ ਐਕਸ਼ਨ 'ਚ ਨਹੀਂ ਆਉਂਦੇ, ਸੜਕਾਂ ਤੇ ਨਹੀਂ ਆਉਂਦੇ, ਸਾਡੇ ਵੀ ਬਹੁਤ ਆ ਇੱਥੇ। ਟੋਰਾਂਟੋ ਦੇ ਵਿੱਚ ਸਿਆਹ ਰੰਗ ਦਾ ਬੰਦਾ ਹੋਣਾ ਤੇ ਉਹ ਪੁਲਿਸ ਨੇ ਵੀ ਉੱਥੇ ਗੱਲ ਕੀਤੀ ਵੀ ਬੀਇੰਗ ਏ ਬਲੈਕ ਇਜ਼ ਅ ਸਿਨ, ਰੋਕ ਲੈਂਦੇ ਨੇ। ਸੋਹਣੀ ਗੱਡੀ ਕੋਈ ਚਲਾਉਂਦਾ ਜਾਂਦਾ ਕਾਲੇ ਬੰਦਾ, ਆਪਾਂ ਵੀ ਆਪਣੇ ਮਨ 'ਚ ਵੀ ਆ ਬਾਈ ਇਹ ਕਿੱਧਰੋਂ ਲਈ ਫਿਰਦਾ, ਆਪਣੇ ਮਨ 'ਚ ਅਸੀਂ ਵੀ ਕਹਿੰਦੇ ਹਾਂ। ਉਹਨਾਂ ਦੀਆਂ ਢਿਲਕਵੀਆਂ ਪੈਂਟਾਂ ਤੇ ਤੁਰਨਾ ਪੈਰ ਜੇ ਕੱਢ ਕੇ ਬਾਹਰ ਨੂੰ, ਆਪਾਂ ਉਹਨਾਂ ਨੂੰ ਦੂਜੇ ਪਾਸੇ ਪਾਉਣੇ। ਇਹ ਤਾਂ ਸਿਸਟਮ ਨੇ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਰੱਖਿਆ, ਜਿਸ ਤਰ੍ਹਾਂ ਉਹ ਪੜ੍ਹੇ ਨੇ ਵਿਚਾਰੇ। ਬੇਰੁਜ਼ਗਾਰੀ, ਜੇ ਉਹਨਾਂ ਦੇ ਏਰੀਏ 'ਚ ਜਾ ਕੇ ਵੇਖੋ ਅਮਰੀਕਾ 'ਚ ਤੁਸੀਂ ਕਿਤੇ ਵੀ ਜਿੱਥੇ ਉਹ ਰਹਿੰਦੇ ਆ, ਤਾਂ ਤੁਹਾਨੂੰ ਪਤਾ ਲੱਗ ਜੂ ਵੀ ਨਾਲ ਦਾ ਜਿਹੜਾ ਦੂਜੇ ਬੰਨੇ ਸੜਕ ਤੋਂ ਹੋਰ ਲੋਕ ਨੇ ਤੇ ਇੱਧਰ ਹੋਰ। ਗ੍ਰੈਫਿਟੀ, ਬਾਹਰ ਖੜਨਾ ਉਹਨਾਂ ਦਾ ਕੰਮ ਧੰਦਾ ਹੈ ਨਹੀਂ, ਸਿਗਰਟਾਂ ਪੀ ਜਾਣੀਆਂ, ਥੁੱਕੀ ਜਾਣਾ, ਬਾਸਕਟਬਾਲ ਖੇਲਦੇ ਕਦੇ ਕੁਛ ਕਹੀ ਜਾਣਾ, ਗਾਲਾਂ ਹਰ ਇੱਕ ਸ਼ਬਦ ਨਾਲ ਗਾਲ, ਹਰ ਇੱਕ ਸ਼ਬਦ ਨਾਲ। ਹੁਣ ਉਹ ਕਾਰਨ ਉਹਦਾ ਇੱਕ ਆ ਵੀ ਉਹ ਬਰੌਟ ਅਪ ਜਿਹੜੇ ਸਿਸਟਮ 'ਚ ਹੋਏ, ਉਹ ਸੱਭਿਅਕ ਸਿਸਟਮ ਕਹਿ ਲਓ ਜਾਂ ਅਸੱਭਿਅਕ, ਪਰ ਹੁਣ ਜਿੱਥੇ ਉਹ ਰਹਿੰਦੇ ਆ ਜਦ ਉਹਨਾਂ ਨੂੰ ਕੋਈ ਅਪਰਚੁਨਿਟੀ ਮਿਲੀ ਉਹ ਨਹੀਂ ਤਾਂ ਕੀ ਕਰਨਗੇ। ਹੁਣ ਆਹ ਜਦ ਇੱਕ ਖਬਰ ਮੈਂ ਸੋਚ ਰਿਹਾ ਸਾਂ ਜੈਕਬ ਦੀ ਕਰਨ ਲਈ ਅਮਰੀਕਾ ਦੀ, ਤਾਂ ਤੁਸੀਂ ਆਪਣਾ ਇੱਥੇ ਕੀ ਹੋ ਰਿਹਾ ਵੀ ਬੰਦਾ ਕਰੈਕਸ਼ਨਲ ਅਫੀਸਰ ਆ, ਕੱਢ ਕੇ ਮਾਰਿਆ ਤੇ ਉਹਦੀ ਸਕਿਨ ਦੀ ਗੱਲ ਕਹਿੰਦਾ ਵੀ ਤੂੰ ਚੱਲ। ਸੁਪਰਵਾਈਜ਼ਰ ਨੇ ਛਾਤੀ ਤੋਂ ਧੱਕਤਾ ਵੀ ਚੱਲ ਕਰ ਓਏ।
ਤੇ ਅਖੀਰ ਹੁਣ ਮਤਲਬ ਉਹਦੇ ਬਾਅਦ 7 ਸਾਲ ਦੀ ਲੜਾਈ ਆ, ਸਾਰਾ ਕੁਝ ਉੱਜੜ ਗਿਆ। ਹੁਣ ਉਹ ਮੁੜ ਵੀ ਆਵੇ ਕਿਵੇਂ ਉਹ ਖੜੂਗਾ ਪੈਰਾਂ 8 ਸਾਲ ਹੋ ਗਏ। ਤੇ ਮੈਂ ਉਹ ਕਹਿੰਦਾ ਵੀ ਮੈਂ ਬਹੁਤ ਜੌਬ ਨੂੰ ਪਿਆਰ ਕਰਦਾ ਸੀ, ਇਨਮੇਟਸ ਨੂੰ ਮੈਂ ਹਿਊਮਨ ਬੀਇੰਗ ਦੇ ਤੌਰ ਤੇ ਸਤਿਕਾਰ ਕਰਦਾ ਸੀ। ਤੇ ਪਰ ਹਿਊਮਨ ਰਾਈਟਸ ਕੰਪਲੇਂਟ 2012 ਦੀ ਚਲੇਗੀ। ਹੁਣ ਨੌਕਰੀ ਵੀ ਚਾਹੇ ਦੇ ਦੇਣ, ਮੁਆਵਜ਼ਾ ਦੇ ਦੇਣ, ਪਰ ਲੋਕਾਂ ਦੇ ਮੋਢਿਆਂ ਦੇ ਮੁਆਵਜ਼ੇ ਬੰਦੇ ਗਲਤ ਕਰਕੇ ਧੱਕਾ ਕਰਦੇ ਨੇ। ਤੇ ਉਹਦੇ ਬਾਅਦ ਫਿਰ ਕੈਨੇਡੀਅਨਸ ਨੂੰ ਜਾਂ ਅਮਰੀਕਨ ਕਿਤੇ ਵੀ ਨੇ ਉਹ ਸਿਸਟਮ ਜਿਹੜਾ ਮਾੜਾ ਹੋਇਆ ਉਹ ਪੇ ਕਰਨਾ ਪੈਂਦਾ। ਆਪਾਂ ਨੂੰ ਇਹ ਲੱਗਦਾ ਵੀ ਕੈਨੇਡਾ ਦੇ ਵਿੱਚ ਰੇਸਿਜ਼ਮ ਨਹੀਂ ਹੋਣਗਾ, ਕਿਉਂਕਿ ਜਿੱਥੇ ਅਸੀਂ ਵਸਦੇ ਹਾਂ, ਬਹੁਤਾਤ 'ਚ ਵਸਦੇ ਹਾਂ, ਸਾਨੂੰ ਇਹ ਲੱਗਦਾ ਕਿ ਨਾ ਇੱਥੇ ਸਰੀ 'ਚ ਕਿਵੇਂ ਹੋ ਜੂ ਇਹ। ਪਰ ਜਿਹਨਾਂ ਨਾਲ ਹੁੰਦਾ ਹੈ ਬਹੁਤ ਘੱਟ ਨੇ ਜਿਹੜੇ ਬੋਲਦੇ ਆ। ਨਹੀਂ, ਫ੍ਰਾਂਸਿਸ ਵਰਗੇ ਬਾਰਬਾਡੋਸ ਤੇ ਉਹ ਆ ਕੇ ਉਸਨੇ BC ਲਾਇਨ ਦਾ ਪ੍ਰੈਕਟਰ ਰੋਸਟਰ ਸੀ ਤੇ ਫਿਰ ਇਵੈਂਚੁਅਲੀ ਹੁਣ ਅਗਲਾ ਖੜ ਗਿਆ ਵੀ ਸਭ ਕੁਛ ਛੱਡਤਾ, ਸਭ ਕੁਛ ਲੂਜ਼ ਕਰਤਾ। ਤੇ 13 ਦਿਨ ਜਿਹੜੀ ਉਹਦੀ ਹੀਅਰਿੰਗ ਚੱਲਦੀ ਰਹੀ ਤੇ 2014 ਤੋਂ 2019 ਤੱਕ ਡਿਲੇ ਹੁੰਦੀ ਰਹੀ। ਉਹ ਕਹਿੰਦਾ ਇੱਥੇ ਵੀ ਰੇਸ ਅੱਗੇ ਕਰਤਾ ਤੁਹਾਡੀ, ਕਦੇ 21 ਜਣਿਆਂ ਦੀ ਉਹਦੇ 'ਚ ਟੈਸਟ ਬਣੀ ਹੋਈ BC ਕਰੈਕਸ਼ਨ ਦੇ, ਤੇ ਮਤਲਬ ਹੈਲਥ ਉਹਦੀ ਖਰਾਬ ਹੋ ਗਈ, ਐਂਗਜ਼ਾਇਟੀ ਹੋ ਗਈ, ਤੇ ਮਤਲਬ ਇੰਨਾ ਸਮਾਂ 8 ਵਰ੍ਹੇ ਲੱਗੇ। ਤੇ ਉਸ ਤੋਂ ਬਾਅਦ $1 ਲੱਖ ਉਹਦੇ ਵਕੀਲ ਦਾ ਖਰਚਾ ਹੋ ਗਿਆ। 400 ਘੰਟੇ ਉਹਨੇ ਲਾਏ। ਤੇ ਹੁਣ ਸਰਕਾਰਾਂ ਪੇ ਕਰ ਲੈਣਗੀਆਂ ਤੇ ਮਤਲਬ ਜਿਹੜੇ ਸਲਰਸ ਨੇ ਉਹ ਕਹਿੰਦਾ ਮੇਰੇ ਯਾਦ ਆਉਂਦਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਮੈਨੂੰ ਕਾਲਾ ਰੰਗ ਹੋ ਕੇ ਕੀ ਉਹ ਕਹਿੰਦੇ ਰਹੇ। ਅੱਜ ਦੀ ਦੁਨੀਆ ਦੇ ਵਿੱਚ ਇਨਸਾਨ ਮੰਗਲ ਤੇ ਨੂੰ ਤੁਰਿਆ ਜਾਂਦਾ ਤੇ ਪਰ ਕੀ ਹੋ ਰਿਹਾ, ਤਾਂ ਜਿਹੜਾ ਰਾਹ ਪੈ ਜਾਣੀ ਹੈ ਜਾਂ ਬਾਹ ਪੈ ਜਾਣੀ ਹੈ ਉਹਨੂੰ ਹੀ ਪਤਾ ਲੱਗਣਾ ਕੀ ਕਹਾਣੀ ਹੈ। ਬਾਕੀ ਹੁਸੈਨ ਬੋਲਟ ਨੂੰ COVID-19 ਹੋ ਗਿਆ ਜੀ। ਇਹ ਵੀ ਰਿਟਾਇਰਡ ਓਲੰਪਿਕ ਦਾ ਟਰੈਕ ਲੀਜੈਂਡ ਹੈ, ਜਮੇਕਨ। ਹੋਰ ਗੱਲਾਂ ਦੀਆਂ ਗੱਲਾਂ, ਭੱਜਦਾ ਜਦ ਸੀ COVID-19 ਤੋਂ ਤੈਨੂੰ ਨਿਕਲੇ ਆਉਣਾ, ਸਟੀਲ ਹੈਡ ਹੈ ਬੰਦਾ। ਤੇ ਹੁਸੈਨ ਬੋਲਟ ਜਦ ਭੱਜ ਕੇ ਸੱਜੀ ਬਾਂਹ ਚੱਕ ਕੇ ਉਂਗਲ ਚੱਕਦਾ ਸੀ ਤਾਂ ਕੀ ਬਣਦਾ ਸੀ। ਇੰਨੇ ਤੇਜ਼ ਨਹੀਂ ਭੱਜਦੇ ਵੇਖੇ, 100 ਮੀਟਰ ਦੇ ਵਿੱਚ ਲੱਤਾਂ ਹੀ ਦਿਖਦੀਆਂ ਸੀ, ਬੰਦਾ ਨਹੀਂ ਸੀ ਦਿਖਦਾ। ਹੁਸੈਨ ਬੋਲਟ ਨੂੰ COVID-19 ਹੋ ਗਿਆ। ਖਬਰਾਂ ਤੋਂ ਬਾਅਦ ਆ ਕੇ ਬ੍ਰੇਕ ਤੋਂ ਬਾਅਦ ਆ ਕੇ ਆਪਾਂ ਵੀ ਦੇਖਦੇ ਹਾਂ ਵੀ ਸਾਡੇ ਜਿਹੜਾ COVID-19 ਨੂੰ ਅਸੀਂ ਕਿੰਨਾ ਸੀਰੀਅਸਲੀ ਲੈਂਦੇ। 11:39 ਹੋਇਆ ਜੀ। COVID-19 ਦਾ ਕਮਿਊਨਿਟੀ ਦਾ ਜਿਹੜਾ ਇਸ਼ੂ ਹੈ ਕਿ ਸਾਡਾ ਇਕੱਠਾਂ ਦੇ ਵਿੱਚ ਬਹਿਣਾ, ਆਲੇ ਦੁਆਲੇ ਜਾਣਾ, ਕਿ ਅਸੀਂ ਇਸ ਨੂੰ ਸੀਰੀਅਸ ਨਹੀਂ ਲੈ ਰਹੇ। ਗਿਣਤੀ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਇੱਥੇ ਵੀ ਆਪਣੇ ਹੋ ਰਹੀ। ਸਰਕਾਰਾਂ ਕਹਿੰਦੀਆਂ ਨੇ, ਉਹ ਸਾਨੂੰ ਇਕੱਲਿਆਂ ਨੂੰ ਤਾਂ ਕਹਿੰਦੀਆਂ ਨਹੀਂ, ਕਹਿੰਦੀਆਂ ਇਹੀ ਨੇ ਬਈ ਜਿਹੜੀ ਮੀਟਿੰਗਾਂ ਜਿਹੜੀਆਂ ਤੁਹਾਡੀਆਂ ਇਕੱਠ ਹੈ, ਜੇ ਤੁਸੀਂ ਕਿਤੇ ਆਪਣੇ ਇਕੱਠਾਂ ਤੋਂ ਵੀ ਬਾਹਰ ਵੇਖੋ, ਮੰਨ ਲਓ ਤੁਸੀਂ ਕਿਤੇ ਵੈਨਕੂਵਰ ਦੇ ਕੋਈ ਪਾਣੀ ਦੇ ਕੰਢੇ ਵੀਕਐਂਡ ਤੇ ਜਾਂ ਫਿਰ ਸਟੈਨਲੇ ਪਾਰਕ ਦੇਖੋ, ਕੋਈ ਵੀ ਕੇਅਰ ਨਹੀਂ ਕਰ ਰਿਹਾ। ਉੱਥੇ ਲੋਕ ਭੱਜੇ ਫਿਰਦੇ ਆ, ਨਾਲ ਦੀ ਲੰਘਦੇ ਆ। 6 ਫੁੱਟ ਕਿਹੜਾ ਜਿਹੜਾ ਹੁਣ ਸਕੇਟ ਕਰਦਾ ਜਾ ਰਿਹਾ, ਉਹਦੇ 6 ਫੁੱਟ ਉੱਥੇ ਕਿੱਥੇ ਸਾਈਕਲ ਵਾਲਾ ਜਾ ਰਿਹਾ ਸੀ ਬਾਲ ਤੇ ਭਰੀਆਂ ਜਾਂਦੀਆਂ ਸੀ। ਇਹ ਮਨ ਮਨੁੱਖੀ ਸੁਭਾਅ ਇੱਕ ਬਈ ਉਹ ਨਹੀਂ ਸੋਚਦਾ ਜਦ ਤੱਕ ਉਹ ਡਾਊਨ ਨਹੀਂ ਹੁੰਦਾ ਆਪਣੇ ਆਪ। ਉਹਦੇ ਮਨ ਦੇ ਵਿੱਚ ਇਹ ਹੈ ਵੀ ਨਹੀਂ, ਇਹ ਮੈਨੂੰ ਨਹੀਂ ਹੁੰਦਾ ਤੇ ਇਹ ਤਾਂ ਕਿਸੇ ਨੂੰ ਹੁੰਦਾ। ਹੁਣ ਜਿਹੜਾ ਕੁਛ ਸ਼ੁੱਕਰਵਾਰ ਨੂੰ ਸਾਡਾ ਕੈਲਗਰੀ 'ਚ ਹੋਇਆ, ਹੁਣ ਉਹਦੀ ਕਿਹਦੀ ਜ਼ਿੰਮੇਵਾਰੀ ਹੈ? ਲੋਕਾਂ ਦੀ ਜ਼ਿੰਮੇਵਾਰੀ ਹੈ
ਜਾਂ ਸਟੋਰ ਜਿਨ੍ਹਾਂ ਨੇ ਖੋਲ੍ਹਿਆ, ਜਿਨ੍ਹਾਂ ਨੇ ਉਹ 100 ਕੁੱਕਰ $15 ਦੇ ਦੇਣੇ ਸੀ, ਉਹਨਾਂ ਦੀ ਜ਼ਿੰਮੇਵਾਰੀ। ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੁੰਦਾ ਵੀ ਤੁਸੀਂ ਕੀ ਸੋਚਦੇ, ਕਿਉਂਕਿ ਇਨਪੁਟ ਤੁਹਾਡੀ ਹੋਵੇ। 144 247 1550 ਠੀਕ ਹੈ, ਸਟੋਰ ਖੁੱਲ੍ਹਿਆ, ਸਟੋਰ ਨੂੰ ਅਟਰੈਕਟ ਕਰਨ ਦੇ ਲਈ ਲੋਕ ਹਰ ਜਗ੍ਹਾ ਹਰ ਵਕਤ ਹੀ ਕੁਛ ਨਾ ਕੁਛ ਉਹ ਆਫਰ ਕਰਦੇ ਆ। ਪਰ ਪੁਲਿਸ ਆ ਕੇ ਯਾਰ ਉੱਥੇ ਚੈੱਕ ਕਰੇ, ਪੁਲਿਸ ਦੇ ਵਿੱਚ ਆਪਣਾ ਇੱਕ ਮੁੰਡਾ CBC ਨੇ ਦਿੱਤਾ ਖਬਰ ਅਨੁਸਾਰ ਉਹਦੇ ਬੰਨੀ ਹੋਈ ਹੈ, ਤੇ ਉੱਥੇ ਧੂਤਕੜਾ ਪੈਂਦਾ। ਹੋਰ ਕਮਿਊਨਿਟੀ ਦੇ ਵੀ ਲੋਕ ਨੇ, ਇਕੱਲੇ ਆਪਣੇ ਨਹੀਂ ਸੀ, ਹੋਰ ਵੀ ਨੇ। ਤੇ ਉਹਦੀਆਂ ਧੱਜੀਆਂ ਪ੍ਰੋਟੋਕਾਲ ਦੀਆਂ ਤੇ COVID-19 ਤੇ ਉਹ 6 ਫੁੱਟ ਜੀ ਤੇ 8 ਫੁੱਟ ਜੀ, ਉੱਥੇ ਕਿਹੜਾ ਪੁੱਛਦਾ? ਇਹੋ ਜਿਹੀ ਚੀਜ਼ ਜਦ ਹੁਣ ਜਨਤਕ ਸਟੈਨਲੇ ਪਾਰਕ ਦੇ ਵਿੱਚ ਲੋਕ ਸਕੇਟ ਕਰ ਰਹੇ ਨੇ, ਭੱਜੇ ਫਿਰਦੇ ਆ, ਉਹ ਤਾਂ ਆਉਂਦਾ ਹੀ ਨਹੀਂ ਫੋਟੋ। ਪਰ ਜਦ ਇਸ ਜਿਹਾ ਕੁਛ ਆ ਜਾਂਦਾ ਹੈ, ਜਿਹੜਾ ਕੈਲਗਰੀ ਹੋਇਆ, ਉਹਦੇ ਵਿੱਚ ਇੱਕ ਕਮਿਊਨਿਟੀ ਦੇ ਤੌਰ ਤੇ ਅਸੀਂ ਜ਼ਿੰਮੇਵਾਰੀ 'ਚ ਆ ਜਾਂਦੇ ਹਾਂ। ਕਿਹਦਾ ਕਸੂਰ ਹੈ? ਲੋਕ ਲਾਈਨਾਂ 'ਚ ਲੱਗ ਗਏ, ਲੋਕਾਂ ਦਾ ਕਸੂਰ ਹੈ ਵੀ ਲਾਲਚ ਬਸ ਹੋ ਕੇ ਫ੍ਰੀ ਕਰਕੇ ਭੱਜਦੇ ਆ, ਤੇ ਜਾਂ ਫਿਰ ਸਟੋਰ ਓਨਰਾਂ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਆਫਰ ਕੀਤੀ। ਰਣਜੀਤ ਸਿੰਘ ਜੀ, ਲਾਈਨ ਨੰਬਰ 2। ਖਾਲਸਾ ਫਤਿਹ ਜੀ। ਹਾਂਜੀ ਸਿੰਘ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਦੇਖੋ ਜੀ, ਗੱਲ ਅਸਲ ਵਿੱਚ ਦੋਨਾਂ ਤਰ੍ਹਾਂ ਦਾ ਕਸੂਰ ਹੈ। ਸਟੋਰ ਵਾਲਿਆਂ ਦਾ ਵੀ ਕਸੂਰ ਹੈ ਤੇ ਜਿਹੜੇ ਉੱਥੇ ਲਾਈਨਾਂ 'ਚ ਜਾ ਕੇ ਲੱਗ ਗਏ ਉਹਨਾਂ ਦੇ ਵੀ ਕਸੂਰ ਹੈ। ਜਦੋਂ ਸਟੋਰ ਵਾਲਿਆਂ ਨੂੰ ਇਹ ਪਤਾ, ਪਹਿਲਾਂ ਮੈਂ ਪੱਖ ਲੈਣਾ ਭਈ ਇਕੱਠ ਹੋਣਾ ਹੈ, ਜਦੋਂ ਅਸੀਂ ਇਹੋ ਚੀਜ਼ ਰੱਖਾਂ, ਕੀ ਤੁਸੀਂ ਲੋਕਾਂ ਦੀ ਜਾਨ ਨਾਲ ਖੇਡਣਾ ਚਾਹੁੰਦੇ? ਕਿਉਂਕਿ ਹਿਊਮਨ ਨੇਚਰ ਆ, ਉਹਨਾਂ ਨੇ ਭੱਜ ਕੇ ਆ ਕੇ ਲਾਈਨਾਂ 'ਚ ਲੱਗਣਾ। ਵੀ ਜਦੋਂ ਕਿਉਂ ਨਹੀਂ ਅਸੀਂ ਲੋਕਾਂ ਤੇ ਤਰਸ ਖਾਂਦੇ? ਕਈ ਇਹ ਇਸ ਤਰ੍ਹਾਂ ਦੀ ਡਰਾਮੇਬਾਜ਼ੀ, ਉਸ ਤਰ੍ਹਾਂ ਐਡਵਰਟਾਈਜ਼ਮੈਂਟ ਦੇ ਬੜੇ ਸਾਧਨ ਨੇ, ਰੇਡੀਓ ਆ, WhatsApp ਆ, ਤੁਸੀਂ ਕਿਤੇ ਵੀ ਐਡਵਰਟਾਈਜ਼ਮੈਂਟ ਹੀ ਕਰਨੀ ਹੈ ਨਾ, ਉਹ ਤੁਸੀਂ ਕਰ ਸਕਦੇ ਹੋ। ਤੁਸੀਂ ਜਾਂ ਕੋਈ ਡਿਸਕਾਊਂਟ ਕੋ ਦੇ ਕੇ। ਬਾਕੀ ਗੱਲ ਰਹਿ ਗਈ ਲੋਕਾਂ ਦੀ। ਹਰਜੀਤ ਸਿੰਘ, ਇਹਨਾਂ ਕੰਟਰੀਆਂ 'ਚ ਆ ਕੇ ਵੀ ਜੇ ਸਾਡੀ ਭੁੱਖ ਨਹੀਂ ਨਿਕਲੀ ਨਾ, ਫਿਰ ਸਾਡਾ ਰੱਬ ਰਾਖਾ ਹੈ, ਇਹਦੋਂ ਗਾਂਹ ਯਾਰ ਹੀ ਹੈ। ਥੈਂਕ ਯੂ ਜੀ। ਧੰਨਵਾਦ। ਮੈਂ ਨਿੱਜੀ ਤੌਰ ਤੇ ਵੀ ਵੇਖਿਆ, ਜਦ ਕੋਈ ਰੇਡੀਓ ਦਾ ਹੁਣ ਇਹਨੂੰ ਐਂ ਨਾ ਲੈ ਲਿਓ ਵੀ ਮੈਂ ਕਹਿਣਾ, ਵਿਸਾਖੀ ਵਗੈਰਾ ਦੀਆਂ ਸਟੇਜਾਂ $2 ਦੀ, ਉਹ $3 ਦੀ, $5 ਦੀ ਵੱਧ ਤੋਂ ਵੱਧ ਪ੍ਰਿੰਟਡ ਟੀ-ਸ਼ਰਟ ਹੁੰਦੀ ਹੈ, ਤੇ ਉਹ ਮਤਲਬ ਜੇ ਤੁਸੀਂ ਸਿੱਟਦੇ ਹੋ ਵੀ ਲੈ ਫੜ ਲਓ, ਇਕੱਠੇ ਬਾਹਰ ਕੱਢਦੇ, ਉਹ ਫਟ ਜਾਂਦੀ ਹੈ, ਕਈ ਵਾਰ ਖਿੱਚ ਲੈਂਦੇ ਨੇ ਇੱਕ ਦੂਜੇ ਦੇ ਹੱਥ 'ਚ, ਮਤਲਬ ਕੁਛ ਵੀ ਨਹੀਂ ਹੈ ਉਹ। ਤੇ ਜਿਨ੍ਹਾਂ ਨੇ ਕਦੇ ਨਹੀਂ ਪਾਉਣੀ, ਉਹ ਇਕੱਠੀਆਂ ਕਰਕੇ 5-5, 6-6 ਅਸੀਂ ਇਕੱਠੀਆਂ ਕਰਕੇ ਝੋਲਿਆਂ 'ਚ ਪਾ ਲੈਂਦੇ ਹਾਂ। ਉਹ ਪ੍ਰਿੰਟਡ ਹੈ, ਉਹ ਹਰ ਜਗ੍ਹਾ ਪੈਣੀ ਨਹੀਂ। ਗੁਰੂ ਦੇ ਲੰਗਰ ਨੇ, ਅਸੀਂ ਉਹਨਾਂ ਦੀ ਲਾ ਕੇ ਥਈਆਂ ਜਲੇਬੀਆਂ ਦੀਆਂ, ਤੇ ਉੱਪਰ ਇੱਕ ਪੁੱਠੀ ਕਰਕੇ ਪਲੇਟ ਦੇ ਕੇ ਤੁਰੇ ਜਾਂਦੇ ਹੁੰਦੇ ਹਾਂ ਘਰ ਨੂੰ। ਯਾਰ ਇਹ ਤਾਂ ਸਾਡਾ ਹੈ ਨਹੀਂ ਸੀ ਜਿਸ ਤਰ੍ਹਾਂ ਕਰ ਰਹੇ ਹਾਂ ਅਸੀਂ। ਪ੍ਰਿਤਪਾਲ ਸਿੰਘ ਜੀ, ਲਾਈਨ ਨੰਬਰ 3, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਸਤਿ ਸ਼੍ਰੀ ਅਕਾਲ ਜੀ ਸੇਖੋ ਸਾਹਿਬ। ਹਾਂਜੀ, ਦੇਖੋ ਮੈਂ ਕਦੀ ਵੀ ਇਹੋ ਜਿਹੇ ਵਿਸ਼ੇ ਤੇ ਕਦੀ ਗੱਲ ਨਹੀਂ ਕਰਦਾ ਹੈਗਾ। ਤੇ 2 ਮਿੰਟ ਹੋਲਡ ਕਰਿਓ ਜੀ। ਹਾਂਜੀ ਗਿੱਲ ਸਾਹਿਬ ਜੀ, ਹੈਲੋ। ਹਾਂ ਹਾਂਜੀ ਹਾਂਜੀ, ਇਹਦੇ ਵਿੱਚ ਮੈਂ, ਹਾਂਜੀ, ਤੇ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇਹ ਪੋਸਟ ਮੈਂ ਵੀ ਸ਼ੇਅਰ ਕੀਤੀ ਸੀ, ਪਰ ਉਹਦੇ ਪਿੱਛੇ ਮਕਸਦ ਕੁਝ ਹੋਰ ਸੀਗਾ। ਮਕਸਦ ਇਹ ਸੀਗਾ ਕਿ ਸਮਾਜ ਦੇ ਅੰਦਰ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਜਗ ਜ਼ਾਹਿਰ ਕਰੀਏ, ਤਾਂ ਜੋ ਲੋਕਾਂ ਨੂੰ ਨਸੀਹਤ ਮਿਲੇ ਔਰ ਲੋਕ ਕੁਛ ਸਿੱਖਣ। ਉਸ ਪੋਸਟ ਤੋਂ ਬਾਅਦ ਕੁਛ ਦਾਨੇਸ਼ਵਰਾਂ ਨੇ ਉਹਦਾ ਅਪੋਜ਼ ਕੀਤਾ, ਇਹ ਕਹਿ ਕੇ ਕਿ ਵੀ ਅਸੀਂ ਆਹ ਕੰਮ ਚੰਗੇ ਕਰਦੇ ਹਾਂ, ਤੁਸੀਂ ਇਹਨੂੰ ਸ਼ੇਅਰ ਕਰੋ। ਜੇ ਸਾਡੀ ਕੋਈ ਕਮੀਆਂ ਨੇ ਤੇ ਜੇ ਅਸੀਂ ਉਹਨੂੰ ਆਪਣੇ ਸਮਾਜ ਨੂੰ ਐਜੂਕੇਟ ਕਰਕੇ ਉਹਨੂੰ ਦੂਰ ਨਹੀਂ ਕਰਾਂਗੇ ਤਾਂ ਸਮਾਜ ਕਦੀ ਵੀ ਵਧੀਆ ਸਮਾਜ ਨਹੀਂ ਬਣ ਸਕਦਾ। ਜੇ ਅਸੀਂ ਇੱਕ ਧਾਰਨਾ ਦੇ ਨਾਲ ਚੱਲਾਂਗੇ ਕਿ ਅਸੀਂ ਸਿਰਫ ਸਮਾਜ ਸੇਵਾ ਕਰ ਰਹੇ, ਉਹਨੂੰ ਹੀ ਪ੍ਰਮੋਟ ਕਰਨਾ, ਸਾਡੇ ਅੰਦਰ ਜਿਹੜੀਆਂ ਕਮੀਆਂ ਨੇ ਉਹਨੂੰ ਵੀ ਅਸੀਂ ਉਹਦਾ ਚਿੰਤਨ ਕਰੀਏ ਤਾਂ ਜੋ ਉਹ ਦਰੁਸਤ ਹੋ ਕੇ ਇੱਕ ਵਧੀਆ ਸਮਾਜ ਬਣ ਸਕੇ, ਇਹ ਮੇਰਾ ਮੰਨਣਾ ਹੈਗਾ। ਦੂਜੀ ਗੱਲ, ਉਹਦੇ ਵਿੱਚ ਜਿਹੜੀ ਕਸੂਰਵਾਰ ਹੈਗਾ, ਮੈਂ ਸਟੋਰ ਨੂੰ ਵੀ ਮੰਨਦਾ ਤੇ ਲੋਕਾਂ ਨੂੰ ਵੀ ਮੰਨਦਾ,
क्यों मानना? क्योंकि कोविड-19 है, ये नॉर्मल हालात नहीं है। नॉर्मल हालात दे विच तुसीं जो मर्जी करी जो, कोई केयर नहीं करता। बॉक्सिंग डे सेल ते धक्का मुक्की हो रही हुंदी है, स्टोरां 'ਚ टुट के पै रहे हुंदे लोग। पर इन्हां हालातां दे विच लोकां नूं एक समझदारी तो काम लेना जी। जे उत्थे रश सीगा ते पिछे मुड़ जाना चाहिदा सीगा। कुकर दे पिछे तुसीं बाहर मेले वांगू हालात बना दो और अंदर धक्का मुक्की करो और स्टोर नूं पुलिस नूं सदना पवे और पुलिस आके भी ना कंट्रोल कर सके, तां इत्थे मैं थोड़ा जिहा अपने आप नूं शर्म महसूस करदा कि ये साडा मतलब कि विरसा नहीं हैगा। और वीरां नूं बेनती करना चाहना कि जिथे असीं गलत हाँ तां असीं गलती नूं मन्नीए और गलती नूं दुरुस्त करन दे लई समाज नूं एजुकेट करिए, ना कि आपस विच भिड़ीए। आपस विच ना भिड़ो। जिथे बंदे गलत ने, चाहे वो LMI वेच रहे ने, चाहे वो टैक्स की चोरी कर रहे ने, चाहे वो स्टूडेंटां दा शोषण कर रहे ने, उन्हां दे खिलाफ लड़दे रहो और अपनी लड़ाई जारी रखो। और समाज दे विच किते गलत हो रहा उहदे खिलाफ बोलदे रहो, उहदे ते पर्दा ना पाओ। जदों मां पुत ते पर्दे पांदी, वो पुत हमेशा बिगड़दा है, वो हमेशा कोई ना कोई गलत कारनामा करदा है और पूरे परिवार नूं वो एक मुसीबत च पा दिंदा। इस करके मैं दसना चाहना, जिथे असीं गलत हाँ तां असीं अपनी गलती नूं मन्नीए, चाहे साग तोड़न दी होवे चाहे वो कुकर दी होवे जी। अपनी गलती मन के उहनूं दुरुस्त करिए। समाज नूं कुआहे ना पाइए, राहे पाइए, भी एक राह दिखाइए कि असीं कैनेडा च आ गए हैं और चंगे कैनेडियन बनी। बस यही मेरा मानना जी गिल साहब, यही मेरी सारिਆਂ ਨੂੰ ਬੇਨਤੀ ਹੈਗੀ ਜੀ। थैंक यू। थैंक यू। सैम जी, लाइन नंबर 4। ਗਿਲ ਸਾਹਿਬ, ਜਦੋਂ ਗਵਰਨਮੈਂਟ ਨੇ ਕਿਹਾ ਵੀ ਇਹ ਭੈੜਾ ਵਾਇਰਸ ਆ ਰਿਹਾ, ਬਚ ਜਾਓ, ਤੁਸੀਂ ਦੇਖੋ ਅਸੀਂ ਸਭ ਕੁਝ ਹੀ ਬੰਦ ਕਰਦਾ। ਈਵਨ ਅਸੀਂ ਟਰੱਕ ਚਲਾਉਂਦੇ, ਟਰੱਕਾਂ ਵਾਲੇ ਕੀ ਵੀ ਡਰ ਗਏ। ਅਸੀਂ ਸੈਨੀਟਾਈਜ਼ਰ ਕੋਲ ਰੱਖੇ, ਹਰ ਇੱਕ ਚੀਜ਼ ਅਸੀਂ ਸੈਟਅਪ ਕਰਕੇ ਰੱਖੀ। ਪਰ ਮਿਕਸ ਤਾਂ ਮੈਸੇਜ ਗਵਰਨਮੈਂਟ ਨੇ ਭੇਜਣਾ ਸ਼ੁਰੂ ਕਰਤਾ। ਅੱਛਾ ਚਲੋ ਹੁਣ ਇਹ ਵੀ ਓਪਨ ਕਰ ਲਓ, ਉਹ ਵੀ ਓਪਨ ਕਰ ਲਓ। ਐਂਡ ਤਾਂ ਸਕੂਲਾਂ ਨੂੰ ਓਪਨ ਕਰਕੇ ਹੋ ਗਿਆ। ਹੁਣ ਮੈਨੂੰ ਦੱਸੋ ਕੋਈ ਡਰ ਰਿਹਾ ਕਿਸੇ ਦਾ? ਕੀ ਇਹ ਗਵਰਨਮੈਂਟਾਂ ਹੁਣ ਕੀ ਕਹਿਣਗੀਆਂ ਵੀ ਅਸੀਂ ਜੀ ਬਹੁਤ ਤੁਹਾਡੀ ਪ੍ਰੋਟੈਕਸ਼ਨ ਕੀਤੀ? ਰੀਅਲੀ ਕੀਤੀ? ਤੁਸੀਂ ਤਾਂ ਡੈਮੇਜ ਕਰਕੇ ਰੱਖਤਾ ਸਾਰਾ ਕੁਝ। ਤਾਂ ਓਪਨ ਹੋਇਆ ਇਸ ਟਾਈਮ, ਜਾਂ ਤਾਂ ਲੋਕਾਂ ਤੇ ਛੱਡ ਦੇਣ ਜਾਂ ਗਵਰਨਮੈਂਟ ਤੇ। ਜੇ ਗਵਰਨਮੈਂਟ ਆਪਣੇ ਤੇ ਰੱਖਦੀ ਤਾਂ ਕੰਟਰੋਲ ਸੀ, ਹੁਣ ਇਹ ਲੋਕਾਂ ਦੇ ਛੱਡ ਤਾਂ ਆਈ ਥਿੰਕ ਗਲਤ। ਹੁਣ ਤਾਂ ਇਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਕੋਈ ਕੇਅਰ ਨਹੀਂ ਐਜ਼ ਏ ਗਵਰਨਮੈਂਟ। ਤੁਸੀਂ ਆਪਣੀ ਪ੍ਰੋਟੈਕਸ਼ਨ ਕਰ ਲਓ, ਜਿਹੜੀ ਫਿਰ ਜਿਹੜਾ ਮੋਹਰੇ ਜਿਹੜਾ ਵਧੀਆ ਆਪਣੀ ਪ੍ਰੋਟੈਕਸ਼ਨ ਕਰ ਲਓ। ਨਹੀਂ ਤਾਂ ਹੋਰ ਤਾਂ ਹੁਣ ਹੈ ਕੋਈ ਨਹੀਂ ਹੈਗਾ, ਜਿੰਨੇ ਕੁ ਝੋਲਾ ਪੈ ਗਿਆ ਹੈਗਾ। ਸਤਿ ਸ਼੍ਰੀ ਅਕਾਲ। ਇਹਨੇ ਜੈਨ ਸਿੱਧੂ ਜੀ, ਲਾइन नंबर 5। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਕੈਲਗਰੀ ਦੀ ਗੱਲ ਹੋ ਰਹੀ ਸੀ ਮੇਰੇ ਸ਼ਹਿਰ ਦੀ, ਮੈਂ ਕਿਹਾ ਚਲੋ ਮੈਂ ਵੀ ਸ਼ਾਮਲ ਹੋਵਾਂ। ਬਿਲਕੁਲ ਜੀ, ਥੈਂਕ ਯੂ। ਬਦਕਿਸਮਤੀ ਹੈ ਕਿ 2 ਵਾਰੀ ਕੈਲਗਰੀ ਦੁਨੀਆ ਦੇ ਨਕਸ਼ੇ ਤੇ ਪਹੁੰਚਿਆ, ਪਰ ਦੋਨੇ ਵਾਰੀ ਗਲਤ ਢੰਗ ਨਾਲ ਪਹੁੰਚਿਆ। ਪਹਿਲਾਂ ਸਾਗ ਦੀ ਕਹਾਣੀ ਸੀ, ਹੁਣ ਕੁੱਕਰ ਦੀ ਸੀਟੀ ਵੱਜੀ ਹੈ। ਤੇ ਪਰ ਬਦਕਿਸਮਤੀ ਹੈ ਖੈਰ ਜੀ। ਇਹਦੇ ਵਿੱਚ ਜਿਹੜੀ ਤੁਹਾਡਾ ਸਵਾਲ ਇਹ ਹੈ ਕਿ ਕੌਣ ਜ਼ਿੰਮੇਵਾਰ ਹੈ, ਮੇਰੇ ਖਿਆਲ ਹੈ ਮਨੁੱਖੀ ਮਾਨਸਿਕਤਾ ਸਾਨੂੰ ਪਤਾ ਹੀ ਆ। ਆਪਾਂ ਬਲੈਕ ਫਰਾਈਡੇ ਹੋਵੇ ਜਾਂ ਬਾਕਸਿੰਗ ਡੇ ਹੋਵੇ, ਆਪਾਂ ਦੇਖਦੇ ਹਾਂ। ਆਪਾਂ ਨਗਰ ਕੀਰਤਨ ਤਾਂ ਵੀ ਦੇਖਦੇ, ਤੁਸੀਂ ਗੱਲ ਕੀਤੀ ਹੈ ਕਿ ਕਿਵੇਂ ਫੂਡ ਦੀਆਂ ਸਟਾਲਾਂ ਦੇ ਉੱਤੇ ਲਾਈਨਾਂ ਲੱਗਦੀਆਂ ਨੇ, ਧੱਕੇ ਪੈਂਦੇ ਨੇ, ਝੋਲੇ ਰੱਖੇ ਹੁੰਦੇ ਨੇ ਸਮਾਨ ਵਿੱਚ ਪਾਉਣ ਲਈ। ਸੋ ਇਹ ਪਤਾ ਹੈ ਆਪਾਂ ਨੂੰ। ਪਰ ਜਿਹੜੀ ਇਸ ਵਕਤ ਸਿਚੁਏਸ਼ਨ ਚੱਲ ਰਹੀ ਸੀ ਕੋਵਿਡ-19 ਦੀ, ਉਹਦੇ ਵਿੱਚ ਜਿੱਥੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਨਾਲ ਨਾਲ ਸਟੋਰ ਓਨਰ ਦੀ ਮੇਰੇ ਖਿਆਲ ਜ਼ਿਆਦਾ ਜ਼ਿੰਮੇਵਾਰੀ ਬਣਦੀ ਸੀ ਕਿ ਕੋਵਿਡ-19 ਦਾ ਪ੍ਰੋਟੋਕਾਲ ਫਾਲੋ ਕੀਤਾ ਜਾਂਦਾ। ਇਹ ਪਤਾ ਸੀ ਕਿ ਇਕੱਠ ਹੋਣਾ ਹੈ। ਜੇ ਨਹੀਂ ਵੀ ਪਤਾ ਸੀ ਤਾਂ ਜਦੋਂ ਹੋ ਗਿਆ ਸੀਗਾ ਉਦੋਂ ਪਤਾ ਲੱਗ ਗਿਆ ਸੀ ਡੋਰ ਖੋਲ੍ਹਣ ਤੋਂ ਪਹਿਲਾਂ ਕਿ ਬਾਹਰ ਸੈਂਕੜੇ ਤਾਦਾਦ ਵਿੱਚ ਲੋਕ ਖੜੇ ਨੇ। ਮੈਂ ਤਾਂ ਉੱਥੇ ਨਹੀਂ ਸੀ ਜੀ, ਮੈਂ ਤਾਂ ਵੀਡੀਓ ਦੇਖੀਆਂ ਨੇ, ਸਾਰਾ ਮੀਡੀਆ ਆਇਆ ਹੋਇਆ ਸੀ। ਕਾਫੀ ਐਡਵਰਟਾਈਜ਼ਮੈਂਟ ਕੀਤੀ ਸੀ, ਜਿਹੜੀ ਕਿ ਚਲੋ ਕਰਨੀ ਬਣਦੀ ਹੈ, ਹਰ ਬਿਜ਼ਨਸਮੈਨ ਕਰਦਾ, ਮਾਰਕੀਟਿੰਗ ਆਪਦੀ ਕਰਦਾ, ਕਰਨੀ ਚਾਹੀਦੀ ਸੀਗੀ। ਪਰ ਮੇਰਾ ਖਿਆਲ ਜੇ ਇਹਨੂੰ ਇਸ ਢੰਗ ਨਾਲ ਲਿਆ ਜਾਂਦਾ ਕਿ ਮੈਂ 15-20 ਦਿਨ ਪਹਿਲਾਂ ਜਦੋਂ ਸਟੋਰ ਵੈਸੇ ਓਪਨ ਹੋਇਆ ਵਾ ਸੀ 2 ਮਹੀਨੇ ਦਾ, ਮੈਂ ਵਿਜ਼ਿਟ ਕਰਕੇ ਆਇਆ ਸੀ, ਦੇਖ ਕੇ ਕਿੱਦਾਂ ਦਾ ਸਾਰਾ ਕੁਛ ਅੰਦਰ। ਜੇ ਕਿਤੇ ਇਹਨੂੰ ਇਸ ਢੰਗ ਨਾਲ ਲਿਆ ਜਾਂਦਾ ਕਿ ਜੇ 2-3 ਮਹੀਨੇ ਪਹਿਲਾਂ ਐਡਵਰਟਾਈਜ਼ ਕੀਤਾ ਜਾਂਦਾ ਕਿ ਜਿਹੜਾ ਵੀ ਬੰਦਾ $100 ਦੀ ਗਰੋਸਰੀ ਲੈ ਕੇ ਜਾਊਗਾ ਉਹਨੂੰ ਫ੍ਰੀ ਕੁੱਕਰ ਦਿੱਤਾ ਜਾਊਗਾ ਜਾਂ ਫ੍ਰੀ ਕੜਾਹੀ ਦਿੱਤੀ ਜਾਊਗੀ ਜਾਂ ਫ੍ਰੀ ਕੋਈ ਗਿਫਟ ਦਿੱਤਾ ਜਾਊਗਾ, ਸ਼ਾਇਦ ਇਹ ਇੰਨਾ ਇਕੱਠ ਨਾ ਹੁੰਦਾ। ਜਾਂ ਇਹ ਡਰਾ ਸਿਸਟਮ ਕਰਤਾ ਜਾਂਦਾ ਕਿ ਜਿਹੜਾ ਸਟੋਰ ਤੇ ਆ ਕੇ ਇੰਨੇ ਟਾਈਮ ਦੇ ਵਿੱਚ ਇਸ ਡੇਟ ਤੋਂ ਪਹਿਲਾਂ ਡਰਾ ਪਾ ਜਾਊਗਾ, ਅਸੀਂ ਇੰਨੇ ਗਿਫਟ ਕੱਢਣੇ ਆ ਜੀ, ਇਸ ਡੇਟ ਨੂੰ ਕੱਢਣੇ ਆ। ਉਹਦਾ ਟਾਈਮ ਦੇ ਦਿੰਦੇ 3 ਮਹੀਨੇ ਦਾ, 4 ਮਹੀਨੇ ਦਾ। ਲੋਕ ਵੱਧ ਤੋਂ ਵੱਧ ਵਿਜ਼ਿਟ ਕਰਦੇ
ਨਾਲੇ ਤਾਂ ਉਹਨਾਂ ਦਾ ਮਸਲਾ ਹੱਲ ਹੋ ਜਾਣਾ ਸੀ, ਸਟੋਰ ਦੇ ਵਿੱਚ ਲੋਕੀ ਵਿਜ਼ਿਟ ਕਰਦੇ, ਡਰਾ ਪਾਉਂਦੇ, ਤੇ ਨਾਲੇ ਆਹ ਜਿਹੜਾ ਜਲੂਸ ਨਿਕਲਿਆ ਇਹ ਸ਼ਾਇਦ ਨਾ ਨਿਕਲਦਾ। ਸੋ ਮੇਰਾ ਖਿਆਲ ਹੈ ਇਹ ਜ਼ਿਆਦਾ ਰਿਸਪੌਂਸਿਬਿਲਿਟੀ ਸਟੋਰ ਓਨਰ ਦੀ ਬਣਦੀ ਹੈ। ਲੋਕਾਂ ਦੀ ਸਾਡੀ ਤਾਂ ਬਣਦੀ ਹੈ ਕਿ ਇਹ ਥੋੜ੍ਹੀ ਜਿਹੀ ਹੁਣ $15-20 ਦਾ ਕੁੱਕਰ ਫ੍ਰੀ ਲਾਤਾ ਤੇ ਅਸੀਂ ਸਿਹਤ ਨਾਲ ਕੰਪਰੋਮਾਈਜ਼ ਕਰਕੇ ਹੁਣ ਜਿਹੜੇ ਲੋਕ ਉੱਥੇ ਗਏ ਨੇ ਜੇ ਬਰਾ ਬਣਾ ਕੇ ਉਹਨਾਂ ਚੋਂ 5-10 ਪੋਜ਼ਿਟਿਵ ਹੋ ਗਏ ਤਾਂ ਫਿਰ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਟਰਬਲ 'ਚ ਹੋਣਗੇ, ਜਿਹਨੇ ਉੱਥੇ ਲੋਕ ਗਏ ਉਹ ਟਰਬਲ 'ਚ ਹੋਣਗੇ, ਸਟੋਰ ਫੇਰ ਬੰਦ ਕਰਨਾ ਪਊਗਾ, ਕੁਆਰੰਟੀਨ 'ਚ ਜਾਣਾ ਪਊਗਾ। ਇਹ ਸਾਨੂੰ ਖੈਰ ਆਪਾਂ ਸਾਰੇ ਅਵੇਅਰ ਤਾਂ ਕਰਦੇ ਰਹਿੰਦੇ ਹਾਂ ਰੇਡੀਓ ਦੇ ਮਾਧਿਅਮ ਦੇ, ਜੋ ਵੀ ਮੀਡੀਆ ਦੇ ਮਾਧਿਅਮ ਦੇ, ਪਰ ਲੋਕ ਨਹੀਂ ਸਮਝਦੇ ਜੀ। ਹੁਣ ਤੁਸੀਂ ਪੁਲਿਸ ਅਫਸਰ ਦੀ ਗੱਲ ਕੀਤੀ ਹੈ, ਸਰਦਾਰ ਪੁਲਿਸ ਅਫਸਰ ਆਇਆ ਆਪਣੇ ਕੋਲੀਗਸ ਦੇ ਨਾਲ, ਉਹ ਜਾ ਕੇ ਕੀ ਕਹੂਗਾ ਕਿ ਇਹ ਉਹ ਕਮਿਊਨਿਟੀ ਹੈ ਜਿਹੜੀ ਮਿਲੀਅਨਸ ਡਾਲਰ ਸਾਡੇ ਹਸਪੀਟਲਾਂ ਨੂੰ ਫਲੱਡਿੰਗ ਲਈ ਤੇ ਹੋਰ ਦਾਨ ਕਰਨ ਵਾਲੀ ਕਮਿਊਨਿਟੀ ਦਾ ਹਿੱਸਾ ਹੈ, ਜਾਂ ਇਹ ਉਹ ਕਮਿਊਨਿਟੀ ਹੈ ਜਿਹੜੀ ਕੋਵਿਡ ਦੇ ਵਿੱਚ ਲੰਗਰ ਲਾ ਕੇ ਅਸੀਂ ਆਪਣਾ ਨਾਂ ਬਣਾਇਆ, ਰਾਈਟ। ਸੋ ਸ਼ਰਮ ਵਾਲੀ ਗੱਲ ਹੈ, ਪਰ ਕੀ ਕਰੀਏ, ਸੁਸਾਇਟੀ ਦਾ ਹਿੱਸਾ ਹੈ, ਉਸ ਦਾ ਸਾਨੂੰ ਇਸ ਚੀਜ਼ 'ਚ ਅਵੇਅਰਨੈਸ ਦੀ ਲੋੜ ਹੈ ਤੇ ਗੁਰੇਜ਼ ਕਰਨਾ ਚਾਹੀਦਾ ਜੀ ਇਹਨਾਂ ਚੀਜ਼ਾਂ ਤੋਂ। ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ। ਜੈਨ ਸਿੱਧੂ ਹੁਣੀ ਵੀਕਐਂਡ ਤੇ ਪ੍ਰੋਗਰਾਮ ਕਰਦੇ ਆ, ਉਹਦਾ ਵੀ ਨਾਮ ਲੋਕ ਸੱਥ ਹੈ, ਬਹੁਤ ਚਿਰ ਦੇ। ਰਜਨੀਸ਼ ਸਿੰਘ ਜੀ, ਲਾਈਨ ਨੰਬਰ 2। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਵੀਰ ਜੀ। ਅਜੀਤ ਜੀ, ਹਾਂਜੀ ਹਾਂਜੀ। ਮੇਨ ਜਿਹੜੀ ਗਲਤੀ, ਜਿਵੇਂ ਪਹਿਲੇ ਵੀ ਭਾਈ ਸਾਹਿਬ ਕਹਿ ਗਏ, ਸਟੋਰ ਓਨਰ ਦੀ ਡੈਫੀਨੇਟਲੀ ਮੇਨ ਗਲਤੀ ਉਹਨਾਂ ਦੀ ਹੈ। ਉਹਨਾਂ ਨੇ ਐਡਵਰਟਾਈਜ਼ ਕੀਤਾ ਸੀ ਤੇ ਐਡਵਰਟਾਈਜ਼ ਕਰਨ ਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਬਾਈ ਡਿਫਾਲਟ ਹੀ ਹੈਗੀ ਹੈ ਕਿ ਮੈਂ ਸੋਸ਼ਲ ਡਿਸਟੈਂਸਿੰਗ ਦੇ ਮੈਜਰ ਔਰ ਬਾਕੀ ਚੀਜ਼ਾਂ ਕਿਵੇਂ ਕਰਨੀਆਂ, ਮੈਂ ਇਹ ਸਟੋਰ ਵਾਲੇ ਦੀ ਹੀ ਜ਼ਿੰਮੇਵਾਰੀ ਸੀ। ਪਬਲਿਕ ਦੀ ਜ਼ਿੰਮੇਵਾਰੀ, ਪਬਲਿਕ ਦੀ ਜ਼ਿੰਮੇਵਾਰੀ ਤਾਂ ਮੈਨੂੰ ਇਹ ਹੈ ਕਿ ਲੋਕੀ ਕਹਿੰਦੇ ਕਿ ਲੋਕਾਂ ਦਾ ਸੁਭਾਅ ਹੈਗਾ। ਮੇਰਾ ਕਹਿਣਾ ਹੈ ਕਿ ਇਹੋ ਜਿਹਾ ਸਿਸਟਮ ਕਿਉਂ ਹੈਗਾ ਵਾ ਜਿਹਦੇ ਵਿੱਚ ਲੋਕੀ $15 ਦੇ ਕੁੱਕਰ ਲਈ ਆਪਣੀ ਜਾਨ ਖਤਰੇ ਦੇ ਪਾਉਣ ਨੂੰ ਤਿਆਰ ਹੋ ਜਾਂਦੇ ਆ। ਐਸਾ ਕੀ ਕਰ ਦਿੱਤਾ ਸੀ ਇਸ ਸਿਸਟਮ ਦੇ ਵਿੱਚ? ਇਹੋ ਜਿਹੀ ਕਿਹੜੀ ਇਕੋਨਮੀ ਅਸੀਂ ਬਣਾਈ ਹੋਈ ਹੈ? ਉਹਨੂੰ ਕੰਜ਼ਿਊਮਰਿਜ਼ਮ ਕਹਿ ਲਓ, ਕੈਪੀਟਲਿਜ਼ਮ ਕਹਿ ਲਓ, ਕੁਝ ਵੀ ਕਹਿ ਲਓ, ਇਹੋ ਜਿਹੇ ਸਿਸਟਮ ਦੇ ਵਿੱਚ ਕਿਸ ਤਰੀਕੇ ਦਾ ਸਿਸਟਮ ਅਸੀਂ ਬਣਾ ਲਿਆ ਕਿ ਉਹ ਭਾਵੇਂ ਉਹ ਬਲੈਕ ਫਰਾਈਡੇ ਸੇਲ ਹੋਵੇ ਜਾਂ ਅਸੀਂ ਦੇਖਦੇ ਹੀ ਹਾਂ ਜੋ ਹੁੰਦਾ ਵਾ, ਇੰਨਾ ਕਿ ਅਸੀਂ ਲੋਕਾਂ ਦੇ ਅੰਦਰ ਡਾਲਰਾਂ ਦੀ ਭੁੱਖ ਜਾਂ ਉਹਨਾਂ ਦੇ ਅੰਦਰ ਡਾਲਰਾਂ ਦੀ ਕਮੀ ਪੈਦਾ ਕਰ ਦਿੱਤੀ ਹੈ ਕਿ ਉਹਨੂੰ ਲੱਗਦਾ ਕਿ ਜੇ ਮੈਂ ਆਹ ਵਾਲੇ $30 ਬਚਾ ਲਏ ਤੇ ਮੇਰਾ ਪਤਾ ਨਹੀਂ ਕੀ ਹੋ ਜਾਣਾ। ਉਹ ਜਿਹੜੀ ਮਾਨਸਿਕਤਾ ਬਣਾ ਦਿੱਤੀ ਹੈ ਨਾ ਅਸੀਂ ਲੋਕਾਂ ਦੀ ਕਿ ਇਹ ਖਰਚ ਨਹੀਂ ਰਿਹਾ ਤੂੰ, ਇਹ ਤੂੰ ਬਚਾ ਰਿਹਾ ਵੈ, ਔਰ ਉਹ ਬਚਾਉਣ ਲਈ ਉਹ ਆਪਣੀ ਜਾਨ ਨੂੰ ਖਤਰੇ ਤੇ ਪਾਉਣ ਨੂੰ ਤਿਆਰ ਹੋ ਜਾਂਦਾ ਵੈ ਔਰ ਸਮਾਜ ਨੂੰ ਖਤਰੇ ਤੇ ਪਾਉਣ ਨੂੰ ਤਿਆਰ ਹੋ ਜਾਂਦਾ ਵੈ, ਆਪਣੀ ਸਾਰੀ ਇਖਲਾਕ ਨੂੰ ਛੱਡ ਦਿੰਦਾ ਵੈ। ਇਹ ਥੋੜਾ ਕੁ ਉੱਥੇ ਗਹਿਰਾ ਜਾਣ ਵਾਲੀ ਗੱਲ ਹੈ। ਲੋਕਾਂ ਦੇ ਤਾਂ ਮੈਂ ਇੰਨਾ ਕਸੂਰ ਨਹੀਂ ਕਹਿੰਦਾ, ਲੋਕੀ ਤੇ ਟ੍ਰੇਨ ਕੀਤੇ ਗਏ ਆ ਸਿਸਟਮ ਦੇ ਥਰੂ 1980 ਤੋਂ ਬਾਅਦ। ਐਕਚੁਅਲੀ ਲੋਕਾਂ ਨੂੰ ਟ੍ਰੇਨ ਕੀਤਾ ਹੋਇਆ ਵਾ ਕਿ ਤੁਸੀਂ ਭਜਣਾ ਵੈ, ਇਹ ਬਚਤਾਂ ਪਿੱਛੇ, ਇਹ ਬਚਤਾਂ ਕਰ ਲੋਗੇ ਤੇ ਤੁਸੀਂ ਕੁਝ ਕਮਾ ਲਓਗੇ। ਐਕਚੁਅਲੀ ਉਹ ਕਮਾ ਨਹੀਂ ਰਹੇ, ਐਕਚੁਅਲੀ ਉਹ ਖਰਚ ਹੀ ਰਹੇ ਆ, ਲੇਕਿਨ ਉਹ ਇੱਕ ਆਈਡੀਆ ਦੇਤਾ ਕਿ ਨਹੀਂ, ਬੇਸਿਕਲੀ ਤੁਸੀਂ ਕਮਾ ਰਹੇ ਹੋ, ਤੁਸੀਂ ਸੇਵ ਔਨ ਫੂਡਸ। ਇਹ ਕੋਈ ਨਾਮ ਹੈ ਕਿ ਸਟੋਰ ਦਾ, ਕਦੀ ਸੁਣਿਆ ਨਹੀਂ ਇਹੋ ਜਿਹਾ ਨਾਮ 80 ਤੋਂ ਪਹਿਲਾਂ? ਸੇਵ ਔਨ ਫੂਡਸ, ਲਾਈਕ ਯੂ ਆਰ ਨਾਟ ਸੇਵਿੰਗ। ਸੋ ਦ ਹੋਲ ਆਈਡੀਆ ਇਜ਼ ਕ੍ਰੂਕਡ। ਲੋਕਾਂ ਦਾ ਕਸੂਰ ਨਹੀਂ ਹੈਗਾ, ਸਿਸਟਮ ਦਾ ਕਸੂਰ ਹੈ ਜਿਹਨੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਹੈ ਕਿ ਇਹਨੂੰ ਇਸ ਤਰੀਕੇ ਨਾਲ ਸਮਝ ਤੇ ਇਹਦੇ ਪਿੱਛੇ ਭੱਜ, ਔਰ ਭੱਜੀ ਜਾ। ਔਰ ਉਹ ਉਸ ਪਰਟੀਕੂਲਰ ਇੰਸਟੈਂਸ ਦੇ ਵਿੱਚ 100% ਉਸ ਬੰਦੇ ਦਾ ਕਸੂਰ ਹੈ ਜਿਹਨੇ ਐਡ ਕੀਤੀ ਔਰ ਉਹਨੇ ਪ੍ਰੀਪੇਅਰ ਨਹੀਂ ਕੀਤਾ। ਉਹਨੂੰ ਪੈਨਲਟੀ ਹੋਣੀ ਚਾਹੀਦੀ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਥੈਂਕ ਯੂ ਵੈਰੀ ਮਚ। ਧੰਨਵਾਦ। ਹਾਂਜੀ ਭਾਈ ਸਾਹਿਬ। ਹਾਂਜੀ, ਫਿਰ ਇਹਨਾਂ ਸਿਟੀ ਨੇ ਗੱਲ ਨਹੀਂ ਸੁਣੀ। ਬਾਅਦ ਚ ਜਦੋਂ ਜ਼ਿਆਦਾ ਰੌਲਾ ਪੈਣ ਤੋਂ ਬਾਅਦ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਕਾਲ ਕੀਤੀ। ਫਿਰ ਹੈਲਥ ਡਿਪਾਰਟਮੈਂਟ ਨੇ ਫਿਰ ਕੈਲਗਰੀ ਸਿਟੀ ਨੂੰ ਕਿਹਾ, ਉਹਨਾਂ ਨੇ ਫਿਰ ਪੁਲਿਸ ਭੇਜੀ। ਇਹਨੇ ਵਿੱਚ ਉੱਥੇ ਤਾਂ ਲਾਈਵ ਔਨ ਲੋਕੇਸ਼ਨ ਵੀ ਲੱਗੀ ਪਈ, ਮੁੜ ਕੇ ਡੰਡਾ ਡੋਰੀਆ ਲੈ ਕੇ ਭੱਜ ਗਏ ਜਦੋਂ ਉਹਨਾਂ ਆਖਿਆ ਵੀ ਤੁਸੀਂ ਤਾਂ ਇੱਥੇ ਭੀੜ ਨੂੰ ਇਨਕਰਜ ਕਰ ਰਹੇ ਆ, ਤੇ ਉਹਨਾਂ ਦੇ ਕੋਈ ਜਵਾਬ ਨਹੀਂ ਆ ਕੇ ਦਿੱਤਾ। ਇਸ ਕਰਕੇ ਇਹਦੇ ਵਿੱਚ ਲੋਕਾਂ ਦੀ ਤਾਂ ਐਕਸਾਈਟਮੈਂਟ ਹੁੰਦੀ ਆ, ਪਰ ਇਹ ਜਿਹੜਾ ਕੰਟਰੋਲ ਇਹ ਹੋ ਸਕਦੀ ਸੀ, ਇਹ ਮੀਡੀਆ ਨੇ ਤੇ ਸਟੋਰ ਨੇ ਤੇ ਜਿਹੜੀ ਲੋਕਲ ਗਵਰਨਮੈਂਟ ਦੀ ਬਿਲਕੁਲ ਨਾਕਾਮੀ ਹੋਈ ਇਹਦੇ 'ਚ। ਪਹਿਲੋਂ ਵੀ ਫੇਕ ਖਬਰਾਂ ਸਾਗ ਵਾਲੇ ਮਸਲੇ 'ਚ ਬਦਨਾਮ ਕਰਕੇ ਬੇੜਾ ਗਰਕ ਕੀਤਾ, ਉਹ ਵੀ ਲੋਕਾਂ ਨੇ ਆਪ ਕਿਹਾ। ਜੇ ਤੁਸੀਂ ਕਹੋ ਵੀ ਮੇਰੀ 50 ਏਕੜ ਜ਼ਮੀਨ ਆ ਯਾਰ ਤੇ ਆਪਣਾ ਕੱਲ ਨੂੰ ਪਹਿਲੀ ਵਾਹ ਦੇਣੀ, 2 ਦਿਨ ਰਹਿ ਗਈ ਤੇ ਸਾਗ ਕੱਟ ਲਿਓ, ਜਾ ਕੇ ਲਿਆਓ, ਤੇ ਲੋਕ ਚਲੇ ਗਏ ਜਾ ਕੇ 50-60 ਕਿਲੋਮੀਟਰ ਦੂਰ ਹੈ। ਹੋਰ ਕਿਸੇ ਦਾ ਕਿਸੇ ਨੇ ਢੱਕਾ ਨਹੀਂ ਤੋੜਿਆ ਕਦੀ ਅੱਜ ਤੱਕ। ਉਹ ਹਾਦਾ ਤੂੰ ਸਾਰੇ ਲਾਈਵ ਕਿਸੇ ਨੇ ਉਹ ਖਬਰ ਦੀ ਡੰਗਾਈ 'ਚ ਜਾਣ ਦੀ ਕੋਈ ਗੱਲ ਨਹੀਂ ਕੀਤੀ। ਧੰਨਵਾਦ। ਇਹੀ ਕਹਿਣਾ
ਅੱਛਾ ਸੁਰਿੰਦਰ ਸਿੰਘ ਜੀ, ਹਾਂ ਇਹਨਾਂ ਨੇ ਗੱਲ ਜਿਹੜੀ ਦੱਸੀ ਉਹ ਸਾਗ ਵਾਲੀ ਵੀ ਇੱਕ ਸਾਈਡ ਦੀ ਸਟੋਰੀ ਇਹ ਸੀ ਕਿ ਲੋਕ ਤੋੜਨ ਗਏ। ਦੂਜੀ ਹੁਣ ਭਾਈ ਸਾਹਿਬ ਨੇ ਦੱਸੀ ਆ ਵੀ ਕਿਸੇ ਦੇ 50 ਕਿੱਲੇ ਸੀ, ਉਹ ਕਹਿੰਦੇ ਬਾਦਲੀਆਂ ਤੋੜ ਲਓ ਆ ਕੇ। ਕਈ ਜਿਹੜੇ ਮੈਸੇਜ ਇਹ ਆ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਲੋਕ ਭੋਲੇ ਨੇ, ਲੋਕਾਂ ਦੀ ਕੀ ਗਲਤੀ ਹੈ ਇਹਦੇ 'ਚ। ਲੋਕਾਂ ਨੂੰ ਜਦ ਉਹਨਾਂ ਨੇ ਕਹਿ ਦਿੱਤਾ ਕਿ ਆਹ ਚੀਜ਼ ਫ੍ਰੀ ਮਿਲੂਗੀ ਤੇ ਲੋਕ ਚਲੇ ਗਏ। ਆਮ ਵੀ ਆਪਾਂ ਦੇਖਦੇ ਹਾਂ ਜਦ ਕੋਈ ਓਪਨਿੰਗ ਹੁੰਦੀ ਹੈ, ਜਿੱਥੇ ਕੋਈ ਸੇਲ ਹੁੰਦੀ ਹੈ, ਲੋਕ ਲਾਈਨ 'ਚ ਲੱਗ ਜਾਂਦੇ ਆ। ਹੁਣ ਜਦ ਕੋਈ ਨਵਾਂ ਸਟੋਰ ਖੁੱਲ੍ਹਦਾ ਰਾਤ ਨੂੰ ਬਹਿ ਜਾਂਦੇ ਆ ਲੋਕ, ਤੇ ਹੁਣ ਤਾਂ ਉਹ ਖਤਮ ਹੋ ਗਈ। ਆਪਣਾ ਜਿਹੜੀ ਬਾਕਸਿੰਗ ਡੇ ਸੇਲ ਹੁੰਦੀ ਸੀ ਉਹਦੇ ਲਈ ਰਾਤ ਨੂੰ 1-1 ਵਜੇ ਬਹਿ ਜਾਂਦੇ ਸੀ ਲੋਕ। ਸੋ ਇੱਕ ਗੱਲ ਇਹ ਵੀ ਹੈ ਵੀ ਇਹ ਗਲਤੀ ਸਟੋਰ ਵਾਲੇ ਦੀ ਹੈ ਵੀ ਉਸਨੇ ਇਹ ਜਦ ਕੀਤਾ ਤਾਂ ਕਿਉਂ ਕੀਤਾ। ਦੂਸਰੇ ਬੰਨੇ ਇਹ ਹੋ ਰਹੀ ਹੈ ਗੱਲ ਵੀ ਲੋਕ ਨਾ ਜਾਣ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ COVID-19 ਦਾ ਕਿੱਡਾ ਇਸ਼ੂ ਆ। ਗੁਰਵੀਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਜਿਹੜਾ ਇਹ ਸਟੋਰ ਆ ਮੇਰੇ ਕੰਮ ਦੇ ਰਾਹ 'ਚ ਆਉਂਦਾ, ਮੈਂ ਉਦੋਂ ਕੰਮ ਤੇ ਜਾ ਰਿਹਾ ਸੀਗਾ ਨਾ ਜੀ। ਤੇ ਪਹਿਲੀ ਗੱਲ ਤਾਂ ਜਿਹੜਾ ਇਹ ਜਿਹੜੇ ਉੱਥੇ ਲੋਕ ਗਏ ਸੀਗੇ ਉਹ ਸਾਡੇ ਜਿਹੜੀ ਕੈਲਗਰੀ ਦੀ ਪੰਜਾਬੀ ਕਮਿਊਨਿਟੀ ਆ ਉਹਦਾ 0.1% ਲੋਕ ਸੀਗੇ ਜਿਹੜੇ ਉੱਥੇ ਗਏ ਸੀਗੇ। 150-200 ਬੰਦਾ ਸੀਗਾ, ਮੈਂ ਆਪ ਦੇਖਿਆ ਹਨਾ। ਤੇ 99.9% ਲੋਕ ਉੱਥੇ ਗਏ ਨਹੀਂ ਹੈਗੇ ਜੀ ਹਨਾ। ਉਹ 0.1% ਲੋਕਾਂ ਦੇ ਆਧਾਰ ਤੇ ਪੂਰੇ ਕੈਲਗਰੀ ਦੇ ਲੋਕਾਂ ਨੂੰ ਉਹਨਾਂ ਦੇ ਤੰਜ ਕੱਢਣੇ, ਪਹਿਲੀ ਗੱਲ ਤਾਂ ਇਹ ਸਹੀ ਨਹੀਂ ਹੈਗਾ ਹਨਾ ਜੀ। ਦੂਜੀ ਗੱਲ ਉਹਦੇ ਵਿੱਚ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ, ਉਹਦੇ ਵਿੱਚ ਵੀ ਮਿਕਸ ਕਮਿਊਨਿਟੀਆਂ ਦੇ ਲੋਕ ਸੀਗੇ ਜਿਹੜਾ ਉੱਥੇ ਇਕੱਠ ਸੀਗਾ ਹਨਾ। ਤੁਸੀਂ ਵੀਡੀਓ, ਹਾਂਜੀ ਤੁਸੀਂ ਵੀਡੀਓ ਦੇਖੀ ਹੋਣੀ, ਉਹਦੇ 'ਚ ਵੀ ਮਿਕਸ ਕਮਿਊਨਿਟੀਆਂ ਦੇ ਲੋਕ ਸੀ, ਇਕੱਲੇ ਪੰਜਾਬੀ ਨਹੀਂ ਸੀਗੇ ਸਾਰੇ ਹਨਾ। ਤੇ ਤੀਜੀ ਗੱਲ ਇਹਦੇ 'ਚ ਮੈਂ ਤਾਂ ਚਲੋ ਲੋਕ ਤਾਂ ਜਿਹੜੇ ਗਏ ਸੀ $15-20 ਦੇ ਕੁੱਕਰ ਪਿੱਛੇ ਉਹਦਾ ਰਿਸਪੌਂਸੀਬਲ ਹੈਗੇ ਹੀ ਆ, ਤੇ ਮੀਡੀਆ ਵੀ ਰਿਸਪੌਂਸੀਬਲ ਆ, ਸਟੋਰ ਦਾ ਮਾਲਕ ਵੀ ਰਿਸਪੌਂਸੀਬਲ ਆ। ਮੀਡੀਆ ਰਿਸਪੌਂਸੀਬਲ ਏਦਾਂ 2 ਵੀਕਾਂ ਤੋਂ ਲੋਕਾਂ ਨੂੰ ਇਨਕਰੇਜ ਕੀਤਾ ਜਾ ਰਿਹਾ ਸੀਗਾ ਵੀ ਉੱਥੇ ਬਹੁਤ ਸਸਤਾ ਸਮਾਨ ਹੋਣਾ ਹਨਾ, ਤੇ ਤੁਹਾਨੂੰ ਕੁੱਕਰ ਫ੍ਰੀ ਦੇਣੇ ਆ 2 ਵੀਕਾਂ ਤੋਂ ਉਹਨਾਂ ਨੂੰ। ਪਰ ਉਹਨਾਂ ਨੇ ਸੋਸ਼ਲ ਡਿਸਟੈਂਸ ਦੀ ਗੱਲ ਨਹੀਂ ਕੀਤੀ ਹੈਗੀ ਹਨਾ ਜੀ। ਹੁਣ ਲਾਈਵ ਆਉਣ ਲੱਗੇ ਸਾਨੂੰ ਰੈਡ FM ਦਾ, ਮੈਂ ਸਿੱਧਾ ਨਾਂ ਲੈਣਾ ਹਨਾ, ਰੈਡ FM ਦਾ ਲਾਈਵ ਆਉਣ ਲੱਗੇ ਸਾਨੂੰ ਲੱਗਿਆ ਹੋਇਆ ਸੀ ਉੱਥੇ। ਲਾਈਵ ਆਉਣ ਲੱਗੇ ਸਾਨੂੰ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪਣੇ ਕਸਟਮਰ ਦੇ ਨਾਲ ਖੜ ਕੇ ਉਸ ਜਗ੍ਹਾ ਤੇ ਸਮਾਨ ਵੇਚ ਰਹੇ ਹੋ। ਲਾਈਵ ਆਉਣ ਲੱਗੇ ਸਾਨੂੰ ਦਾ ਮਤਲਬ ਤਾਂ ਇਹੀ ਹੁੰਦਾ ਨਾ ਜੀ, ਤੇ ਵੀ ਤੁਸੀਂ ਆਪਣੇ ਕਸਟਮਰ ਦੇ ਨਾਲ ਖੜ ਕੇ ਸਮਾਨ ਉੱਥੇ ਵੇਚ ਰਹੇ ਹੋ। ਜਦੋਂ ਰੈਡ FM ਨੇ ਲਾਈਵ ਆਉਣ ਲੱਗੇ ਸਰ ਕੀਤਾ ਸੀ ਉੱਥੇ, ਤੇ ਇਹਨਾਂ ਨੇ ਸਟੋਰ ਤੋਂ ਵਾਅਦਾ ਨਹੀਂ ਲਿਆ ਇਹ ਗੱਲ ਦਾ ਵੀ ਤੁਸੀਂ ਇੱਥੇ ਸੋਸ਼ਲ ਡਿਸਟੈਂਸ ਦਾ ਜਿਹੜਾ ਹੈਗਾ ਉਹ ਖਿਆਲ ਰੱਖਣਾ। ਇਹ ਮੈਂ ਪੂਰੀ ਰਿਸਪੌਂਸੀਬਿਲਟੀ ਸਮਝਦਾ ਇਹਦੀ ਰੈਡ FM ਦੀ ਵੀ। ਰੈਡ FM ਉੱਥੇ ਈਵਨ ਉੱਥੇ ਟੈਂਟ ਲੱਗੇ ਹੋਏ ਸੀ, ਨਿਊਜ਼ਾਂ ਦੇ ਵਿੱਚ ਫੋਟੋਆਂ ਵੀ ਆਈਆਂ ਨੇ ਰੈਡ FM ਦੀਆਂ, ਉਦੋਂ ਤੱਕ ਵੀ ਉਹ ਬੋਲੇ ਨਹੀਂ ਜਦੋਂ ਤੱਕ ਬਾਹਰ ਲੋਕ ਇਕੱਠੇ ਖੜੇ ਸੀਗੇ। ਫਿਰ 9 ਵਜੇ ਦਾ ਟਾਈਮ ਦੇ ਕੇ 12 ਵਜੇ ਸਟੋਰ ਖੋਲੇ ਉਹਨਾਂ ਨੇ ਜੀ ਹਨਾ। ਉਸ ਤੋਂ ਬਾਅਦ ਲੋਕ ਧੱਕਾ ਦੇ ਕੇ ਅੰਦਰ ਗਏ। ਇਹ ਮੀਡੀਆ ਦੀ ਤੇ ਜੇ ਆਪਣੇ ਜਿਹੜੀ ਹੈਗੀ ਆਹ ਸਟੋਰ ਦੇ ਜਿਹੜਾ ਮੈਨੇਜਮੈਂਟ ਆ ਉਹਨਾਂ ਦੀ ਰਿਸਪੌਂਸੀਬਿਲਟੀ ਹੈ ਜੀ। ਪਹਿਲਾਂ ਮੀਡੀਆ ਨੇ ਸਾਗ ਦੇ ਮਾਮਲੇ ਵਿੱਚ ਕੈਲਗਰੀ ਨੂੰ ਪੂਰਾ ਉਹ ਜਿਹੜੇ ਹੈਗੇ ਸੀਗੇ ਭੱਦੇ ਕਮੈਂਟ ਜਾਂ ਤੰਜ ਕਸੇ। ਹੁਣ ਗੱਲ ਮੈਂ CN 'ਚ ਕੰਮ ਕਰਦਾ ਜੀ, ਮੇਰੇ CN ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਹਨਾ, ਉਸ ਕੰਪਨੀ ਦਾ ਮਾਲਕ ਜਿਹੜਾ ਓਨਰ ਆਪਰੇਟਰ ਉਸ ਫਾਰਮ ਦਾ ਮਾਲਕ ਸੀਗਾ ਜੀ। ਉਹਨੇ ਸਾਡੀ ਕੰਪਨੀ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਬਈ ਸਾਗ ਤੋੜ ਲਿਆਓ ਜਿਹਨੂੰ ਸਾਗ ਚਾਹੀਦਾ। ਉਦੋਂ ਬਾਅਦ ਉਹ ਮੈਸੇਜ ਹੋਰਾਂ ਗਰੁੱਪਾਂ 'ਚ ਫਾਰਵਰਡ ਹੋਇਆ, ਉਹਨੇ ਆਪ ਕੀਤਾ ਹਨਾ, ਤੇ ਹੁਣ ਉਹ ਭਾਈ ਫੋਨ ਬੰਦ ਕਰੀ ਬੈਠਾ। ਲੋਕ ਸਾਗ ਤੋੜਨ ਚਲੇ ਗਏ, ਕਹਿਣ ਦੇ ਲੋਕ ਸਾਗ ਤੋੜਨ ਗਏ ਜੀ ਉੱਥੇ ਹਨਾ। ਤੇ ਉੱਥੇ ਅੱਗੇ ਉਹਨੇ ਫਾਰਮ ਕਿਸੇ ਗੋਰੇ ਨੂੰ ਲੀਜ਼ ਤੇ ਦਿੱਤਾ ਹੋਇਆ ਸੀਗਾ, ਉਹ ਲੋਕਾਂ ਨੂੰ ਦੱਸਿਆ ਨਹੀਂ। ਉਹਨੇ ਇਹ ਦੱਸਤਾ ਵੀ ਮੇਰੀ ਜ਼ਮੀਨ ਆ ਤੋਂ ਸਾਗ ਤੋੜ ਲਿਆਓ, ਪਰ ਇਹ ਨਹੀਂ ਦੱਸਿਆ ਵੀ ਮੈਂ ਅੱਗੇ ਉਹ ਫਾਰਮ ਕਿਸੇ ਗੋਰੇ ਨੂੰ ਲੀਜ਼ ਤੇ ਦਿੱਤਾ ਹੋਇਆ। ਤੇ ਉਹ ਗਵਾਂਢੀ ਗੋਰੇ ਨੇ ਲੋਕ ਪੁਲਿਸ ਨੂੰ ਕਾਲ ਕਰਤੀ ਉੱਥੇ। ਸੋ ਪਲੀਜ਼ ਮੈਂ ਕਹਿੰਦਾ ਵੀ ਹਾਂਜੀ ਆਪਣੇ ਬੰਦੇ ਦਾ ਫਾਰਮ, ਹਾਂਜੀ ਫਾਰਮ ਆਪਣੇ ਬੰਦੇ ਦਾ ਸੀਗਾ, ਉਹਨੇ ਅੱਗੇ ਗੋਰੇ ਨੂੰ ਉਹ ਲੀਜ਼ ਤੇ ਦਿੱਤਾ ਹੋਇਆ ਸੀਗਾ। ਮੇਰੀ ਕੰਪਨੀ 'ਚ ਕੰਮ ਕਰਦਾ ਜੀ ਉਹ ਬੰਦਾ ਜਿਹਦਾ ਫਾਰਮ ਸੀਗਾ, ਉਹਨੇ ਸਾਡੀ ਕੰਪਨੀ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਜੀ, ਮੇਰੇ ਕੋਲ ਸਕਰੀਨਸ਼ਾਟ ਪਿਆ ਉਹਦਾ। ਉਹਨੇ ਸਾਡੀ ਕੰਪਨੀ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ, ਉਹਨੇ ਫਾਰਵਰਡ ਕੀਤਾ ਐਕਚੁਅਲੀ ਸਾਡੀ ਕੰਪਨੀ ਦੇ ਗਰੁੱਪ ਦੇ ਵਿੱਚ। ਉਹਨੇ ਕਿਤੇ ਹੋਰ ਵੀ ਮੈਸੇਜ ਪਾਇਆ ਹੋਣਾ, ਉਹ ਹੋਰ ਵੀ ਗਰੁੱਪਾਂ 'ਚ ਮੈਸੇਜ ਪਾਏ ਹੋਣੇ, ਜਿਹੜਾ ਉਹਨੇ ਸਾਡੀ ਕੰਪਨੀ ਦੇ ਗਰੁੱਪ 'ਚ ਫਾਰਵਰਡ ਕੀਤਾ। ਉਹਦਾ ਫਾਰਮ ਸੀਗਾ, ਅੱਗੇ ਉਹਨੇ ਗੋਰੇ ਨੂੰ ਲੀਜ਼ ਤੇ ਦਿੱਤਾ ਹੋਇਆ ਸੀਗਾ। ਜਿਹੜੇ ਗੋਰੇ ਨੇ ਪੁਲਿਸ ਬੁਲਾਈ ਆ ਉਹ ਗੋਰਾ ਗਵਾਂਢੀ ਸੀਗਾ ਜੀ, ਉਹ ਖੇਤ ਵਾਲਾ ਗੋਰਾ ਨਹੀਂ ਸੀਗਾ ਜਿਹਨੇ ਉਹ ਖੇਤ ਲੀਜ਼ ਤੇ ਲਿਆ ਹੋਇਆ। ਹੁਣ ਉਹ ਭਾਈ ਫੋਨ ਬੰਦ ਕਰਕੇ ਘਰੇ ਬੈਠਾ, ਟਰੱਕ ਦੇ ਡਰਾਈਵਰ ਚਾੜਿਆ ਹੋਇਆ। ਕਿਸੇ ਨਾ ਕਿਸੇ ਦੇ ਲਈ ਉਹ ਕੈਲਗਰੀ ਦੇ ਲੋਕ ਸਾਗ ਚੋਰ ਕਹਿਣ ਲੱਗੇ। ਹੁਣ ਮੀਡੀਆ ਨੇ
ਸਿਰਫ ਦੋ ਗੱਲਾਂ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ। ਸਾਡੇ ਕੈਲਗਰੀ ਦੇ ਲੋਕਲ ਮੀਡੀਆ ਨੇ ਸਾਰੇ ਹੀ ਆਉਂਦੇ ਉਹਦੇ 'ਚ। ਇਹ ਦੋ ਗੱਲਾਂ ਦੀ ਇਨਵੈਸਟੀਗੇਸ਼ਨ ਕਰ ਲੈਂਦੇ। ਪਹਿਲੀ ਗੱਲ ਤਾਂ ਇਹ ਵੀ ਪਹਿਲਾਂ ਕਦੇ ਸਾਗ ਕਿਉਂ ਨਹੀਂ ਟੁੱਟਿਆ। ਦੂਜੀ ਗੱਲ ਇਹ ਵੀ ਇੱਕੋ ਖੇਤ ਦੇ ਵਿੱਚੋਂ ਸਾਗ ਕਿਉਂ ਟੁੱਟਿਆ, ਇਹਦਾ ਕੋਈ ਰੀਜ਼ਨ ਹੋਣਾ। ਉਹ ਲੋਕ ਉੱਥੋਂ $500 ਦੀਆਂ ਟਿਕਟਾਂ ਲੈ ਕੇ ਆਏ ਨੇ ਜੀ। ਧੰਨਵਾਦ ਗਿੱਲ ਸਾਹਿਬ, ਬਸ ਇੰਨੀ ਗੱਲ ਹੀ ਕਹਿਣੀ ਸੀਗੀ ਵੀ ਇਹ ਮੀਡੀਆ ਨੂੰ ਥੋੜਾ ਜਿਹਾ ਰਿਸਪੌਂਸੀਬਲ ਹੋਣਾ ਬਣਦਾ ਜੀ ਇਸ ਚੀਜ਼ ਦੇ ਵਿੱਚ। ਬਿਲਕੁਲ ਠੀਕ ਹੈ, ਧੰਨਵਾਦ ਜੀ। ਥੈਂਕ ਯੂ। 2 ਕਾਲਰ ਹੋਰ ਨੇ ਜੀ, ਉਸ ਤੋਂ ਬਾਅਦ ਗੱਲਬਾਤ ਆਪਾਂ ਲੋਕਲ ਜਿਹੜਾ ਇਸ਼ੂ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਚੱਲ ਰਹੀ ਹੈ ਉਸ ਦੀ ਗੱਲ ਕਰਾਂਗੇ। ਲਖਵੀਰ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ 1980 ਚ ਇੱਥੇ ਆਇਆ ਸੀ ਤੇ ਸਾਡੇ ਬਲੱਡ 'ਚ ਹੀ ਆ ਇਹ ਸੇਵਿੰਗ। ਅੱਛਾ ਜੀ। ਹਾਂਜੀ, ਜਦੋਂ ਮੈਂ 1980 ਚ ਸਭ ਤੋਂ ਛੋਟੇ ਤੇ ਸਭ ਤੋਂ ਵੱਡੇ ਸ਼ਹਿਰ 'ਚ ਆਇਆ ਸੀ, ਗੋਲਡਨ ਹੈਰੀਟੇਜ ਗੋਲਡਨ ਜੀ। ਅੱਛਾ ਜੀ। ਉੱਥੇ ਮੈਂ ਨਵਾਂ ਮੈਨੂੰ ਪਤਾ ਨਹੀਂ ਸੀ, ਉੱਥੇ ਸੇਲ ਲੱਗੀ ਸਾਬਣ ਦੀ। ਅੱਛਾ ਜੀ। ਉਹ ਚੱਕ ਕੇ ਮੈਨੂੰ ਵੀ ਨਾਲ ਲੱਗ ਖੜ ਜਾ ਲੈਣ 'ਚ ਤੇ ਅਸੀਂ ਸਾਬਣ ਚੱਕਿਆ ਤੇ ਉਹ ਜਿਹੜੀ ਕਾਊਂਟਰ ਤੇ ਕੁੜੀ ਕੰਮ ਕਰਦੀ ਸੀ ਉਹਨੂੰ ਪੰਜਾਬੀਆਂ ਦਾ ਤਾਂ ਸਿੱਖਾਂ ਦਾ ਇੰਨਾ ਜਾਣੇ ਪਤਾ ਨਹੀਂ ਸੀ ਵੀ ਪੰਜਾਬੀ ਕੌਣ ਆ। ਉਹ ਕਹਿੰਦੀ ਇਹਨਾਂ ਦੇ ਲੋਕਾਂ ਦੇ ਜ਼ਿਆਦਾ ਮੈਲ ਲੱਗੀ ਉਹ ਆਪਣੇ ਚੱਕੀ ਜਾਂਦੇ ਆ। ਫਿਰ ਉਹ ਤੋਂ ਬਾਅਦ ਅਸੀਂ ਆ ਗਏ ਐਵਸਫੋਰਡ ਜੀ। 11 ਬੰਦੇ ਤੇ ਜਿਹੜਾ ਇੱਥੇ ਸੀਗਾ ਠੇਕੇਦਾਰ ਉਹਨੇ ਸਾਨੂੰ ਨਾਲ ਲੈ ਜਾਣਾ। ਅੰਕ ਸਟੋਰ ਹੁੰਦਾ ਸੀ ਪੁਰਾਣਾ ਕਲੀਅਰ ਬਰੁੱਕ ਤੇ। ਅੱਛਾ ਜੀ। ਉੱਥੇ ਲੱਗਾ ਘੇ। ਉਹਨੇ ਡਾਲਾ ਬਣਾਈ ਜਾਣਾ, ਘੇ ਦੀ ਟਿੱਕੀ ਚੱਕੀ ਜਾਣੀ। ਉਹਨੇ ਕਹਿੰਦੇ ਇੱਕੋ ਘੇ ਹੀ ਲੈਂਦੇ ਆ ਇਹ ਤੇ ਦੂਜੀ ਚੀਜ਼ ਕੋਈ ਲੈਂਦੇ ਨਹੀਂ। ਇਹ ਆਪਣੇ ਬਲੱਡ 'ਚ ਹੀ ਆ। ਜਿੱਦਾਂ ਹੁਣ ਸਿੱਧਰ ਨੂੰ ਚਾਹੀਦਾ ਬੰਦਿਆਂ ਨੂੰ ਵੀ ਕੀ ਕੁਝ ਆ। ਉਦੋਂ ਤਾਂ ਹੋਇਆ ਨਾ ਸੀ ਬਿਮਾਰੀ ਵਾਲਾ ਕੰਮ। ਉਦੋਂ ਤਾਂ ਸਿੱਧੀ ਲੈ ਲੱਗ ਜਾਂਦੀ ਹੁੰਦੀ ਸੀ। ਹਾਂਜੀ, ਧੰਨਵਾਦ ਲਖਵੀਰ ਸਿੰਘ ਜੀ। ਬਿਲਕੁਲ। ਇੰਦਰ ਸਿੰਘ ਜੀ, ਆਖਰੀ ਕਾਲਰ, ਲਾਈਨ 5। ਹੈਲੋ, ਹਾਂਜੀ ਸੌਰੀ ਗਿੱਲ ਸਾਹਿਬ, ਮੈਂ ਫੇਰ ਆਇਆ। ਹਾਂਜੀ ਬਾਈ ਜੀ। ਹਾਂਜੀ ਹਾਂਜੀ, ਮੈਂ ਕਿਹਾ ਇਹਦੇ ਪਿੱਛੇ ਨਾ ਲੋਕਾਂ ਖਰਬੂਜਾ ਵੇਖ ਕੇ ਖਰਬੂਜਾ ਵੀ ਰੰਗ ਫੜ ਜਾਂਦਾ। ਹੁਣ ਜਿੱਦਾਂ ਦੇ ਆਪਣੇ ਵੱਡੇ ਹਾਈ ਲੈਵਲ ਤੇ ਲੀਡਰ ਆ, ਲੋਕਾਂ ਨੂੰ ਇਹ ਜਦੋਂ ਪਤਾ ਲੱਗਦਾ ਵੀ ਇੰਨੇ ਸਕੈਮ ਹੋ ਰਹੇ ਆ, ਲੋਕ ਕਹਿੰਦੇ ਯਾਰ ਅਸੀਂ ਤੇ ਬਸ ਟੈਕਸ ਦੇਣ ਜੋਗੇ ਰਹਿ ਗਏ, ਚਲੋ ਇੱਧਰੋਂ ਹੀ ਬਚਾ ਲਓ। ਦੂਜੀ ਗੱਲ, ਇੱਥੇ ਮੈਨੂੰ ਕਿਸੇ ਨੇ ਕਿਹਾ ਵੀ ਫੇਸਬੁੱਕ ਤੇ ਆ ਕੋਈ ਥੁਕਲਮ ਨਾਂ ਦਾ ਕਿ ਪਤਾ ਨਹੀਂ ਕਿਹੜਾ ਬੰਦਾ, ਉਹ ਪਰਸਨਲੀ ਇਹ ਅਕਾਊਂਟ ਨੂੰ ਆਟਾ ਦਾਲ ਸਕੀਮ ਨਾਲ ਜੋੜੀ ਜਾ ਰਿਹਾ। ਉਹਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਤੁਹਾਡੇ ਆਟਾ ਦਾਲ ਸਕੀਮ ਤੇ ਗੰਦੀ ਰਾਜਨੀਤੀ ਉੱਥੋਂ ਦੀ, ਉਹਦਾ ਅਜੇ ਵੀ ਵਿਰੋਧ ਕਰਦੇ, ਡਟ ਕੇ ਕਰਦੇ ਰਵਾਂਗੇ। ਤੇ ਇੱਥੋਂ ਦੇ ਜਿਹੜੇ 0.1% ਬੰਦਿਆਂ ਦੀ ਸਾਰੇ ਕੈਲਗਰੀਆਂ ਦੀ ਸੋਚ ਨਹੀਂ ਬਦਲ ਸਕਦੀ। ਤੇ ਆਪਦਾ ਮਾੜਾ ਜਿਹਾ ਨਾ ਮੰਜੀ ਥੱਲੇ ਸੋਟਾ ਮਾਰ ਕੇ ਪਾਇਆ ਕਰੋ ਵੀ ਤੁਹਾਡੀ ਛੱਜ ਤਾਂ ਬੋਲੇ। ਉਹਨੇ ਆਖਿਆ ਵੀ ਛਾਨਣੀ ਕਿਉਂ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਇੱਕ ਗੱਲ ਮੇਰੇ ਦਿਮਾਗ 'ਚ ਆਉਂਦੀ ਹੈ, ਚਲੋ ਸਾਗ ਫਰੈਸ਼ ਸੀ, ਪਰ 50 ਕਿਲੋਮੀਟਰ ਦੂਰ ਸਾਗ ਤੋੜਨ ਜਾਣਾ ਤੇ ਗੈਸ, ਤੇ ਉਹ ਮੈਨੂੰ ਨਹੀਂ ਸਮਝ ਲੱਗਦਾ ਕਿ ਉਹਦਾ ਲੌਜਿਕ ਕੀ ਸੀ। ਜੀ ਜਾ ਕੇ ਤੁਸੀਂ ਸਾਗ ਤੋੜਨ $1.5-2 ਦੀ ਉਹ ਗੁੱਛੀ ਜੀ ਆ ਜਾਂਦੀ ਹੈ, ਡਾਲਰ ਦੀ ਆ ਜਾਂਦਾ, ਬਾਥੂ ਆ ਜਾਂਦਾ $1 ਦੀ ਆ ਜਾਂਦੀ ਹੈ, ਤੁਹਾਡੀ ਪਾਲਕ $5-4 ਦੀ ਗੱਲ ਹੈ ਤੇ ਉਹ ਬੇਹਾ ਹੋ ਹੀ ਜਾਣਾ। ਹਾਂ, ਜੇ ਉਹਨੂੰ ਫਰੀਜ਼ ਫਰੂਜ਼ ਕਰ ਲਿਆ ਹੋਵੇ, ਪਰ ਜਿਹੜਾ ਬੈਗ ਭਰੇ ਹੋਏ ਸੀ ਉਹ ਤਾਂ ਇਹ ਸੀ ਬਈ ਵਾਕਈ ਉਹ ਇਹ ਠੀਕ ਹੈ ਵੀ ਇਸ ਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਸੀ, ਇਹਦਾ ਇੱਕ ਹੋਰ ਐਸਪੈਕਟ ਕੀ ਹੈ। ਪਰ ਫਿਰ ਵੀ ਮੈਂ ਭਾਈਚਾਰੇ ਨੂੰ ਬੇਨਤੀ ਕਰਦਾ, ਬਹੁਤ ਕੁਛ ਆਪਾਂ ਨੂੰ ਬਖਸ਼ਿਆ, ਆਪਣੇ ਕੋਲ ਬਹੁਤ ਕੁਝ ਹੈ ਘਰਾਂ ਦੇ ਵਿੱਚ, ਘਰ-ਬਾਰ, ਪੈਸਾ ਧੇਲਾ, ਪਰ ਇੰਨੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਿਆ ਕਰੋ। ਸਸਤਾ ਜਿਹੜਾ ਕਿਤੇ ਹੈ, ਕੋਈ ਵੀ ਚੀਜ਼ ਕੁਛ ਵੀ ਹੋਵੇ, ਪਰ ਆਪਾਂ ਆਪਣੇ ਥੋੜ੍ਹੀ ਬਹੁਤੇ ਸਤਿਕਾਰ ਨੂੰ ਰੱਖੀਏ। ਚੰਗੇ ਹੀ ਨਹੀਂ ਲੱਗਦੇ ਤੁਸੀਂ ਲਾਈਨਾਂ 'ਚ ਖੜੇ ਧੱਕੇ ਖਾਂਦੇ $10-15 ਦੇ ਕੁੱਕਰ ਪਿੱਛੇ ਜਾਂ $5-4 ਦੇ ਸਾਗ ਪਿੱਛੇ। ਅਸੀਂ ਆਪਣੇ ਆਪ ਤੋਂ ਵੀ ਸਥਿਰ ਹੋਈਏ। ਵਪਾਰਕ ਸੰਦੇਸ਼ਾਂ ਤੋਂ ਬਾਅਦ ਗੱਲਬਾਤ ਜਿਹੜਾ ਵੱਡਾ ਇੱਕ ਇਸ਼ੂ ਹੋਇਆ, ਬਾਕੀ ਚਲ ਛੱਡ ਦਈਏ ਇਹਨੂੰ, ਤਾਂ ਗੁਰੂ ਮਹਾਰਾਜ ਦੇ ਸਰੂਪਾਂ ਤੇ ਜਿਹੜੀ ਉਹਨਾਂ ਦੀ ਛਪਾਈ ਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਵੀ ਆਇਆ ਇਹਦੇ ਵਿੱਚ। ਉਹ ਕੀ ਸਾਰਾ ਇਸ਼ੂ ਹੋਇਆ, BC ਗੁਰਦੁਆਰਾ ਸਾਹਿਬ ਜਿਹੜੇ ਗੁਰਦੁਆਰਾ ਕੌਂਸਲ ਦੇ ਸਪੋਕਸਪਰਸਨ ਹੈ ਮਨਿੰਦਰ ਸਿੰਘ, ਤੇ ਉਸ ਤੋਂ ਬਾਅਦ ਹਰਦੀਪ ਸਿੰਘ ਜੀ ਨਿੱਜਰ ਮੁੱਖ ਸੇਵਾਦਾਰ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ,
ਇਹ ਤੁਹਾਡੇ ਨਾਲ ਗੱਲਬਾਤ ਕਰਨਗੇ। ਤੁਹਾਡਾ ਵੀ ਕੋਈ ਸਵਾਲ ਹੋਇਆ, ਤੁਹਾਡੇ ਸਵਾਲ ਵੀ ਲਵਾਂਗੇ, ਤੁਸੀਂ ਵੀ ਸਿੱਧੀ ਇਹਨਾਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ। ਵਪਾਰਕ ਸੰਦੇਸ਼ ਮੁੜ ਕੇ ਆਉਣਾ। ਜਿਸ ਤਰ੍ਹਾਂ ਪਹਿਲਾਂ ਸੰਗਤਾਂ ਨੂੰ ਪਤਾ ਹੀ ਹੈ, ਪਿਛਲੇ 15 ਦਿਨਾਂ ਤੋਂ ਇੱਕ ਬਹੁਤ ਵੱਡਾ ਇਸ਼ੂ ਕਮਿਊਨਿਟੀ ਦੇ ਵਿੱਚ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਉਹ ਬਿਨਾਂ ਅਕਾਲ ਤਖਤ ਸਾਹਿਬ ਤੇ SGPC ਦੀ ਪ੍ਰਵਾਨਗੀ ਤੋਂ ਸਰੀ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜੇ ਛਾਪੇ ਗਏ। ਇਸ ਤੇ ਜਦ ਪਿਛਲੇ ਹਫ਼ਤੇ ਮੀਡੀਆ ਦੇ ਵਿੱਚ ਗੱਲ ਆਈ, ਤੋਂ ਪਹਿਲਾਂ ਰੋਸ ਗੁਰੂ ਘਰ ਦੇ ਵਿੱਚ ਇੱਕ ਜਿਹੜੀ ਮੀਟਿੰਗ ਹੋਈ, ਉਸ ਮੀਟਿੰਗ ਤੋਂ ਬਾਅਦ ਇਹ ਗੱਲ ਚੱਲ ਪਈ। ਕਮਿਊਨਿਟੀ ਦੇ ਵਿੱਚ ਇਹ ਗੱਲ ਚੱਲ ਤਾਂ ਰਹੀ ਸੀ ਕਿ ਕੀ ਹੋ ਰਿਹਾ, ਕਿਉਂ ਹੋ ਰਿਹਾ, ਪਰ ਕੁਛ ਉਸ ਦੇ ਬਾਰੇ ਪੱਕਾ ਨਹੀਂ ਸੀ ਹੋ ਰਿਹਾ ਵੀ ਕਿੱਥੇ ਹੋ ਰਿਹਾ ਤੇ ਕਿਵੇਂ ਹੋ ਰਿਹਾ। ਫਿਰ BC ਗੁਰਦੁਆਰਾ ਸਾਹਿਬ ਦੀ ਕੌਂਸਲ ਹੈ ਜਿਹੜੀ 8 ਗੁਰਦੁਆਰਾ ਸਾਹਿਬ ਸੁਸਾਇਟੀਆਂ ਉਹਦੇ ਵਿੱਚ, ਤੇ ਉਹਨਾਂ ਦੇ ਸਪੋਕਸਪਰਸਨ ਦੇ ਤੌਰ ਤੇ ਮਨਿੰਦਰ ਸਿੰਘ ਉਹਨਾਂ ਨੇ ਇਸ ਤੇ ਗੱਲਬਾਤ ਕੀਤੀ। ਤੇ ਇਹ ਕਮਿਊਨੀਕੇਸ਼ਨ ਇੱਕ ਟੈਕਟਿਕਸ ਨੇ ਪਿਛਲੇ 5-6 ਦਿਨਾਂ ਦੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਲੈ ਜਿਓ, ਛੱਡ ਜਿਓ, ਕੱਲ ਨੂੰ ਆ ਜਿਓ, ਪਰਸੋਂ ਨੂੰ ਆ ਜਿਓ। ਇਹ ਕੀ ਇਸ਼ੂ ਹੈ? ਅਸੀਂ ਗਾਜਰਾਂ ਖਰੀਦਣ ਜਾਣਾ, ਕੌਮ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਉਹ ਗੱਲ ਜਦ ਗਲਤ ਹੈ ਤਾਂ ਗਲਤ ਹੈ, ਉਸ ਨੂੰ ਸਰੈਂਡਰ ਕਰੋ ਤੇ ਗਲਤੀ ਮੰਨ ਕੇ ਤੇ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਨਿੱਜ ਸਥਾਨਾਂ ਤੇ ਆਪਣੇ ਪਹੁੰਚਣ। ਤੇ ਜਿਹੜੀ ਉਹ ਸਿਆਪੇ ਦੀ ਜੜ ਹੈ, ਜਿਹੜਾ ਲਿਆ ਕੇ ਪ੍ਰਿੰਟਰ ਜਾਂ ਰੱਖਿਆ ਤੇ ਉਹਨੂੰ ਸਿੱਟ ਕੇ ਕਿਸੇ ਗਰ ਵਿੱਚ ਸਿੱਟੋ, ਮੁੜ ਕੇ ਪੰਗਾ ਹੀ ਨਾ ਉਹਦਾ ਸ਼ੁਰੂ ਹੋ ਗਿਆ। ਸੋ ਇਹ PDF ਫਾਈਲ ਕਿੱਥੋਂ ਆਈ, ਕੌਣ ਆਏ ਤੇ ਰੂਪ ਸਿਉਣੀ ਇੱਥੇ ਕਿੱਥੇ ਆਏ ਹੋਏ ਨੇ, ਬਹੁਤ ਲੋਕਾਂ ਦੇ ਸਵਾਲ ਸੀ। ਤਾਂ ਮੇਰੇ ਨਾਲ ਭਾਈ ਮਨਿੰਦਰ ਸਿੰਘ ਨੇ ਹੁਣ ਜਿਹੜੇ ਸਪੋਕਸਪਰਸਨ ਗੁਰਦੁਆਰਾ ਸਾਹਿਬ ਦੇ, ਤੇ ਉਹ ਅਪਡੇਟ ਕਰਨਗੇ ਕਿ ਹੁਣ ਤੱਕ ਕੀ ਗੱਲ ਹੈ। ਭਾਈ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਹੁਣ ਲੇਟੈਸਟ ਕੀ ਹੈ ਜੀ? ਕੀ ਗੱਲ ਚੱਲੀ ਵੀਕਐਂਡ ਤੇ ਗੁਰੂ ਮਹਾਰਾਜ ਦੇ ਸਰੂਪ ਲਿਆਉਣ ਦੀ, ਤੇ ਉਸ ਤੋਂ ਬਾਅਦ ਕਿਉਂ ਨਹੀਂ ਇਹ ਹਾਲੇ ਤੱਕ ਕਲੀਅਰ ਗੱਲ ਹੋਈ? ਧੰਨਵਾਦ ਜੀ ਦੁਆਰਾ। ਫੇਰ ਮਨਿੰਦਰ ਸਿੰਘ ਹੋਣੀ ਮੇਰੇ ਨਾਲ ਹੁਣ ਲਾਈਨ ਤੇ ਨੇ। ਮੈਂ ਕੋਸ਼ਿਸ਼ ਕਰ ਰਿਹਾ ਸੀ ਸਟੂਡੀਓ ਤੋਂ ਗੱਲ ਕਰਨ ਲਈ, ਕੋਈ ਸਿਸਟਮ ਦੀ ਮੁਸ਼ਕਲ ਆ ਰਹੀ ਹੈ। ਮਨਿੰਦਰ ਸਿੰਘ ਜੀ ਧੰਨਵਾਦ ਤੁਹਾਡਾ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਹੁਣ ਆਪਾਂ ਉੱਥੋਂ ਹੀ ਗੱਲ ਤੋਰਨੀ ਆ ਵੀ ਅਪਡੇਟ ਕੀ ਹੈ। ਜਾਂ ਪਿਛਲੇ ਵੀਕ ਆਪਾਂ ਥਰਸਡੇ ਨੂੰ ਸ਼ਾਇਦ ਗੱਲ ਕੀਤੀ, ਉਹਦੇ ਬਾਅਦ ਹੁਣ ਤੱਕ ਸੋਮਵਾਰ ਤੱਕ ਕੀ ਹੋਇਆ ਜੀ? ਹਾਂਜੀ, ਉਸੇ ਥਰਸਡੇ ਜਿੱਥੋਂ ਆਪਣੀ ਗੱਲ ਹੋਈ ਸੀਗੀ, ਉਸੇ ਦਿਨ BC ਗੁਰਦੁਆਰਾ ਕਾਉਂਸਲ ਦੀ ਇੱਕ ਮੀਟਿੰਗ ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਰਬਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ, ਕਿ ਜਿੰਨੇ ਵੀ ਮਹਾਰਾਜ ਦੇ ਸਰੂਪ ਉਹਨਾਂ ਨੇ ਛਾਪੇ ਆ ਤੇ ਨਾਲ ਜਿਹੜੀ ਸੰਬੰਧਿਤ ਪ੍ਰਿੰਟਿੰਗ ਦੇ ਮਸ਼ੀਨ ਦੇ ਨਾਲ ਸਾਰੀ ਇਕੁਇਪਮੈਂਟ ਆ, ਉਹ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਸ਼ਨੀਚਰਵਾਰ 4 ਵਜੇ ਤੱਕ ਜਮ੍ਹਾਂ ਕੀਤੀ ਜਾਵੇ ਤੇ ਉਹ ਸਾਰੇ ਸਰੂਪ ਉੱਥੇ ਲਿਆਏ ਜਾਣ। ਉਹਨਾਂ ਨੇ ਸਾਨੂੰ ਸ਼ਨੀਚਰਵਾਰ ਦੁਪਹਿਰ ਨੂੰ ਇੱਕ ਮੀਟਿੰਗ ਸਾਡੇ ਨਾਲ ਕੀਤੀ, ਜਿਹਦੇ ਵਿੱਚ ਮੈਂ ਗਿਆ ਸੀਗਾ ਉਹਦੇ ਵਿੱਚ, ਤੇ ਜਿਹੜੇ 5 ਸਿੰਘ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਆ, ਭਾਈ ਗੁਰਮੇਲ ਸਿੰਘ ਤੇ ਭਾਈ ਅਵਤਾਰ ਸਿੰਘ ਮੇਰੇ ਨਾਲ ਗਏ ਸੀ। ਇਹ ਸਾਰੀ ਜਾਣਕਾਰੀ ਦਿੰਦੇ ਹੋਏ ਹੋ ਸਕਦਾ ਮੈਂ ਜ਼ਿਆਦਾ ਇਨਫੋਰਮੇਸ਼ਨ ਦੇ ਦੇਵਾਂ, ਪਰ ਘੱਟ ਮੈਂ ਨਹੀਂ ਦੇਣਾ ਚਾਹੁੰਦਾ ਕਿ ਸਾਰੇ ਸੰਗਤਾਂ ਨੂੰ ਪਤਾ ਲੱਗੇ ਕੀ ਵਾਪਰਿਆ। ਸਾਰੀ ਇਨਫੋਰਮੇਸ਼ਨ ਦਿਓ ਜੀ। ਹਾਂਜੀ, ਇਹਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਗਏ। ਮੀਟਿੰਗ ਜਿਹੜੀ ਹੈ ਤਕਰੀਬਨ 2-3 ਘੰਟਿਆਂ ਦੀ ਹੋਈ। ਉਹਦੇ ਵਿੱਚ ਬਹੁਤ ਕੁਝ ਕਿਹਾ ਗਿਆ। ਸਾਨੂੰ ਵੀ, ਮੈਨੂੰ ਦੱਸਿਆ ਗਿਆ ਕਿ ਡਾਇਰੈਕਟਲੀ ਕਿ ਮੈਂ ਡਿਸਓਨੈਸਟ ਹਾਂ। ਮੈਨੂੰ ਇਹ ਵੀ ਕਿਹਾ ਗਿਆ ਕਿ ਤੂੰ ਫਲੈਕਸੀਬਲ ਹੈ ਨਹੀਂ, ਤੂੰ ਕੋਈ ਇਹਦੀ ਸਲਾਹ ਨਹੀਂ ਕਰਨ ਦੇਣੀ ਸਾਨੂੰ। ਮੈਂ ਆਪਣੇ ਵੱਲੋਂ ਵੀ ਜਿਹੜੇ ਮੈਨੂੰ ਉੱਥੇ ਭੇਜਿਆ ਗਿਆ ਸੀ, ਜਿਹੜੇ ਸਿੰਘਾਂ ਤੇ ਸਿੱਖ ਸੰਗਤ ਵੱਲੋਂ, ਮੈਂ ਆਪਣੇ ਵੱਲੋਂ ਵੀ ਜਿਹੜਾ ਜਵਾਬ ਦਿੱਤਾ ਸੀ ਉਹ ਇਹ ਸੀ ਕਿ ਡਿਸਓਨੈਸਟੀ ਉਦੋਂ ਹੁੰਦੀ ਹੈ ਜਦੋਂ ਇਹਨਾਂ ਨੇ ਸਾਨੂੰ ਦੱਸ ਦਿੱਤਾ ਉਸ ਦਿਨ ਕਿ ਵਾਕਈ ਕਿੰਨੇ ਸਰੂਪ ਛਾਪੇ ਸੀਗੇ। ਕਿ ਡਿਸਓਨੈਸਟੀ ਤਾਂ ਉਹ ਹੁੰਦੀ ਹੈ ਜਦੋਂ 15 ਸਰੂਪ ਕਹਿ ਕੇ ਫਿਰ 20 ਕਹਿ ਕੇ ਫਿਰ 62 ਸਰੂਪ ਜਿਹੜੇ ਇਹਨਾਂ ਨੇ ਛਾਪੇ ਸੀਗੇ ਉਹ ਮੰਨੇ ਕਿ ਅਸੀਂ 62 ਸਰੂਪ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਨੇ, ਉਹਦੇ ਵਿੱਚੋਂ 23 ਸਰੂਪ ਜਿਹੜੇ ਆ ਉਹ ਅਸੀਂ ਡਿਸਟਰੀਬਿਊਟ ਵੀ ਕਰ ਹਟੇ ਹਾਂ, ਤੇ ਨਾਲ ਜਿਹੜੇ 39 ਸਰੂਪ ਜਿਹੜੇ ਆ ਉਹ ਹੁਣ ਖਾਲਸਾ ਸਕੂਲ ਨਿਊਟਨ ਦੇ ਵਿੱਚ ਸੁਖਾਸਨ ਦੇ ਵਿੱਚ ਨੇ। ਤੇ ਉਹਨਾਂ ਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ 2 ਡਿਫਰੈਂਟ ਟਾਈਪਸ ਆਫ PDF ਇਹਨਾਂ ਦੇ ਕੋਲ ਆਈ ਸੀ SGPC ਦੀ। ਪਹਿਲੀ PDF ਜਿਹੜੀ ਸੀਗੀ ਉਹਨਾਂ ਨੇ ਪ੍ਰਿੰਟ ਕੀਤੀ, ਉਹ ਤੋਂ ਇੱਕ ਸਰੂਪ ਪੂਰੀ ਤਰ੍ਹਾਂ ਤਿਆਰ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਉਹਦੇ ਵਿੱਚ ਗਲਤੀਆਂ ਸੀਗੀਆਂ ਤੇ PDF ਗਲਤ ਸੀਗੀ। ਉਹ ਪੂਰਾ ਸਰੂਪ ਉਹਨਾਂ ਨੇ ਛਾਪ ਕੇ ਮਗਰੋਂ ਜਦੋਂ ਗਲਤੀਆਂ ਲੱਭੀਆਂ, ਉਹ ਜਿਹੜਾ ਮਹਾਰਾਜ ਦਾ ਸਰੂਪ ਆ ਇਹਨਾਂ ਨੇ ਫਿਰ ਅਗਨਪੇਟ ਉਹਨਾਂ ਦੇ ਸੰਸਕਾਰ ਕਰਨੇ ਪਏ। ਇਹ ਵੀ ਇੱਕ ਬੰਦੇ ਦੀ ਗਲਤੀ ਕਰਕੇ ਇਹ ਸਾਰਾ ਕੁਝ ਹੋਇਆ। ਤੇ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਰੋਸ ਆਇਆ ਉਸ ਗੱਲ ਦੇ ਉੱਤੇ ਕਿ ਸਾਨੂੰ ਉਸ ਦਿਨ ਗੱਲ ਦਾ ਪਤਾ ਲੱਗਿਆ ਸ਼ਨੀਚਰਵਾਰ ਨੂੰ।
ਉਸ ਤੋਂ ਅੱਗੇ ਇਹਨਾਂ ਨੇ ਦੱਸਿਆ ਕਿ ਜਿਹੜੀ ਸੈਕੰਡ PDF ਫਾਈਲ ਹੈ, ਜਦੋਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਇਹ PDF ਫਾਈਲ ਕਿੱਥੋਂ ਲਿਆਂਦੀ, ਤੇ ਇਹਨਾਂ ਦਾ ਜਵਾਬ ਡਾਇਰੈਕਟਲੀ ਰਿਪੁਦਮਨ ਸਿੰਘ ਦਾ ਮੈਨੂੰ ਸੀਗਾ ਕਿ ਚੋਰ ਕਦੇ ਆਪਣੀ ਚੋਰੀ ਦੀ ਗੱਲ ਨਹੀਂ ਕਰਦਾ। ਤੇ ਅਸੀਂ ਕਿਹਾ ਕਿ ਤੁਸੀਂ ਇਹ ਚੋਰੀ ਕਰਵਾਈ ਹੈ? ਕਹਿੰਦਾ ਕਿ ਅਸੀਂ ਦੱਸਣਾ ਨਹੀਂ ਕਿ ਕਿੱਥੋਂ ਆਈ ਹੈ। ਪਰ ਇਹ ਸਾਫ਼ ਸਾਨੂੰ ਪਤਾ ਹੈ ਕਿ ਕੋਈ ਪਰਮਿਸ਼ਨ ਦੇ ਨਾਲ ਨਹੀਂ ਮਿਲੀ ਇਹ PDF ਹੀ। ਇਹ ਵੀ ਉਹਨਾਂ ਨੇ ਇੱਕ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਇਹਨੂੰ ਲਿਆ ਆ। ਅਸੀਂ ਉਹਨਾਂ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹੀ ਉਹ ਕਾਰਨ ਆ ਜਿਹਦੇ ਵਿੱਚ ਪੰਥ ਦੇ ਵਿੱਚ ਇਹ ਦੁਬਿਧਾ ਪੈਦਾ ਹੁੰਦੀ ਆ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਆ, ਇੱਦਾਂ ਕੱਲ੍ਹ ਨੂੰ ਕੋਈ ਵੀ ਸਮਾਨ ਜਿਹੜਾ ਆ ਕਿਸੇ ਦੇ ਪਰਸਨਲ ਕਨੈਕਸ਼ਨ ਦੇ ਰਾਹੀਂ ਇੱਦਾਂ ਦੀਆਂ ਫਾਈਲਾਂ ਕਢਾ ਕੇ ਆਪ ਆਪਣੇ ਘਰ ਦੇ ਵਿੱਚ ਛਾਪ ਸਕਦਾ ਆ। ਤੇ ਤੁਸੀਂ ਜਿੱਦਾਂ ਗਲਤੀ ਕੀਤੀ ਹੈ ਗਲਤ PDF ਦੇ ਨਾਲ, ਇਹੀ ਗਲਤੀਆਂ ਹੋਰ ਵੀ ਕਰ ਸਕਦੇ ਆ ਕਿ ਅਸੀਂ ਮਹਾਰਾਜ ਦੇ ਸਰੂਪ ਦੇ ਨਾਲ ਇਹ ਕਿਹੜੀ ਖਿਲਵਾੜ ਕਰ ਰਹੇ ਹਾਂ ਕਿ ਸਾਡਾ ਗੁਰੂ ਜਿਹੜਾ ਆ, ਸਾਡਾ ਸ਼ਬਦ ਗੁਰੂ ਜਿਹੜਾ ਆ, ਅਸੀਂ ਉਹਦੇ ਨਾਲ ਕੀ ਕਰ ਰਹੇ ਹਾਂ। ਕਿ ਉਹ ਇਹ ਗੱਲ ਤੇ ਕੋਈ ਵੀ ਸਾਡੀ ਗੱਲ ਉਹਨਾਂ ਨੇ ਨਹੀਂ ਮੰਨੀ, ਜਿਹੜੀ ਕਿ ਅਸੀਂ ਕਹਿ ਰਹੇ ਸੀਗੇ ਕਿ ਸਾਰੇ ਜਿਹੜੇ ਸਰੂਪ ਆ ਤੇ ਪ੍ਰਿੰਟਿੰਗ ਸਮਾਨ ਆ ਉਹ ਗੁਰੂ ਨਾਨਕ ਸਾਹਿਬ ਗੁਰਦੁਆਰਾ ਪਹੁੰਚਾਇਆ ਜਾਵੇ। ਉਹਨਾਂ ਨੇ ਰਾਦਰ ਸਾਨੂੰ ਇੱਕ ਰਿਕੁਐਸਟ ਕਹਿ ਲਓ, ਡਿਮਾਂਡ ਕਹਿ ਲਓ, ਆਪਾਂ ਤਾਂ ਉਹਨੂੰ ਹੁਣ ਡਿਮਾਂਡ ਕਹੋਗੇ ਜਿੱਦਾਂ ਗੱਲ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇ 5 ਸਿੰਘ ਤੁਸੀਂ ਚੁਣ ਲਓ, ਸਾਨੂੰ ਜ਼ਿੰਮੇਵਾਰੀ ਦਿੱਤੀ ਉਹਦਾ ਕਿ ਤੁਸੀਂ ਚੁਣ ਲਓ, ਉਹ 5 ਸਿੰਘ ਸਾਡੇ ਨੂੰ ਬੈਠ ਕੇ ਜਿਹੜਾ ਵੀ ਹੁਕਮ ਕਰੂੰਗੇ ਅਸੀਂ ਉਹਨਾਂ ਨੂੰ ਮੰਨਣ ਲਈ ਤਿਆਰ ਹਾਂ। ਅਸੀਂ ਉੱਥੋਂ ਕਿਹਾ ਕਿ ਉੱਥੇ ਫਤਿਹ ਬੁਲਾ ਕੇ ਮੁੜ ਕੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਆਏ। ਉੱਥੇ ਇੱਕ ਭਾਰੀ ਇਕੱਠ ਸੰਗਤ ਆਲਰੇਡੀ ਸੀਗਾ, ਬਹੁਤ ਚਿੰਤਕ ਜਿਹੜੀ ਸੰਗਤ ਸੀਗੀ, ਤੇ ਉਹਦੇ ਵਿੱਚੋਂ ਸਾਰੇ ਸਿੰਘ ਉੱਥੇ ਇਕੱਠੇ ਹੋਏ ਸੀਗੇ ਬਾਹਰ ਨਿਸ਼ਾਨ ਸਾਹਿਬ ਦੇ ਨੇੜੇ। ਅਸੀਂ ਉੱਥੇ ਸਾਰਾ ਕੁਛ ਜਿੰਨੀ ਵੀ ਵੇਰਵਾ ਦੇ ਸਕਦੇ ਸੀਗੇ ਕਿ ਮੀਟਿੰਗ ਦੇ ਵਿੱਚ ਕੀ ਹੋਇਆ। ਗੁਰਦੁਆਰੇ ਦੀਆਂ ਸਾਰੀਆਂ ਕਮੇਟੀਆਂ ਦੇ PC ਕਾਉਂਸਲ ਦੇ ਸੀਗੇ ਉੱਥੇ। 5 ਸਿੰਘ ਜਿਹੜੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਉਹ ਵੀ ਸੀ। ਤੇ ਸਾਰਿਆਂ ਨੇ ਅੰਦਰ ਬੈਠ ਕੇ ਇਹ ਫੈਸਲਾ ਕੀਤਾ ਕਿ 5 ਸਿੰਘ ਜਿਹੜੇ ਚੁਣ ਲਓ। ਤੇ ਪਹਿਲੋਂ ਸੀਗਾ ਕਿ 5 ਸਿੰਘ ਜਿਹੜੇ ਅੰਮ੍ਰਿਤ ਸੰਚਾਰ ਵਾਲੇ ਆ, ਉਹਨਾਂ ਨੇ ਸਿੰਘਾਂ ਨੇ ਵੀ ਬੇਨਤੀ ਕੀਤੀ ਕਿ ਸਾਡੇ ਵਿੱਚੋਂ ਇੱਕ ਸਿੰਘ ਲੈ ਲਓ ਤੇ ਇਸ ਵਿੱਚ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਕੰਮ ਕਰ ਰਹੇ ਆ ਤੁਸੀਂ ਵੀ ਵਿੱਚ ਸ਼ਾਮਲ ਹੋਵੋ। ਤੇ ਇਹ ਵੀ ਠੀਕ ਗੱਲ ਆ ਕਿਉਂਕਿ ਜ਼ਿੰਮੇਵਾਰੀ ਵੀ ਗੁਰਦੁਆਰੇ ਸਾਹਿਬਾਨਾਂ ਦੀ ਤੇ ਸੰਸਥਾਵਾਂ ਦੀ ਬਣਦੀ ਆ। ਤੇ ਨਾਲ ਉਹ ਸਿਰਫ ਸਿੰਘ ਨਾ ਰਹਿ ਜਾਣ ਤੇ ਬਾਅਦ ਦੇ ਵਿੱਚ ਉਹਨਾਂ ਤੇ ਗੱਲ ਆ ਜਾਂਦੀ ਹੈ ਕਿ ਉਹਨਾਂ ਨੇ ਕੁਛ ਗਲਤ ਕੀਤਾ ਜਾਂ ਠੀਕ ਕੀਤਾ। ਸੋ ਅਸੀਂ 5 ਸਿੰਘ ਚੁਣੇ। ਉਹਨਾਂ ਦਾ ਮੈਂ ਤੁਹਾਨੂੰ ਨਾਂ ਦੱਸ ਦਿੰਦਾ ਹਾਂ। ਉਹਦੇ ਵਿੱਚ ਭਾਈ ਮੋਹਨ ਸਿੰਘ ਜੀ ਜਿਹੜੇ ਅੰਮ੍ਰਿਤ ਸੰਚਾਰ ਦੇ ਸਿੰਘਾਂ ਦੇ ਵਿੱਚ ਸੇਵਾ ਕਰਦੇ ਆ, ਭਾਈ ਹਰਭਜਨ ਸਿੰਘ ਅਟਵਾਲ ਜਿਹੜੇ ਖਾਲਸਾ ਦੀਵਾਨ ਸਟੱਡੀ ਨਿਊ ਵੈਸਟਮਿਨਿਸਟਰ ਤੋਂ ਆ, ਭਾਈ ਬਲਬੀਰ ਸਿੰਘ ਨਿੱਜਰ ਜਿਹੜੇ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ, ਭਾਈ ਗਿਆਨੀ ਨਰਿੰਦਰ ਸਿੰਘ ਜੀ ਜਿਹੜੇ ਕਿ ਦੂਖ ਨਿਵਾਰਨ ਗੁਰਦੁਆਰੇ ਸਾਹਿਬ ਤੋਂ, ਤੇ ਦਾਸ ਮਨਿੰਦਰ ਸਿੰਘ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੋਂ। ਸਾਨੂੰ 5 ਨੂੰ ਕਿਹਾ ਗਿਆ ਕਿ ਤੁਸੀਂ ਜਾ ਕੇ ਅਗਵਾਈ ਕਰਨੀ ਹੈ। ਜਿਹੜਾ ਨੋਟਿਸ ਅਸੀਂ ਆਲਰੇਡੀ ਜਾਰੀ ਕੀਤਾ ਸੀਗਾ ਉੱਥੇ ਹੀ ਸਾਰੇ ਜਾਣੇ ਸਹਿਮਤ ਸੀ ਕਿ ਇਸ ਤੋਂ ਘੱਟ ਅਸੀਂ ਕੁਛ ਨਹੀਂ ਕਰਨਾ। ਸਾਰੇ ਸਰੂਪ ਤੇ ਸਾਰੀ ਪ੍ਰਿੰਟਿੰਗ ਇਕੁਇਪਮੈਂਟ ਮੁੜ ਕੇ ਆਵੇ। ਅਸੀਂ ਕੱਲ ਐਤਵਾਰ 11 ਵਜੇ ਉਹਨਾਂ ਖਾਲਸਾ ਸਕੂਲ ਦੇ ਵਿੱਚ ਭਾਈ ਬਲਵੰਤ ਸਿੰਘ ਅਤੇ ਰਿਪੁਦਮਨ ਸਿੰਘ ਨੂੰ ਮਿਲੇ। ਉੱਥੇ ਅਸੀਂ ਉਹਨਾਂ ਦੇ ਮੂਹਰੇ ਇਹ ਆਦੇਸ਼ ਪੇਸ਼ ਕੀਤਾ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਕਰਨਾ। ਉਹਨਾਂ ਨੇ ਇੱਥੇ ਤੱਕ ਵੀ ਗੱਲ ਲੈ ਆਂਦੀ ਕਿ ਜਿਹੜੇ ਤੁਸੀਂ 5 ਸਿੰਘ ਭੇਜੇ ਆ ਤੇ ਡਾਇਰੈਕਟਲੀ ਉਹ ਦੂਜੇ ਸਿੰਘ ਵੀ ਵੈਰੀਫਾਈ ਕਰ ਸਕਦੇ ਆ। ਮੇਰੇ ਤੇ ਉਂਗਲੀ ਉਠਾ ਕੇ ਕਿਹਾ ਕਿ ਤੂੰ ਫਲੈਕਸੀਬਲ ਨਹੀਂ ਹੈਗਾ, ਕਿ ਤੇਰੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਹੈਗਾ। ਤੇ ਉੱਥੇ ਸਾਡੇ ਸਿੰਘਾਂ ਨੇ ਕਿਹਾ ਕਿ ਅਸੀਂ ਸਾਰੇ ਜਾਣੇ ਜਿਹੜੇ ਆ ਇਕਜੁੱਟ ਹੋ ਕੇ ਆਏ ਆ, 5 ਦੇ ਰੂਪ ਦੇ ਵਿੱਚ ਆਏ ਆ ਤੁਹਾਡੀ ਰਿਕੁਐਸਟ ਤੇ। ਅਸੀਂ ਹਰੇਕ ਹੀਲਾ ਵਸੀਲਾ ਦੀ ਕੋਸ਼ਿਸ਼ ਕੀਤੀ ਉਸ ਟਾਈਮ ਤੱਕ, ਹਰੇਕ ਮੀਟਿੰਗ ਕੀਤੀ। ਇੱਥੇ ਤੱਕ ਬਹੁਤ ਸੰਗਤ ਜਿੱਦਾਂ ਤੁਹਾਨੂੰ ਪਤਾ ਆ ਕਿ ਸੰਗਤ ਵੀ ਕਹਿ ਰਹੀ ਸੀਗੀ ਕਿ ਡਿਲੇ ਹੋ ਰਿਹਾ ਆ, ਇਨਫ ਨਹੀਂ ਹੋ ਰਿਹਾ ਆ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਸੀ ਕਿ ਲੜਾਈ ਤੋਂ ਬਚੀਏ। ਹਰੇਕ ਕਦਮ ਚੁੱਕਣ ਤੇ ਅਸੀਂ ਟਰਾਈ ਕੀਤੀ ਕਿ ਇਹਨਾਂ ਨੂੰ ਕੋਈ ਮੌਕਾ ਦੇਈਏ ਕਿ ਹਾਲੇ ਵੀ ਇਹ ਪੰਥ ਦਾ ਇੱਕ ਹਿੱਸਾ ਆ, ਕਿ ਹਾਲੇ ਵੀ ਇਹ ਸੁਧਰ ਜਾਣ। ਪਰ ਇਹਨਾਂ ਨੇ ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਫਿਰ ਜਦੋਂ ਉੱਥੇ ਅਸੀਂ ਤੁਰਨ ਲੱਗੇ ਸੀਗੇ ਇਹਨਾਂ ਨੇ ਸਾਡੇ ਨਾਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਕਿਹਾ ਕਿ ਅਸੀਂ ਨੈਗੋਸ਼ੀਏਟ ਕਰਨੀ ਆਏ। ਨੈਗੋਸ਼ੀਏਸ਼ਨ ਤਾਂ 5 ਦੇ ਸਿਧਾਂਤ ਦੇ ਵਿੱਚ ਹੈ ਹੀ ਨਹੀਂ। ਉਹ ਤਾਂ ਸਿਰਫ ਆਦੇਸ਼ ਹੁੰਦਾ ਆ, ਜੇ ਮੰਨਣਾ ਠੀਕ ਆ, ਜੇ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਆ। ਉਹ ਨਹੀਂ ਮੰਨੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜਿਹੜੇ 5 ਸਿੰਘ ਅੰਮ੍ਰਿਤ ਸੰਚਾਰ ਕਰਦੇ ਆ ਉਹ ਅਸੀਂ ਸਿੰਘ ਚਾਹੁੰਦੇ ਸੀਗੇ ਕਿ ਉਹ ਆਉਣ, ਤੇ ਜੇ ਤੁਸੀਂ ਉਹਨਾਂ ਨੂੰ ਭੇਜ ਸਕਦੇ ਆ ਫਿਰ ਅਸੀਂ ਜਿਹੜਾ ਉਹ ਹੁਕਮ ਦਓਗੇ ਅਸੀਂ ਮੰਨੂਗੇ। ਉੱਥੇ ਭਾਈ ਮੋਹਨ ਸਿੰਘ ਸੀਗੇ ਜਿਹੜੇ 5 ਸਿੰਘਾਂ ਦੇ ਜਥੇਦਾਰ ਨੇ ਜਿਹੜੇ ਅੰਮ੍ਰਿਤ ਸੰਚਾਰ ਕਰਦੇ ਆ। ਉਹਨਾਂ ਨੇ ਸਾਫ਼ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਆਹ ਜਿਹੜਾ ਨੋਟਿਸ ਆਦੇਸ਼ ਅਸੀਂ ਲੈ ਕੇ ਆਏ ਆ ਇਹ 5 ਸਿੰਘ ਵੀ ਸ਼ਾਮਲ ਹੀ ਸੀਗੇ ਇਹਦੇ ਵਿੱਚ, ਅਸੀਂ ਇਹੀ ਮੁੜ ਕੇ ਲੈ ਕੇ ਆਉਣਾ ਆ। ਤੇ ਉਹ ਇਹ ਗੱਲ ਤੇ ਵੀ ਨਹੀਂ ਮੰਨੇ ਤੇ ਅਸੀਂ ਉੱਥੋਂ ਕਿਹਾ ਕਿ ਬਸ ਕੋਈ ਗੱਲ ਕਰਨ ਦੀ ਲੋੜ ਨਹੀਂ। ਅਸੀਂ ਮੁੜ ਕੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਆਏ। ਉੱਥੇ ਫਿਰ ਜਿੰਨੇ ਵੀ ਸਿੰਘ ਤੇ ਉੱਥੇ ਸੰਗਤ ਇਕੱਠੀ ਹੋਈ ਸੀ ਬੜੀ ਭਾਰੀ ਇਕੱਠ ਦੇ ਵਿੱਚ, ਉੱਥੇ ਅਸੀਂ 1-2 ਘੰਟਿਆਂ ਲਈ ਅੰਦਰ ਜਾ ਕੇ ਗੁਰਦੁਆਰੇ ਦੀ ਕਮੇਟੀਜ਼ ਨੂੰ ਪਹਿਲਾਂ ਗੱਲ ਕੀਤੀ ਤੇ 5 ਸਿੰਘਾਂ ਦੇ ਨਾਲ ਕਿ ਆਪਾਂ ਬਾਹਰ ਜਾ ਕੇ ਸੰਗਤ ਦੇ ਵਿੱਚ ਸੰਗਤ ਦੇ ਸੁਝਾਅ ਵੀ ਲੈਣੇ ਆ। ਉਹਦੇ ਵਿੱਚ ਇਹ ਨਹੀਂ ਕਹਿਣਾ ਕਿ ਅਸੀਂ ਬਾਹਰ ਜਾ ਕੇ ਕੋਈ ਅਨਾਊਂਸਮੈਂਟ ਕਰਨੀ ਆ। ਅਸੀਂ ਸਾਨੂੰ ਸੀਗਾ ਕਿ ਹੁਣ ਜਿੰਨੀ ਇੰਨੀ ਸੰਗਤ ਚਿੰਤਾ ਤੇ ਫਿਕਰ ਦੇ ਵਿੱਚ ਆ, ਉਹਨਾਂ ਦੇ ਸੁਝਾਅ ਤੇ ਉਹਨਾਂ ਦੇ ਵੀ ਸਾਰਾ ਕੁਛ ਲੈਣਾ ਚਾਹੀਦਾ। ਸੋ ਬਾਹਰ ਅਸੀਂ ਆਣ ਕੇ ਸਾਰਿਆਂ ਦੇ ਵਿੱਚ ਖੜ ਕੇ
ਉੱਥੇ ਸਾਰਿਆਂ ਨੂੰ ਮੌਕਾ ਦਿੱਤਾ, ਜਿਹੜਾ ਕੋਈ ਆਪਣੇ ਵਿਚਾਰ ਰੱਖਣਾ ਚਾਹੁੰਦਾ। ਬਹੁਤ ਸਿੰਘਾਂ ਨੇ ਉੱਥੇ ਆਪਣੇ ਵਿਚਾਰ ਰੱਖੇ, ਸੁਝਾਅ ਦਿੱਤੇ। ਐਂਡ ਤੇ ਆਣ ਕੇ ਕੱਲ ਤਕਰੀਬਨ 4:30 ਵਜੇ 5 ਵਜੇ ਜਦੋਂ ਅਸੀਂ ਫੈਸਲੇ ਲਏ, ਸਾਰਿਆਂ ਨੇ ਰਲ ਕੇ ਉੱਥੇ ਬਾਹਾਂ ਖੜੀਆਂ ਕਰਾ ਕੇ ਉੱਥੇ ਸੰਗਤ ਦੀ ਬਾਹਰ ਨਿਸ਼ਾਨ ਸਾਹਿਬ ਦੇ ਨੇੜੇ ਇਹ ਫੈਸਲੇ ਲਏ ਗਏ ਸੀਗੇ ਕਿ ਅਕਾਲ ਤਖਤ ਸਾਹਿਬ ਨੂੰ ਇਮੀਡੀਏਟਲੀ ਇੱਕ ਚਿੱਠੀ ਲਿਖੀ ਜਾਵੇ ਸਾਰੀ ਸੰਗਤ ਵੱਲੋਂ। ਉਹਦੇ ਵਿੱਚ ਇਹ ਅਸੀਂ ਕਹਿਣਾ ਆ ਕਿ ਇਹਨਾਂ ਤੇ ਸਖਤ ਕਾਰਵਾਈ ਜਿਹੜੀ ਇਮੀਡੀਏਟਲੀ ਹੋਵੇ ਤੇ ਇਹਨਾਂ ਦੇ ਵਿੱਚ ਕੋਈ ਢਿੱਲ ਨਹੀਂ ਰਹਿਣੀ ਚਾਹੀਦੀ। ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਦਾ ਪੱਤਰ ਜਾਵੇ। ਸੈਕੰਡ ਗੱਲ ਸੀਗੀ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਇਕਾਟ ਹੋਵੇ। ਤੇ ਤੀਜਾ ਸੀਗਾ ਇਹਦੇ ਨਾਲ ਹੀ ਕਿ ਖਾਲਸਾ ਸਕੂਲ ਨਿਊਟਨ ਅੱਗੇ ਤੇ ਬਲਵੰਤ ਸਿੰਘ ਪੰਧੇਰ ਦਾ ਘਰ ਜਿੱਥੇ ਪ੍ਰਿੰਟਿੰਗ ਹੋ ਰਹੀ ਆ ਉਹਦੇ ਮੂਹਰੇ ਅੱਜ ਸ਼ਾਮ ਨੂੰ 6 ਵਜੇ ਇੱਕ ਮੁਜ਼ਾਹਰਾ ਹੋਵੇ। ਇਹ ਸਾਰੇ ਸੰਗਤ ਵੱਲੋਂ ਇੱਕ ਜਿਹੜਾ ਮੁਜ਼ਾਹਰਾ ਆ ਉਹ ਤੈਅ ਕੀਤਾ ਸੀਗਾ। ਕੋਈ ਇੱਕ ਸੁਸਾਇਟੀ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਵੱਲੋਂ ਇਹ ਸਾਰਿਆਂ ਨੇ ਉੱਥੇ ਸੰਗਤੀ ਰੂਪ ਦੇ ਵਿੱਚ ਇਹ ਫੈਸਲੇ ਲਏ ਸੀ। ਅੱਛਾ ਨਰਿੰਦਰ ਸਿੰਘ ਜੀ, ਇਹ ਜਿਹੜਾ ਤੁਹਾਨੂੰ ਉਹ ਕਹਿ ਰਹੇ ਨੇ ਵੀ ਤੂੰ ਫਲੈਕਸੀਬਲ ਨਹੀਂ, ਡਿਸਆਨੈਸਟ ਆ, ਇਹ ਜਦ ਸ਼ੁਰੂਆਤ ਹੋਈ ਕਿਉਂਕਿ ਤੁਸੀਂ ਕਮਿਊਨੀਕੇਟ ਕਰਦੇ ਰਹੇ, ਇਹ ਕਿਤੇ ਉਸ ਕਰਕੇ ਤਾਂ ਨਹੀਂ ਕਹਿ ਰਹੇ ਵੀ ਪਹਿਲਾਂ ਤੁਸੀਂ 8 ਸੁਸਾਇਟੀਆਂ ਨੇ ਹਾਂ ਕਰ ਦਿੱਤੀ ਵੀ ਤੁਸੀਂ ਮਹਾਰਾਜ ਦੇ ਸਰੂਪ ਛਾਪ ਲਓ ਤੇ ਹੁਣ ਤੁਸੀਂ ਕਹਿ ਰਹੇ ਹੋ ਬਈ ਨਹੀਂ ਅਸੀਂ ਛਾਪਣ ਨਹੀਂ ਦੇਣੇ? ਜਿਹੜੀ ਉਹਨਾਂ ਨੂੰ ਹਾਂ ਕੀਤੀ ਸੀ ਉਹ ਗੱਲ ਕਲੀਅਰ ਕਰੋ। ਬਾਹਰ ਸੰਗਤ ਚੋਂ ਇਹ ਕਹਿ ਰਹੇ ਨੇ ਵੀ 8 ਨੇ ਪਹਿਲਾਂ ਮੈਨੂੰ ਇਹ ਕਿਹਾ ਸੀ ਵੀ ਤੁਸੀਂ ਛਾਪ ਲਓ। ਹਾਂਜੀ, ਇਹ ਗੱਲ ਕਦੀ ਵੀ ਨਹੀਂ ਹੋਈ। ਮੈਂ ਕਈ ਵਾਰੀ ਕਈ ਹੋਰ ਮੀਡੀਆ ਸਟੇਸ਼ਨ ਤੇ ਵੀ ਤਾਂ ਹੋਰ ਵੀ ਆਪਣੇ ਤੇ ਟਰਾਈ ਕੀਤੀ ਹੈ ਇਹਨੂੰ ਸਪਸ਼ਟ ਕਰਨ ਲਈ ਕਿ ਜਿਹੜੀ ਉਹ ਹਾਂ ਦੀ ਗੱਲ ਕਰ ਰਹੇ ਆ ਉਹ 2014-15 ਦੇ ਜਿਹੜੇ ਲੈਟਰਸ ਉਸ ਟਾਈਮ ਤੇ ਜਿਹੜੇ ਕਈ ਗੁਰਦੁਆਰਾ ਸਾਹਿਬਾਨਾਂ ਨੇ ਪ੍ਰੋਵਾਈਡ ਕੀਤੇ ਸੀਗੇ ਕਿ ਜੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਬਾਹਰ ਪ੍ਰਿੰਟਿੰਗ ਹੁੰਦੀ ਆ ਉਹਦੇ ਵਿੱਚ ਜੇ ਖਾਲਸਾ ਸਕੂਲ ਦੀ ਫੈਸਿਲਿਟੀ ਯੂਜ਼ ਕੀਤੀ ਜਾਂਦੀ ਹੈ ਜਾਂ ਹੋਰ ਇੱਦਾਂ ਦਾ ਕੋਈ ਕੰਮ ਉਹਦੇ ਵਿੱਚ ਜ਼ਰੂਰ ਹੋ ਸਕਦਾ। ਪਰ ਉਹ ਜਿਹੜੀਆਂ ਚਿੱਠੀਆਂ ਆ ਉਹ 5-6 ਸਾਲ ਪੁਰਾਣੀਆਂ ਆ। ਅੱਜ ਦਾ ਜਿਹੜਾ ਸਿਚੁਏਸ਼ਨ ਆ, ਜਦੋਂ ਇਹ ਅਪਰੋਚ ਵੀ ਹੋਈ ਸੀਗੀ, ਜਦੋਂ ਮੈਂ ਗੱਲ ਕੀਤੀ ਫੈਬਰੂਅਰੀ ਦੇ ਵਿੱਚ ਇਹਨਾਂ ਦੇ ਘਰ ਜਦੋਂ ਸਾਨੂੰ ਪਤਾ ਲੱਗਾ ਕਿ ਕੋਈ ਪ੍ਰਿੰਟਿੰਗ ਦੀ ਤਿਆਰੀ ਹੋ ਰਹੀ ਆ, ਮੈਂ ਉੱਥੇ ਆਪ ਖੁਦ ਗਿਆ ਸੀ। ਉਹਦੇ ਵਿੱਚ ਸਾਰਾ ਕੁਝ ਦੇਖਿਆ। ਇਹਨਾਂ ਨੂੰ ਇਮੀਡੀਏਟਲੀ ਗੁਰਦੁਆਰਿਆਂ ਦੀ ਮੀਟਿੰਗਸ ਕਾਲ ਕੀਤਾ ਸੀ। ਉਹਦੇ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਪ੍ਰਿੰਟਿੰਗ ਕਰਨਾ ਚਾਹੁੰਦੇ ਹਾਂ, ਹਾਲੇ ਕੋਈ ਪ੍ਰਿੰਟਿੰਗ ਸ਼ੁਰੂ ਨਹੀਂ ਹੋਈ ਸੀ। ਅਸੀਂ ਉਹਨੂੰ ਇਮੀਡੀਏਟਲੀ ਸਟਾਪ ਕੀਤਾ ਕਿ ਕੋਈ ਪ੍ਰਿੰਟਿੰਗ ਨਹੀਂ ਹੋਣੀ। ਅਸੀਂ ਜਿਹੜੇ ਆ ਇੱਕ ਅਕਾਲ ਤਖਤ ਸਾਹਿਬ ਨਾਲ ਗੱਲਬਾਤ ਕਰ ਸਕਦੇ ਹਾਂ ਕਿ ਇੱਥੇ ਕੀ ਹੋਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ April ਜਿਹੜਾ ਆ ਨਗਰ ਕੀਰਤਨ ਦੇ ਆਲੇ ਦੁਆਲੇ ਅਸੀਂ ਇੱਕ ਵੱਡਾ ਇਕੱਠ ਸੱਦੂਗੇ ਜਿਹੜਾ ਸਿਟੀ ਦੇ ਵਿੱਚ। ਉਹਦੇ ਵਿੱਚ ਕੈਨੇਡਾ ਭਰ ਦੀ ਜਿਹੜੀ ਸੰਗਤ ਹੈ ਉਹਨਾਂ ਨੂੰ ਸੱਦਾ ਦਵਾਂਗੇ। ਜਿਹੜੇ ਵੀ ਆਉਣਾ ਚਾਹੁੰਦਾ ਹੈ ਤਾਂ ਆਉਂਦੇ ਵੀ ਹੈ ਬਹੁਤ ਇਸ ਇਵੈਂਟ ਤੇ ਨਾਲ ਗੁਰਦੁਆਰਾ ਕਮੇਟੀ ਤੇ ਹੋਰ ਸੰਸਥਾਵਾਂ ਜਥੇਬੰਦੀਆਂ ਉਹ ਸਾਰੇ ਆਉਣਗੇ। ਇੱਕ ਵੱਡੇ ਪੰਡਾਲ ਦੇ ਵਿੱਚ ਇਹ ਗੱਲਬਾਤ ਹੋਊਗੀ ਕਿ ਕੀ ਇੱਥੇ ਕੁਛ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਕਿੱਦਾਂ ਆਪਾਂ ਨੂੰ ਕਰਨੀ ਚਾਹੀਦੀ ਹੈ। COVID-19 ਕਰਕੇ ਸਾਰਾ ਕੁਛ ਜਿਹੜਾ ਡਿਲੇ ਹੋ ਗਿਆ। April ਲੰਘ ਗਿਆ। May ਦੇ ਵਿੱਚ ਇਹਨਾਂ ਨੇ ਆਣ ਕੇ ਮੇਰੇ ਨਾਲ ਗੱਲਬਾਤ ਕੀਤੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੇ ਉਸ ਟਾਈਮ ਤੇ ਬੜਾ ਮੇਰੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਤੁਸੀਂ ਹਾਂ ਕਰੋ। ਅਸੀਂ ਕਿਹਾ ਅਸੀਂ ਕੋਈ ਹਾਂ ਨਹੀਂ ਕਰਨੀ। ਕੋਈ ਵੀ ਚਿੱਠੀ ਇਹਨਾਂ ਦੇ ਕੋਲ ਨਹੀਂ ਹੈਗੀ, ਕੋਈ ਈਮੇਲ, ਕੋਈ ਟੈਕਸਟ ਮੈਸੇਜ, ਇਹ ਕੁਛ ਨਹੀਂ ਦਿਖਾ ਸਕਦੇ ਕਿ ਕਿਸੇ ਨੇ ਵੀ ਜਿੱਦਾਂ ਮੈਂ ਜਾਂ ਹੋਰ ਕਿਸੇ ਨੇ ਅਸੀਂ ਕੋਈ ਹਾਂ ਕੀਤੀ ਹੈ ਇਸ ਮਸਲੇ ਦੇ ਵਿੱਚ ਕਿ ਇਹਨਾਂ ਨੂੰ ਕੋਈ ਪ੍ਰਿੰਟਿੰਗ ਦਾ ਅਧਿਕਾਰ ਮਿਲਣਾ ਚਾਹੀਦਾ ਆ। ਇਹਦੇ ਵਿੱਚ ਜਦੋਂ ਜੁਲਾਈ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਪ੍ਰਿੰਟ ਜਿਹੜੇ ਸਰੂਪ ਆ ਉਹ ਪ੍ਰਿੰਟ ਹੋ ਰਹੇ ਆ, ਉਦੋਂ ਇਹਨਾਂ ਨੂੰ ਜੁਲਾਈ 27 ਦੇ ਵਾਲੇ ਦਿਨ ਅਸੀਂ ਇਹਨਾਂ ਨੂੰ ਸੱਦਿਆ ਗੁਰਦੁਆਰਾ ਸਾਹਿਬ। ਉੱਥੇ ਇਹਨਾਂ ਨੂੰ ਫਿਰ ਅਸੀਂ ਪੁੱਛਿਆ ਕਿ ਤੁਸੀਂ ਕੀ ਕੀਤਾ ਆ। ਇਹਨਾਂ ਨੇ ਦੱਸਿਆ ਕਿ ਅਸੀਂ ਤਕਰੀਬਨ 11 ਤੋਂ 15 ਸਰੂਪ ਜਿਹੜੇ ਉਹ ਛਾਪੇ ਆ। ਅਸੀਂ ਉੱਥੇ ਇਸੇ ਗੱਲ ਤੇ ਰੋਸ ਪ੍ਰਗਟ ਕੀਤਾ। ਉੱਥੇ ਉਹਨਾਂ ਨੂੰ ਦੱਸ ਵੀ ਦਿੱਤਾ ਕਿ ਅਸੀਂ ਇੱਕ ਚਿੱਠੀ ਤਿਆਰ ਕਰ ਰਹੇ ਹਾਂ, ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜਣੀ ਆ ਕਿ ਅਸੀਂ ਸਾਡੀ ਇਸ ਮਤਲਬ ਤੁਹਾਡੇ ਨਾਲ ਕੋਈ ਸਾਂਝ ਨਹੀਂ ਹੈਗੀ ਇਸ ਮਸਲੇ ਦੇ ਵਿੱਚ। ਅਸੀਂ ਉਹਨਾਂ ਨੂੰ ਜਾਣਕਾਰੀ ਦੇਣੀ ਆ, ਉਹ ਤੁਹਾਡੇ ਖਿਲਾਫ ਕਾਰਵਾਈ ਕਰਨਗੇ ਕਿ ਇਸ ਤੋਂ ਅੱਗੇ ਤੁਸੀਂ ਪ੍ਰਿੰਟਿੰਗ ਸਟਾਪ ਕਰਨੀ ਆ। ਉਹ ਉੱਥੋਂ ਮੰਨ ਕੇ ਗਏ ਆ ਤੇ ਮੇਰੇ ਆਪ ਦੇ ਇਹਨਾਂ ਨੇ ਇੱਕ ਚਿੱਠੀ ਵੀ ਪ੍ਰੋਵਾਈਡ ਕੀਤੀ ਸਾਨੂੰ ਜਿਸ ਤੇ ਡੇਟ ਆ August 4, 2020 ਤਕਰੀਬਨ 3 ਹਫ਼ਤੇ ਪਹਿਲਾਂ। ਉਹਦੇ ਵਿੱਚ ਇਹਨਾਂ ਨੇ ਸਾਫ਼ ਲਿਖਿਆ ਕਿ ਅਸੀਂ ਉਹਨਾਂ ਨੂੰ ਮਨਾ ਕੀਤਾ ਤੇ ਇਹਨਾਂ ਨੇ ਫੈਬਰੂਅਰੀ ਵਿੱਚ ਮਨਾ ਕੀਤਾ। ਇਹਨਾਂ ਨੇ May ਦੇ ਵਿੱਚ ਪ੍ਰਿੰਟਿੰਗ ਸ਼ੁਰੂ ਕੀਤੀ ਤੇ May to July ਦੇ ਵਿੱਚ ਜੁਲਾਈ 27 ਤੱਕ ਇਹਨਾਂ ਨੇ 62 ਸਰੂਪ ਜਿਹੜੇ ਸਾਨੂੰ ਜਿਹੜਾ ਬਾਅਦ 'ਚ ਪਤਾ ਲੱਗਿਆ 62 ਸਰੂਪ ਪ੍ਰਿੰਟ ਕਰ ਚੁੱਕੇ ਸੀਗੇ। ਤੋ ਇਹ ਸਾਰੇ ਜਿਹੜਾ ਵੇਰਵਾ ਹੈ ਕਿ ਇਹਦੇ ਵਿੱਚ ਕਦੀ ਵੀ ਇਹਨਾਂ ਨੂੰ ਹਾਂ ਨਹੀਂ ਕੀਤੀ ਗਈ। ਜਿਹੜੀ ਅਸੀਂ ਚਿੱਠੀ ਵੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੈ, ਇਹ ਜਿਹੜਾ ਜ਼ਰੂਰ ਵਿਚਾਰ ਹੋ ਸਕਦੇ ਆ। ਸਾਰਿਆਂ ਦੇ ਆਪ ਦੇ ਸੁਝਾਅ ਆ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆ ਉਹ SGPC ਨੂੰ ਅਧਿਕਾਰ ਦਿੰਦੀ ਹੈ ਮਨਜ਼ੂਰੀ ਦੇਣ ਲਈ। ਬਾਅਦ ਅਸੀਂ ਮਨਜ਼ੂਰੀ ਵੀ ਨਹੀਂ ਮੰਗੀ ਚਿੱਠੀ ਦੇ ਵਿੱਚ। ਅਸੀਂ ਸਿਰਫ ਇਹ ਕਿਹਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਆਪ ਆਉਂ ਕੇ ਪ੍ਰਿੰਟ ਕਰਦੀ ਹੈ, ਉਹਨਾਂ ਦੇ ਮੁਲਾਜ਼ਮ ਆਉਂਦੇ, ਕਈ ਵਾਰ ਇਹ ਸਵਾਲ ਵੀ ਪੁੱਛਿਆ ਗਿਆ ਹੈ ਕਿ ਇੱਥੇ ਤੁਸੀਂ ਕੋਈ ਨਾ ਕੋਈ ਤਾਂ ਕੁਛ ਤੁਸੀਂ ਤਾਂ ਕਰੋਗੇ, ਤੇ ਅਸੀਂ ਕਿਹਾ ਬਿਲਕੁਲ ਨਹੀਂ ਕਰੋਗੇ। ਅਸੀਂ ਜਿਹੜੀ ਸਹਿਯੋਗ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਸਾਂਝਾ ਸਥਾਨ ਲੈ ਸਕਦੇ ਹਾਂ
ਅਸੀਂ ਚਾਹੁੰਦੇ ਹਾਂ ਕਿ ਜੇ ਪ੍ਰਿੰਟਿੰਗ ਆਪ ਰੁਪਦਮਨ ਸਿੰਘ ਟੀਵੀ ਤੇ ਜਾ ਕੇ ਕਹਿ ਰਿਹਾ ਹੈ ਕਿ ਲੋੜ ਹੈ ਨਹੀਂ, ਡਿਮਾਂਡ ਬਹੁਤ ਘੱਟ ਆ, ਤੇ ਪਹਿਲੋਂ ਸੀਗਾ ਕਿ ਡਿਮਾਂਡ ਆ। ਅਸੀਂ ਸਾਫ਼ ਇਹ ਕਿਹਾ ਕਿ ਗੁਰਦੁਆਰਿਆਂ ਦੇ ਸਾਹਿਬ ਦੇ ਵਿੱਚ ਡਿਮਾਂਡ ਨਹੀਂ ਹੈਗੀ। BC ਤੇ ਆਂਟੇਰੀਓ ਦੇ ਸਾਰੇ ਗੁਰਦੁਆਰੇ ਆ ਜਿਹੜੇ 3 ਕਾਉਂਸਲਰਾਂ ਥੱਲੇ ਤਕਰੀਬਨ 40-50 ਗੁਰਦੁਆਰੇ ਆ, ਸਾਰੇ ਵੱਡੇ ਗੁਰਦੁਆਰੇ ਆ, ਨਾਲੇ ਜਿੱਦਾਂ ਮਾਲਟਨ ਆ, ਡਿਕਸੀ ਆ, ਇੱਥੇ ਦਸ਼ਮੇਸ਼ ਦਰਬਾਰ ਆ, ਦੂਖ ਨਿਵਾਰਨ ਆ, ਜਾਂ ਗੁਰੂ ਨਾਨਕ ਸਾਹਿਬ ਗੁਰਦੁਆਰੇ ਜਿਹੜੇ ਵੱਡੇ ਗੁਰਦੁਆਰੇ ਆ ਜਿੱਥੇ ਜ਼ਿਆਦਾ ਸੰਗਤ ਸਰੂਪ ਰੱਖੇ ਆ, ਉਹ ਸਾਰੇ ਕਹਿ ਰਹੇ ਕਿ ਸਾਨੂੰ ਲੋੜ ਨਹੀਂ। ਹੁਣ ਇਹ ਦੱਸ ਰਹੇ ਆ ਕਿ ਸੰਗਤ ਵੱਲੋਂ ਵੀ ਨਹੀਂ ਲੋੜ ਹੈਗੀ। ਫਿਰ ਲੋੜ ਕੀ ਆ? ਸਾਨੂੰ ਸੀਗਾ ਕਿ ਜੇ SGPC ਇੱਥੇ ਆਣ ਕੇ ਇੱਕ ਥਾਂ ਉਹਨਾਂ ਦੇ ਕੋਲ ਹੈਗਾ ਆ, ਉਹਨਾਂ ਦੇ ਮੁਲਾਜ਼ਮ ਜਿਹੜੇ 2 ਵਾਰੀ ਸਾਲ ਦੇ ਵਿੱਚ ਭਾਵੇਂ ਹੁਣ ਉਹ ਜਿਹੜੀ ਛਪਾਈ ਆ ਸਾਰਾ ਟਾਈਮ ਬੰਦ ਰਵੇ। ਉਹ ਤੋਂ ਪਹਿਲੋਂ ਛਪਾਈ ਤੋਂ ਵੀ ਪਹਿਲੋਂ ਇੱਥੇ ਰਜਿਸਟਰੀਜ਼ ਹੋਣੀ ਚਾਹੀਦੀ ਹੈ, ਜਿੰਨੇ ਸਰੂਪ ਆ ਉਹਨਾਂ ਦੀ ਕਾਊਂਟਿੰਗ ਤੇ ਇਨਵੈਂਟਰੀ ਹੋਣੀ ਚਾਹੀਦੀ ਹੈ। ਇੱਕ ਐਜੂਕੇਸ਼ਨ ਪ੍ਰੋਗਰਾਮ ਸਾਨੂੰ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਬੰਦੇ ਪਹਿਲੋਂ 8-10 ਘੰਟੇ ਦੀ ਉਹਨੂੰ ਟ੍ਰੇਨਿੰਗ ਮਿਲੇ। ਜੇ ਤੁਹਾਡੇ ਘਰ ਦੇ ਵਿੱਚ ਸਰੂਪ ਆ ਤੇ ਫਿਰ ਦੇਗ ਦੀ ਮਰਿਆਦਾ ਨਾਲ ਲੰਗਰ ਦੀ ਮਰਿਆਦਾ, ਅਰਦਾਸ ਕਰਨੀ, ਸੁਖਾਸਨ ਪ੍ਰਕਾਸ਼ ਕਰਨਾ, ਉਹ ਪਹਿਲਾਂ ਲੋਕਾਂ ਨੂੰ ਸਿਖਾ ਤੇ ਦਈਏ। ਅਸੀਂ ਤਾਂ ਸਿੱਧੀ ਪ੍ਰਿੰਟਿੰਗ ਤੇ ਗੱਲ ਕਰ ਰਹੇ ਹਾਂ। ਉਹ ਅਸੀਂ ਸਾਰਾ ਕੁਛ ਅਸੀਂ ਇੱਕ ਬਣਾਇਆ ਸੀਗਾ ਕਿ ਅਸੀਂ ਇਸ ਬੇਸ ਤੇ ਅਗਰੀ ਕਰ ਸਕਦੇ ਹਾਂ। ਜੇ ਇਹ ਨਹੀਂ ਹੁੰਦਾ ਫਿਰ ਵੀ ਅਸੀਂ ਇੰਨਾ ਸਹਿਮਤ ਨਹੀਂ ਹੈਗੇ ਕਿ ਬਾਹਰ ਪ੍ਰਿੰਟਿੰਗ ਹੋਵੇ। ਅੱਛਾ ਮਨਿੰਦਰ ਸਿੰਘ ਜੀ, ਇੱਕ ਮੈਂ ਹੋਰ ਇਹ 'ਚ ਐਡ ਕਰਨੀ ਚਾਹੁੰਦਾ, ਡਾਇਸਪੋਰਾ ਸਿੱਖ ਦੇ ਇਸ਼ੂਜ਼ ਤੁਸੀਂ ਵਰਲਡ ਸਟੇਜ ਤੇ ਲੈ ਕੇ ਜਾਂਦੇ ਹੋ। ਇੱਥੇ ਦੇ ਜੰਪ ਵਾਲੋਂ ਗੁਰੂ ਦੀ ਕਿਰਪਾ ਤੁਹਾਨੂੰ ਅਮਰ ਦੀ ਦਾਤ ਘਰ ਚੋਂ ਮਿਲੀ ਹੈ ਤੇ ਪੰਜਾਬੀ ਬਹੁਤ ਵਧੀਆ ਬੋਲ ਲੈਂਦੇ ਹੋ। ਇਹ ਹੁਣ ਇੱਕ ਕੌਮ ਨੂੰ ਇੱਕ ਪਾਸੇ ਕਰਕੇ, ਕੈਨੇਡਾ ਦੀ ਸੰਗਤ ਨੂੰ ਇੱਕ ਪਾਸੇ ਕਰਕੇ ਐਡੀ ਕਿੱਡੀ ਕਿ ਕਹਾਣੀ ਹੈ ਕਿ ਵੀ ਮੈਂ ਤਾਂ ਗੁਰੂ ਮਹਾਰਾਜ ਦੇ ਸਰੂਪ ਛਾਪਣੇ ਨੇ। ਇਹ ਕੀ ਐਟੀਟਿਊਡ ਹੈ? ਜਾਂ ਫਿਰ ਇਹਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ ਕੁਝ ਹੋਰ ਹੈ ਵੀ ਐਡਾ ਬੰਦੇ ਬਜ਼ਿੱਦ ਹੋ ਗਏ ਕਿ ਅਸੀਂ ਤਾਂ ਛਾਪਣੇ ਨੇ ਤੇ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ? ਇਹ ਇੱਥੇ ਆਪਟੀਮਮ ਹੋਇਆ ਕਿਉਂ? ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਲਾਈਕ ਬਹੁਤ ਕੁਝ ਹੋ ਸਕਦਾ ਹੈ। ਜਿੱਦਾਂ ਜੇ ਅਸੀਂ ਇਹਨੂੰ ਪੀਸ ਬਾਈ ਪੀਸ ਦੇਖਦੇ ਹਾਂ, ਇਹ ਕਦੇ ਲੱਗਦਾ ਆ ਕਿ ਇਹ ਹੰਕਾਰ ਦੇ ਵਿੱਚ ਹੋਇਆ ਆ ਜਾਂ ਇਹਦੇ ਵਿੱਚ ਹੋਰ ਮਸਲੇ ਆ। ਜੇ ਅਸੀਂ ਸਾਰਾ ਕੁਝ ਰਲਾ ਕੇ ਦੇਖਦੇ ਹਾਂ ਕਿ ਇਹ ਮੇਰੀ ਵੀ ਅੰਡਰਸਟੈਂਡਿੰਗ ਤੋਂ ਰਾਈਟ ਨਾਓ ਬਾਹਰ ਆ ਕਿ ਇਹਦਾ ਇਸ਼ੂ ਜਿਹੜਾ ਖੜਾ ਕੀਤਾ ਗਿਆ ਆ, ਅਸੀਂ 2 ਫਾੜ ਹੋਣ ਤੱਕ ਹੁਣ ਜਿਹੜੇ ਆ ਸਿੱਖ ਸੰਗਤ ਜਿਹੜੀ ਹੈ ਇੱਥੇ ਉਹ ਹੋ ਗਏ। ਬਟ 2 ਫਾੜ ਦਾ ਮਤਲਬ ਮੈਂ ਇੱਥੇ ਆਈ ਵੁੱਡ ਸੇ ਕਿ ਇਹ ਆ ਉਹ ਬਹੁਤ ਥੋੜੇ ਨੇ, ਤੇ ਜਿਹੜੀ ਸਿੱਖ ਇੱਥੇ ਪੰਥ ਆ ਵੈਨਕੂਵਰ ਏਰੀਆ ਦੇ ਵਿੱਚ ਉਹ ਸਾਰਾ ਦੇ ਸਾਰਾ ਆਲਮੋਸਟ ਕਹਿ ਲਓ ਕਿ ਇੱਕ ਪਾਸੇ ਖੜਾ ਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿਹੜੀਆਂ ਦੂਜੀਆਂ ਸੁਸਾਇਟੀਜ਼ ਜਿਹੜੇ ਅਸੀਂ ਆਫਟਨ ਨਾ ਵਰਤਦੇ ਹਾਂ, ਮੋਡਰੇਟ ਜਾਂ ਫੰਡਾਮੈਂਟਲਿਸਟ ਇਦਾਂ ਦੀਆਂ ਗੱਲਾਂ ਛੱਡ ਕੇ, ਹਾਂਜੀ ਉਹਨਾਂ ਦਾ ਵੱਡਾ ਕਦਮ ਚੁੱਕਿਆ ਗਿਆ ਕਿ ਉਹਨਾਂ ਨੇ ਸਾਰਿਆਂ ਦੀ ਮੀਟਿੰਗ ਆਪਣੀ ਕਾਲ ਕਰਕੇ ਪ੍ਰੈਸ ਕਾਨਫਰੰਸ ਰਾਹੀਂ ਆਪਣੀ ਪੋਜੀਸ਼ਨ ਕਲੀਅਰ ਕਰ ਦਿੱਤੀ। ਤੇ ਉਹ ਅਸੀਂ ਵੀ ਦੇਖਿਆ ਕਿ ਇਹ ਇੱਕ ਉਹਨਾਂ ਨੇ ਵਧੀਆ ਕਦਮ ਚੁੱਕਿਆ ਆ। ਉਸ ਤੋਂ ਬਾਅਦ ਅਸੀਂ ਜਿਹੜੀ ਇੱਕ ਚਿੱਠੀ ਅਕਾਲ ਤਖਤ ਸਾਹਿਬ ਨੂੰ ਆਲਰੇਡੀ ਭੇਜ ਚੁੱਕੇ ਸੀਗੇ। ਅਸੀਂ ਵੀ ਇਹੀ ਸੀਗਾ ਕਿ ਜਦੋਂ ਮੀਡੀਆ ਨੇ ਸਾਨੂੰ ਵੀ ਪੁੱਛਿਆ ਬਾਅਦ ਦੇ ਵਿੱਚ ਕਿ ਤੁਹਾਡੀ ਪੋਜੀਸ਼ਨ ਕੀ ਹੈ, ਸਾਨੂੰ ਪਹਿਲਾਂ ਹੀ ਪੋਜੀਸ਼ਨ ਕਲੀਅਰ ਕਰ ਲੈਣੀ ਚਾਹੀਦੀ ਸੀਗੀ ਇੱਕ ਹਫ਼ਤਾ ਪਹਿਲਾਂ ਜਦੋਂ ਅਸੀਂ ਚਿੱਠੀ ਭੇਜ ਦਿੱਤੀ ਸੀਗੀ। ਉਹਦੇ ਨਾਲ ਅਸੀਂ ਉਹਨਾਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਵੀ ਸਹੀ ਸਟੈਪ ਚੁੱਕਿਆ, ਭਾਵੇਂ ਸਾਡੇ ਹੋਰ ਮਸਲਿਆਂ ਦੇ ਉੱਤੇ ਨਹੀਂ ਵਿਚਾਰ ਮਿਲਦੇ ਹੋਣ। ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ, ਅਸੀਂ ਕਹੋਗੇ ਕਿ 2 ਫਾੜ ਕੌਮ ਜਿਹੜੀ ਆ ਸਿਰਫ ਬਹੁਤ ਥੋੜੇ ਲੋਕ, ਬਾਹਲੇ ਹੀ ਥੋੜੇ ਲੋਕ ਮੈਂ ਕਹੂੰਗਾ ਕਿ ਜਿਹੜੇ ਇਸ ਹੱਕ ਦੇ ਵਿੱਚ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਤੇ ਜਿੱਥੇ ਇਹਨਾਂ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਉਹ ਤੋਂ ਵੀ ਘੱਟ ਇਹਨਾਂ ਦੇ ਨਾਲ ਖੜੇ। ਇਹ ਬੜੀ ਮੱਚ ਆਈਸੋਲੇਟ ਹੋ ਗਏ ਇਸ ਮਸਲੇ ਦੇ ਵਿੱਚ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਇੰਨਾ ਬੰਦਾ ਆਈਸੋਲੇਟ ਹੋ ਜਾਂਦਾ ਆ, ਇੰਨਾ ਪਾਸੇ ਕੀਤਾ ਜਾਂਦਾ ਆ, ਆਪ ਦੇ ਉਹਦੇ ਆਲੇ ਦੁਆਲੇ ਦੇ ਵੀ ਉਹਨੂੰ ਛੱਡ ਦਿੰਦੇ ਆ, ਫੇਰ ਵੀ ਉਹ ਕਹਿ ਰਿਹਾ ਹੈ ਕਿ ਜੋ ਮਰਜ਼ੀ ਕਰ ਲਓ ਮੈਂ ਤਾਂ ਕਰਨਾ ਹੀ ਆ। ਸਿੱਖ ਸਿਧਾਂਤ ਮੁਤਾਬਕ ਜਾਂ ਸਿੱਖ ਜਿਹੜੀ ਰਵਾਇਤ ਪ੍ਰਤੀ ਜਿਹੜੀ ਗੱਲ ਆ, ਇੰਨੀ ਗਲਤ ਗੱਲ ਆ ਤੇ ਇੱਕ ਇੰਨਾ ਹੰਕਾਰ ਕਿੱਦਾਂ ਆ ਸਕਦਾ ਆ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਹਾਂ, ਸਿੱਖ ਸੰਗਤਾਂ ਦੀ ਭਾਵਨਾਵਾਂ ਨੂੰ ਜੇ ਅਸੀਂ ਇੰਨਾ ਠੋਸ ਜਿਹੜਾ ਰੋਸ ਪ੍ਰਗਟ ਕਰਾਉਂਦੇ ਹਾਂ ਤੇ ਉਹਨਾਂ ਨੂੰ ਇਹ ਦੁਖਾਂਤ ਪਹੁੰਚਾਉਂਦੇ ਹਾਂ। ਤੇ ਜਿਹੜੀਆਂ SGPC ਤੋਂ PDF ਚੋਰੀ ਕਰਾਉਣੀ, ਕਿੰਨੇ ਅੰਡਰ ਹੈਂਡਡ ਟੈਕਟਿਕਸ ਵਰਤੇ ਗਏ। ਤੇ ਸਾਨੂੰ ਇੱਕ ਇੰਨੀ ਹੁਣ ਲਾਈਕ ਐਜ਼ ਐਨ ਰੋਸ ਵੀ ਆ, ਦੁੱਖ ਵੀ ਆ ਕਿ ਇੰਨੇ ਸਾਲਾਂ ਤੋਂ ਇਹ ਜਿਹੜੀ ਕਮਿਊਨਿਟੀ ਆ ਇੱਕ ਮਸਲੇ ਦੇ ਵਿੱਚ ਉਹ ਮਸਲੀ ਨਿਕਲੀ ਸੀਗੀ ਕਿ ਟੇਬਲਸ ਐਂਡ ਚੇਅਰਸ ਦੇ ਵਿੱਚ ਘਰ ਘਰ ਦੇ ਵਿੱਚ ਸਾਡੀ ਪ੍ਰੋਬਲਮ ਪਈ ਆ ਤੇ ਅੱਜ ਤੱਕ ਵੀ ਉਹ ਲਿੰਗਰਿੰਗ ਆ। ਤੇ ਇਦਾਂ ਦਾ ਹੋਰ ਕੋਈ ਸਮਾਂ ਨਾ ਸਾਡੇ ਉੱਤੇ ਆ ਜਾਵੇ ਕਿ 2 ਦਹਾਕੇ ਹੋਰ ਸਾਡੇ ਇਦਾਂ ਹੀ ਲੰਘ ਜਾਣ ਕਿ ਇਹ ਕੌਮ ਦੇ ਵਿੱਚ, ਇਹ ਲੋਕਲ ਕਮਿਊਨਿਟੀ ਦੇ ਵਿੱਚ ਇਹ ਫੇਰ ਪੌੜਾ ਪੈ ਜਾਵੇ। ਅੱਛਾ, ਹੁਣ ਫਿਰ ਇਸ ਨੂੰ ਤੁਸੀਂ ਕੀ ਸੋਚਦੇ ਹੋ ਵੀ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ? ਜਿਹੜਾ ਮੁਜ਼ਾਹਰੇ ਦੀ ਤੁਸੀਂ ਕਹਿ ਰਹੇ ਹੋ, ਉਹ ਮੁਜ਼ਾਹਰਾ ਜਿਹੜਾ ਪ੍ਰੋਟੋਕਾਲ ਹੈ, COVID-19 ਇਨ ਪਲੇਸ ਹੈ, ਤੇ ਨੰਬਰ 2 ਕਿਸੇ ਦੀ ਪ੍ਰਾਪਰਟੀ ਆ, ਪਰਸਨਲ ਘਰ ਹੈ ਤੇ ਇੱਕ ਖਾਲਸਾ ਸਕੂਲ ਹੈ, ਉਹਦੇ ਕੋਈ
ਕੋਈ ਕਾਨੂੰਨ ਦੀ ਹੱਥ 'ਚ ਗੱਲ ਹੈ ਕਿਉਂ ਥੋੜੀ ਜੀ ਰੌਟਨ ਜਿਹੜੀ ਸਮੈਲ ਆ ਰਹੀ ਹੈ ਵੀ ਕੁਛ ਇਸ ਤਰ੍ਹਾਂ ਈਵਨ ਤੁਸੀਂ ਮਹਾਰਾਜ ਦੇ ਸਰੂਪ ਵੀ ਜਦ ਲੈਣ ਜਾਣੇ ਨੇ ਜਦ ਪਰਮਿਸ਼ਨ ਹੋ ਗਈ ਉਹਦਾ ਵੀ ਕੋਈ ਪ੍ਰੋਟੋਕੋਲ ਜਿਹੜਾ ਫੋਲੋ ਹੋਣਾ ਚਾਹੀਦਾ। ਸੋ ਨਾਲ ਸਿਟੀ ਨੂੰ ਜਾਂ ਬਾਈ ਲਾ ਨੂੰ ਇਹਨੂੰ ਕਿਵੇਂ ਇੰਪਲੀਮੈਂਟ ਕਰੋਗੇ? ਜਿਹੜਾ ਤੁਸੀਂ ਇਕੱਠ ਆਪਾਂ ਕਹਿ ਰਹੇ ਹੋ ਸੱਦ ਰਹੇ ਹੋ, ਸੰਗਤਾਂ ਤਾਂ ਆ ਜਾਣਗੀਆਂ, ਲੋਕਾਂ ਨੇ ਉੱਥੇ ਉਹ ਏਰੀਆ ਜਿਹੜਾ ਉਹ ਭਰ ਦੇਣਾ, ਇਕੱਠ ਹੋ ਜਾਣਾ ਉੱਥੇ, ਪਰ ਉਸ ਨੂੰ ਕਿਵੇਂ ਠੀਕ ਰੱਖੋਗੇ? ਉਹਦੇ ਬਾਰੇ ਕੁਝ ਸੋਚਿਆ? ਕੋਈ ਸਿਸਟਮ 'ਚ ਹੈ ਤੁਹਾਡੇ ਤੇ ਬਈ ਆਪਾਂ ਉਹਨੂੰ ਕਿਵੇਂ ਵਧੀਆ ਤਰੀਕੇ ਨਾਲ ਤੁਸੀਂ ਕਰੋਗੇ? ਹਾਂਜੀ, ਉਹਦੇ ਸੰਗਤ ਵੱਲੋਂ ਵਾਲੰਟੀਅਰਸ ਵੀ ਬਹੁਤ ਨੇ ਜਿਹੜੀ ਮਦਦ ਕਰ ਸਕਦੇ ਆ, ਪਰ ਇਹ ਸੰਗਤ ਵੱਲੋਂ ਜਿਹੜਾ ਮੁਜ਼ਾਹਰਾ ਕਾਲ ਕੀਤਾ ਗਿਆ ਹੈ ਇਹਦੇ ਵਿੱਚ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ। ਪਬਲਿਕ ਪ੍ਰਾਪਰਟੀ 'ਤੇ ਰਹਿਣਾ, ਜਿੱਦਾਂ ਸਾਈਡ ਵਾਕਸ ਆ ਉੱਥੇ ਤੁਸੀਂ ਬਾਲਾ ਚਿਰ ਖੜ ਨਹੀਂ ਸਕਦੇ, ਸੋ ਇੱਕ ਤੁਹਾਨੂੰ ਤੁਰਨਾ ਪੈਣਾ ਆ। ਤੇ ਉਹ ਜਿਹੜਾ ਤੁਹਾਨੂੰ ਜਿੱਦਾਂ ਕਈਆਂ ਨੂੰ ਪਤਾ ਆ ਕਿ ਜਿੱਥੇ ਖਾਲਸਾ ਸਕੂਲ ਤੇ ਉਹਨਾਂ ਦਾ ਘਰ ਆ ਉਹ ਕਲਡਸਾਕ ਦੇ ਵਿੱਚ ਪੈਂਦਾ ਆ, ਤੇ ਉਹਦੇ ਵਿੱਚ ਲਗਾਤਾਰ ਜੇ ਉੱਥੇ ਜਿੱਦਾਂ ਨਾ ਬੰਦੇ ਘੁੰਮੀ ਜਾਣ ਤੇ ਜਿਹੜੀ ਸੰਗਤ ਆਈ ਆ, ਅਸੀਂ ਉਸ ਤਰੀਕੇ ਨਾਲ ਕਰਨਾ ਹੈ ਕਿ ਅਸੀਂ ਕੋਈ ਵੀ ਟ੍ਰੈਸਪੈਸਿੰਗ ਲਾਅ ਨਹੀਂ ਵਾਇਲੇਟ ਕਰਦੇ, ਕੋਈ ਵੀ ਬਾਈ ਲਾਅ ਨਹੀਂ ਵਾਇਲੇਟ ਕਰਦੇ। COVID-19 ਮੁਤਾਬਿਕ ਜਿਹੜਾ ਸੋਸ਼ਲ ਡਿਸਟੈਂਸਿੰਗ ਵੱਧ ਤੋਂ ਵੱਧ ਰੱਖਣ ਦੀ ਕੋਸ਼ਿਸ਼ ਉੱਥੇ ਹੋਣੀ ਆ। ਮਾਸਕ ਜਿਹੜੇ ਆ ਉਹ ਗੁਰਦੁਆਰੇ ਸਾਹਿਬਾਨ ਦੇ ਜਿਹੜੇ ਸੇਵਾਦਾਰ ਆ ਜਿਹੜੇ ਉੱਥੇ ਆ ਰਹੇ ਆ ਉਹਨਾਂ ਦੇ ਕੋਲ ਹੈਗੇ ਆ, ਉਹਨਾਂ ਨੇ ਪ੍ਰੋਵਾਈਡ ਕਰਨੇ ਆ। ਸੋ ਉਹਦੇ ਵਿੱਚ ਸਾਰੇ ਦੇ ਸਾਰੇ ਇਹ ਸਾਰੇ ਗੱਲਾਂ ਹੋ ਚੁੱਕੀਆਂ ਤੇ ਜਿਹੜੀ ਸੰਗਤ ਆ ਉਹਨਾਂ ਨੇ ਸਿਟੀ ਆਫ ਸਰੀ ਨਾਲ ਵੀ ਗੱਲਬਾਤ ਕਰ ਰਹੀ ਹੈ ਕਿ ਇਹ ਸਾਰਾ ਕੁਝ ਹੋ ਰਿਹਾ ਆ। ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਚੁੱਕੀ ਆ, ਉਹ ਵੀ ਇਹਦੇ ਵਿੱਚ ਲਾਈਕ ਸਾਨੂੰ ਸਲਾਹ ਦੇ ਰਹੇ ਆ ਕਿ ਅਸੀਂ ਵੱਧ ਤੋਂ ਵੱਧ ਇਹਨੂੰ ਕਿੱਦਾਂ ਬੰਦਿਆਂ ਦੀ ਵੀ ਸੇਫਟੀ ਹੋ ਸਕਦੀ ਉੱਥੇ, ਤੇ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ ਜਿੱਦਾਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਹੋਣਾ ਆ। ਤੇ ਉਸ ਤੋਂ ਪਹਿਲਾਂ ਵੀ ਜੇ ਹੁਣ ਸਾਨੂੰ ਪਤਾ ਆ ਕਿ ਜਿਹੜੇ ਅਸੀਂ ਥੋੜ੍ਹੇ ਜਿਹੇ ਇਨਵੋਲਵਡ ਜ਼ਿਆਦਾ ਆ ਕਿ ਸਾਨੂੰ ਲਗਾਤਾਰ ਕਈਆਂ ਦੇ ਫੋਨ ਆ ਰਹੇ ਆ ਕਿ ਸਰੂਪ ਜਿਹੜੇ ਆ ਤੁਸੀਂ ਚੁੱਕ ਸਕਦੇ ਆ, ਸਰੂਪ ਇੱਦਾਂ ਕਰ ਸਕਦੇ ਆ। ਚੁੱਕਣ ਤੋਂ ਪਹਿਲਾਂ ਤੇ ਮਹਾਰਾਜ ਦੀ ਸੇਵਾ ਕਰਨ ਤੋਂ ਪਹਿਲਾਂ ਤੇ ਗੁਰੂ ਨਾਨਕ ਦੇਵ ਗੁਰਦੁਆਰਾ ਸਾਹਿਬ ਲਿਆਉਣ ਤੋਂ ਪਹਿਲਾਂ ਸਾਨੂੰ ਬਹੁਤ ਕੰਡੀਸ਼ਨਸ ਜਿਹੜੀਆਂ ਉਹ ਜਾਰੀ ਕਰਨੀ ਪੈਣੀਆਂ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਚਾਹੀਦਾ ਹੈ ਕਿ ਅਸੀਂ ਪ੍ਰਾਪਰਟੀ ਤੇ ਆ ਸਕਦੇ ਹਾਂ, ਕਿਉਂਕਿ ਇਹ ਨਾ ਹੋਵੇ ਜਿੱਥੇ ਟਰਸਟ ਟੁੱਟਿਆ ਆ ਉਹਨਾਂ ਨੇ ਸਾਡੇ ਤੇ ਵੀ ਨਹੀਂ ਇਹ ਬਿਲੀਫ ਰੱਖੀਗਾ ਕਿ ਸਾਨੂੰ ਹੁਣ ਵੀ ਚਿੱਠੀ ਆਈ ਆ ਰਘੁਪਤ ਸਿੰਘ ਮਾਲਕ ਤੇ ਬਲਵੰਤ ਸਿੰਘ ਪੰਧੇਰ ਵੱਲੋਂ ਕਿ ਤੁਸੀਂ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਇਹ ਤੋਂ ਪਹਿਲਾਂ ਚੈੱਕ ਕਰੋ ਕਿ ਸਾਡੇ ਖਾਲਸਾ ਸਕੂਲ ਤੇ ਹੀ ਇੰਸਪੈਕਸ਼ਨ ਹੋਣੀ ਚਾਹੀਦੀ ਸਰੂਪਾਂ ਦੀ। ਕਿ ਉਹਨਾਂ ਨੂੰ ਇਹ ਆ ਕਿ ਡਰ, ਉਹਨਾਂ ਨੇ ਜਿਹੜੀ ਚਿੱਠੀ 'ਚ ਲਿਖਿਆ ਇਹ ਉਹਨਾਂ ਦੇ ਬੋਲ ਆ ਕਿ ਉਹਨਾਂ ਨੂੰ ਇਹ ਡਰ ਆ ਕਿ ਜੇ ਇੱਥੋਂ ਸਰੂਪ ਲਿਜਾਏ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਤੱਕ ਕੋਈ ਸ਼ਰਾਰਤੀ ਅਨਸਰ ਜਿਹੜੇ ਆ ਉਹ ਉਹਨਾਂ ਦੇ ਵਿੱਚ ਕੋਈ ਬਦਲ ਹੀ ਨਾ ਕਰ ਦੇਣ, ਤੇ ਉਹ ਚਾਹੁੰਦੇ ਆ ਕਿ ਸਾਰੇ ਇੰਸਪੈਕਟ ਉੱਥੇ ਹੋਣ। ਤੇ ਸੈਕੰਡ ਗੱਲ ਉਹਨਾਂ ਨੇ ਕਿ ਜਿਹੜਾ ਉਹਨਾਂ ਦੇ ਕੋਲ ਪ੍ਰਿੰਟਿੰਗ ਦੀ ਮਸ਼ੀਨ ਆ ਜਿਹੜੀ ਮੇਰੀ ਸਮਝ ਮੁਤਾਬਕ ਆ ਕਿ ਉਹ ਲੀਜ਼ ਤੇ ਆ ਤੇ ਉਹ ਚਾਹੁੰਦੇ ਆ ਕਿ ਉਹ ਉੱਥੇ ਰਵੇ। ਅਸੀਂ ਉਸ ਪਰਸਨਲੀ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਉਹਨਾਂ ਦੇ ਨਾਲ ਜਿਹੜੇ ਪੰਜ ਸਿੰਘ ਆ ਉਹ ਡੀਲ ਕਰ ਰਹੇ ਆ, ਪਰ ਜਵਾਬ ਇਹੀ ਆ ਕਿ ਜੋ ਆਦੇਸ਼ ਆਇਆ ਆ ਉਹਦੇ ਵਿੱਚ ਨੈਗੋਸ਼ੀਏਸ਼ਨ ਹੈ ਨਹੀਂ, ਕਿ ਤੁਸੀਂ ਇਸ ਗੱਲ ਨੂੰ ਨੈਗੋਸ਼ੀਏਟ ਨਹੀਂ ਕਰ ਸਕਦੇ। ਇਹਦੇ ਵਿੱਚ ਕੋਈ ਹੋਰ ਚੀਜ਼ਾਂ ਹੋ ਸਕਦੀਆਂ। ਤੁਹਾਡਾ ਇੱਕ ਜਿਹੜਾ ਸਿੰਘ ਆ ਉਹ ਨਾਲ ਜਾ ਸਕਦਾ ਆ ਜਿੱਥੇ ਸਰੂਪ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਰੱਖੇ ਜਾਣੇ ਆ, ਉਹ ਜਦੋਂ ਉਹ ਚੈੱਕ ਹੋਣੇ ਆ ਤੇ ਦੇਖਣਾ ਆ ਕਿ ਇਹਦੇ ਵਿੱਚ ਵਾਕਈ ਸਾਰਾ ਕੁਝ ਠੀਕ ਆ, ਸਾਰੀ ਇਹਦੇ ਵਿੱਚ ਜਿਹੜੀ ਛਪਾਈ ਹੋਈ ਆ ਉਹ ਠੀਕ ਆ, ਸ਼ਬਦ ਗੁਰੂ ਮੁਤਾਬਕ ਜਿਹੜੀ ਬਾਣੀ ਆ ਉਹਦੇ ਵਿੱਚ ਉਹ ਸ਼ਾਮਲ ਹੋ ਸਕਦੇ ਆ, ਪਰ ਉਹਨਾਂ ਦੀ ਕੋਈ ਕੰਡੀਸ਼ਨ ਨਹੀਂ ਮੰਨੀ ਜਾਣੀ। ਇਹ ਨਹੀਂ ਹੋ ਸਕਦਾ ਹੁਣ ਕਿ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਤੇ ਬੰਦੇ ਟਰਮਸ ਡਿਕਟੇਟ ਕਰਨਾ ਪੈਣ, ਇਹ ਨਹੀਂ ਆਪਾਂ ਕਰਨਾ ਇਹਦੇ ਵਿੱਚ। ਤੇ ਆਈ ਥਿੰਕ ਇਹਦੇ ਵਿੱਚ ਜਿਹੜੇ ਲਾਇਰਸ ਜਿਹੜੇ ਆ ਕੈਨੇਡਾ ਤੇ ਇੰਡੀਆ ਦੇ ਵਿੱਚ ਉਹ ਵੀ ਗੱਲਬਾਤ ਹੋ ਰਹੀ ਹੈ ਕਿ ਇਹਦੇ ਪਿੱਛੇ ਕੋਈ ਅਸੀਂ ਹੋਰ ਵੀ ਜਿਹੜੇ ਕਦਮ ਚੁੱਕ ਸਕਦੇ ਹਾਂ ਜੇ ਚੱਕਣ ਦੀ ਲੋੜ ਹੋਵੇ, ਉਹਦੇ ਵਿੱਚ ਐਟਲੀਸਟ ਸਾਨੂੰ ਇੱਕ ਲੀਗਲ ਸਲਾਹ ਲੈਣੀ ਚਾਹੀਦੀ ਹੈ ਕਿ ਇਹ ਜੋ ਹੋਇਆ ਹੈ ਇੱਥੇ ਵਾਪਰਿਆ ਆ ਉਹਦੇ ਵਿੱਚ ਕੋਈ ਜਿਹੜੀ ਲੀਗਲ ਕਾਰਵਾਈ ਆ ਜੋ ਹੋ ਰਿਹਾ ਜੇ ਉਹ ਹੋ ਸਕਦਾ ਹੈ। ਇੱਕ ਮਨਿੰਦਰ ਸਿੰਘ ਜੀ, ਮੇਰਾ ਨਿੱਜੀ ਤੌਰ ਤੇ ਮੇਰਾ ਖਦਸ਼ਾ ਹੈ 15-20 ਤੇ 15-20 ਤੋਂ ਫਿਰ 62 ਕੋਈ ਉਹ ਜਿਹੜਾ ਪ੍ਰਿੰਟਰ ਹੈ ਉਹਦਾ ਕੋਈ ਸੀਰੀਅਲ ਨੰਬਰ, ਪ੍ਰਿੰਟਰ ਕਿਹਨੇ ਸਪਲਾਈ ਕੀਤਾ, ਵੱਡੀਆਂ ਕੰਪਨੀਆਂ ਦੇ ਕੋਲ ਡੇਟਾ ਹੁੰਦਾ ਹੈ ਕਿਉਂਕਿ ਹੁਣ ਸਿਸਟਮ ਆ ਵੀ ਉਹਦੇ ਰਾਹੀਂ ਕਿੰਨੀ ਪ੍ਰਿੰਟਿੰਗ ਹੋ ਗਈ, ਫਿਰ ਉਹ ਆ ਕੇ ਉਹਦੀ ਸਰਵਿਸ ਕਰਦੇ ਨੇ। ਕੀ ਇਹ ਪਤਾ ਲੱਗ ਸਕਦਾ ਹੈ ਕਿ ਉਹਦੇ ਰਾਹੀਂ ਕਿੰਨੀ ਪ੍ਰਿੰਟਿੰਗ ਹੋ ਗਈ? ਕੀ ਪਤਾ 62 ਦੀ ਜਗ੍ਹਾ 162 ਹੋਵੇ। ਤੁਸੀਂ ਹੁਣ ਇਹ ਮਈ ਦੀਆਂ ਗੱਲਾਂ ਕਰ ਰਹੇ ਹੋ ਵੀ ਮਈ ਦੇ ਵਿੱਚ ਤੁਸੀਂ ਕਦ ਕਿਹੜੇ ਟਾਈਮ ਘਰੇ ਗਏ ਸੀ ਜਦ ਇਹ ਮਸ਼ੀਨਾਂ ਲੱਗੀਆਂ ਹੋਈਆਂ ਸੀ ਜੀ ਉੱਥੇ? ਮਈ ਦੇ ਵਿੱਚ? ਉਹ ਫੈਬਰੂਰੀ ਦੇ ਵਿੱਚ। ਫੈਬਰੂਰੀ 'ਚ ਜਦ ਉਹ ਮਤਲਬ ਇੱਕ ਆਪਣੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਸੀ, ਹੋਰ ਵੀ ਸੰਗਤ ਸੀ ਜਾਂ ਤੁਸੀਂ ਇਕੱਲੇ ਗਏ ਸੀ?
ਨਹੀਂ, ਉੱਥੇ ਉਹਨਾਂ ਨੇ ਕਈ ਸੰਗਤ ਵਾਲੇ ਰੂਪ ਦੇ ਵਿੱਚ ਸੱਦੇ ਸੀਗੇ, ਪਰਿਵਾਰ ਸੱਦੇ ਸੀ, ਜਿਹਦਾ ਓਪਨ ਸੱਦਾ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਨੈਟਵਰਕ ਦੇ ਵਿੱਚ ਹੋਣੇ ਆ ਉਹਨਾਂ ਨੂੰ ਸੱਦਿਆ ਸੀ। ਮੈਨੂੰ ਕੋਈ ਸੱਦਾ ਨਹੀਂ ਗਿਆ ਸੀ, ਮੈਨੂੰ ਟਿਪ ਆਫ ਕਰ ਦਿੱਤਾ ਸੀਗਾ ਕਿਸੇ ਨੇ ਜਿਹੜਾ ਇਹਨਾਂ ਦੇ ਕੋਈ ਜਾਣ ਪਛਾਣ 'ਚ ਕਿ ਆਹ ਹੋ ਰਿਹਾ ਆ, ਤੇ ਮੈਂ ਇਹਨਾਂ ਨੂੰ ਡਾਇਰੈਕਟਲੀ ਪੁੱਛ ਲਿਆ ਕਿ ਕੀ ਤੁਸੀਂ ਵਾਕਈ ਆ ਕਰ ਰਹੇ ਆ, ਤੇ ਇਹਨਾਂ ਨੇ ਕਿਹਾ ਕਿ ਤੁਸੀਂ ਬਲਵੰਤ ਸਿੰਘ ਪੰਧੇਰ ਦੇ ਘਰ ਆ ਜਾਓ, ਤੁਹਾਨੂੰ ਸਾਰਾ ਕੁਝ ਇੱਥੇ ਸਮਝਾ ਦਿੰਦੇ ਆ, ਦਿਖਾ ਦਿੰਦੇ ਆ। ਉਦੋਂ ਫੈਬਰੂਅਰੀ ਦੇ ਵਿੱਚ ਪਤਾ ਲੱਗਿਆ, ਉਦੋਂ ਹੀ ਅਸੀਂ ਇੱਥੇ ਰੋਕ ਲਾਈ ਫੈਬਰੂਅਰੀ ਦੇ ਵਿੱਚ ਹੀ ਕਿ April ਤੱਕ ਅਸੀਂ ਮੀਟਿੰਗ ਕਰਨੀ ਹੈ, ਤੁਸੀਂ ਕੁਛ ਨਹੀਂ ਕਰ ਸਕਦੇ। ਇਹਨਾਂ ਨੇ April ਤੱਕ ਮੰਨਿਆ। ਮਈ ਤੋਂ ਬਾਅਦ ਪ੍ਰਿੰਟਿੰਗ ਸ਼ੁਰੂ ਹੋਈ, ਕਰਕੇ ਜਦੋਂ ਮਈ ਦੇ ਵਿੱਚ ਮੈਨੂੰ ਮਿਲੇ ਸੀਗੇ ਉਦੋਂ ਅਸੀਂ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਕੁਛ ਨਹੀਂ ਕਰਨਾ ਜਿੰਨਾ ਚਿਰ ਸਾਡੇ ਕੋਲ ਸੰਗਤੀ ਰੂਪ ਦੇ ਵਿੱਚ ਕੋਈ ਡਿਸੀਜਨ ਨਹੀਂ ਮੇਕਰ ਹੁੰਦੇ, ਜਾਂ ਅਸੀਂ ਹੋਰ ਜਿਹੜੇ ਗੁਰਦੁਆਰੇ ਕੈਨੇਡਾ ਦੇ ਵਿੱਚ ਨਹੀਂ ਗੱਲਬਾਤ ਕਰਦੇ, ਅਸੀਂ ਕੋਈ ਸਟੈਪ ਨਹੀਂ ਚੁੱਕਣਾ ਇਸ ਦੇ ਵਿੱਚ। ਇਹਨਾਂ ਨੇ ਫਿਰ ਮਈ ਤੋਂ ਜੁਲਾਈ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ, ਤੇ ਸਾਰੀ ਦੀ ਜਿਹੜੀ ਪ੍ਰਿੰਟਿੰਗ ਜਾਂ ਜਿਹੜੀ ਪਤਾ ਲੱਗ ਰਹੀ ਹੈ ਕਿ ਉਸ ਟਾਈਮ ਦੇ ਵਿੱਚ ਹੋ ਗਈ ਮਈ ਤੋਂ ਜੁਲਾਈ ਦੇ ਵਿੱਚ। ਤੇ ਜੁਲਾਈ ਦੇ ਵਿੱਚ ਸਾਨੂੰ ਜਦੋਂ ਪ੍ਰਿੰਟਿੰਗ ਦਾ ਪਤਾ ਲੱਗਿਆ, ਫਿਰ ਅਸੀਂ ਫਿਰ ਇਹਨਾਂ ਨਾਲ ਮੀਟਿੰਗ ਕਾਲ ਕੀਤੀ, ਤੇ ਫਿਰ ਇਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਨਾਂ ਨੂੰ ਦੱਸਣ ਲਈ ਕਿ ਆਹ ਇੱਥੇ ਹੋ ਰਿਹਾ ਆ, ਆਹ ਇਹ ਮੰਨੇ ਆ। ਤੇ ਜਿਹੜਾ ਨੰਬਰ ਆ ਉਸ ਤੋਂ ਲਗਾਤਾਰ ਚੇਂਜ ਹੁੰਦਾ ਰਿਹਾ। 11 ਤੋਂ 15 ਸਾਨੂੰ ਜੁਲਾਈ 27 ਨੂੰ ਦੱਸਿਆ ਗਿਆ ਕਿ 11 ਤੋਂ 15 ਸਰੂਪ ਛਾਪੇ ਗਏ। ਉਸ ਤੋਂ ਬਾਅਦ ਇਹਨਾਂ ਨੇ ਮੀਡੀਆ ਦੇ ਉੱਤੇ ਮੰਨਿਆ ਕਿ ਤਕਰੀਬਨ 20 ਸਰੂਪ ਛਾਪੇ ਗਏ। ਜਦੋਂ ਇਸ ਵੀਕਐਂਡ ਤੇ ਅਸੀਂ ਸਾਰਾ ਕੁਝ ਕੀਤਾ, ਇਹਨਾਂ ਨੇ ਦੱਸਿਆ ਕਿ 39 ਸਰੂਪ ਸਾਡੇ ਕੋਲ ਇੱਥੇ ਖਾਲਸਾ ਸਕੂਲ ਨਿਊਟਨ 'ਚ ਹੈ, ਤੇ ਤਕਰੀਬਨ ਤਕਰੀਬਨ ਨਹੀਂ, ਉਹਨਾਂ ਨੇ ਸਿੱਧਾ ਕਿਹਾ ਕਿ 62 ਸਰੂਪ ਜਿਹੜੇ ਆ ਉਹ ਛਾਪੇ ਗਏ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਿੰਟਿੰਗ ਤੇ ਮਸ਼ੀਨ ਦੇ ਉੱਤੇ ਕਾਊਂਟਰ ਵੀ ਲੱਗਿਆ ਹੈ, ਕਿ ਅਸੀਂ ਉਹਨਾਂ ਨੇ ਆਪ ਸਾਨੂੰ ਕਿਹਾ ਕਿ ਤੁਸੀਂ ਕਾਊਂਟਰ ਚੈੱਕ ਕਰ ਸਕਦੇ ਆ, ਕਾਊਂਟਰ ਤੇ ਹੋਊਗਾ ਕਿ ਕੀ ਪ੍ਰਿੰਟ ਹੋਇਆ, ਕਿੰਨਾ ਪ੍ਰਿੰਟ ਹੋਇਆ। ਤੇ ਉਹ ਜਿਹੜੀ ਡੇਟਾ ਜਦੋਂ ਕਿਹਾ ਆ ਕਿ ਜਿੱਥੇ ਸਰਵਰਸ ਦੇ ਵਿੱਚ ਜਾਂ ਹੋਰ ਥਾਂ ਤੇ ਜੇ ਕਨੈਕਟਡ ਹੈਗਾ ਆ ਉੱਥੋਂ ਵੀ ਮਿਲ ਸਕਦੀ ਆ, ਪਰ ਡੈਫੀਨਿਟਲੀ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਜੇ 15 ਤੋਂ 20 ਤੋਂ 62 ਹੋ ਸਕਦੇ ਆ, ਇਹ ਜ਼ਿਆਦਾ ਵੀ ਹੋ ਸਕਦੇ ਆ। 1844 247 1550 ਮਨਿੰਦਰ ਸਿੰਘ ਹੁਣੀ ਮੇਰੇ ਨਾਲ ਰਹਿਣਗੇ, ਕਿਉਂਕਿ ਬਹੁਤ ਸਿੱਖ ਸੰਗਤ ਦੇ ਇਸ਼ੂ ਨੇ, ਉਹਨਾਂ ਦੇ ਵੀ ਬਲਬਲੇ ਜਿਹੜੇ ਨੇ ਹੋਣੇ ਚਾਹੀਦੇ, ਉਹਨਾਂ ਨੂੰ ਐਕਸੈਸ ਚਾਹੀਦਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀਆਂ ਮੈਂ ਕਾਲਸ ਲੈਣਾ, ਪਲੀਜ਼ ਫੋਨ ਕਰਿਓ, ਸ਼ਾਰਟ ਰੱਖਿਓ। ਸਵਾਲ ਮਨਿੰਦਰ ਸਿੰਘ ਹੁਣਾਂ ਨੂੰ ਤੁਸੀਂ ਪੁੱਛ ਸਕਦੇ ਹੋ, ਕੋਈ ਆਪਣਾ ਮਸ਼ਵਰਾ ਜਿਹੜਾ ਉਹ ਵੀ ਦੇ ਸਕਦੇ ਹੋ। ਹੁਣੇ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰ। ਹਾਂਜੀ, ਸਤਿ ਸ਼੍ਰੀ ਅਕਾਲ। ਅਮਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਪਣੇ ਮਹਿਮਾਨ ਸਰਦਾਰ ਮਨਿੰਦਰ ਸਿੰਘ ਜੀ ਨੂੰ। ਮਨਿੰਦਰ ਸਿੰਘ ਨੂੰ, ਹਾਂਜੀ ਮਨਿੰਦਰ ਸਿੰਘ ਜੀ, ਸੌਰੀ। ਤੇ ਮੈਂ ਇਹ ਕਹਿਣਾ ਚਾਹੁੰਦਾ ਜੀ, ਮੈਂ ਸਾਰੀ ਗੱਲ ਇਹਨਾਂ ਧਿਆਨ ਨਾਲ ਸੁਣੀ ਹੈ ਕਿ ਇਹ ਗੱਲ ਦੇ ਹਿਸਾਬ ਨਾਲ ਜੀ ਮੈਨੂੰ ਤਾਂ ਜਦ ਇਹ ਕਹਿੰਦੇ ਆ ਕਿ ਚੋਰ ਆਪਦੀ ਚੋਰੀਆਂ ਨਹੀਂ ਦੱਸਦਾ, ਤੇ ਤੁਸੀਂ 3-4 ਦਿਨ ਪਹਿਲਾਂ ਗਿੱਲ ਸਾਹਿਬ ਤੁਸੀਂ ਵੀ ਇਹ ਗੱਲ ਮੈਨੂੰ ਸਰੋਤਿਆਂ ਮੂਹਰੇ ਕੀਤੀ ਹੈ ਕਿ ਜਿਹੜੇ ਇੱਧਰਲੇ ਬੋਰਨ ਜਵਾਕ ਆ ਤੇ ਆਪਾਂ ਜਿਹੜੇ ਇੰਡੀਆ ਤੋਂ ਆਏ ਆ, ਅਸੀਂ ਇੱਕ ਦੂਜੇ ਦੀ ਜਿਹੜੀਆਂ ਗੱਲਾਂ ਉਹ ਸਮਝ ਨਹੀਂ ਸਕਦੇ। ਤੇ ਮੈਂ ਮਨਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਦ ਇਹੋ ਜਿਹੇ ਲੋਕਾਂ ਨਾਲ ਤੁਸੀਂ ਮੀਟਿੰਗ ਕਰਨ ਜਾਂਦੇ ਹੋ ਨਾ, ਜਿਵੇਂ ਰਿਪਦਮਨ ਸਿੰਘ ਮਲਕ ਹੋ ਗਿਆ ਜਾਂ ਹੋਰ ਜਿਹੜੇ ਹੈਗੇ ਜਿਹੜੇ ਉੱਧਰਲੇ ਆਏ ਹੋਏ, ਉੱਧਰੋਂ ਆਏ ਹੋਏ ਆ ਜਿਹੜੇ, ਤੇ ਮੈਂ ਇਹਨਾਂ ਨਾਲ ਗੁਜ਼ਾਰਿਸ਼ ਇੱਕ ਗੱਲ ਦੀ ਕਰਦਾ ਕਿ ਜਦ ਇਹ ਜਾਣ ਨਾ, ਇਹ ਇੱਕ ਅੱਧਾ ਉਹਦੇ ਨਾਲ ਦਾ ਕੋਈ ਭਰੋਸੇਮੰਦ ਜਿਹੜਾ ਉੱਧਰੋਂ ਆਇਆ ਹੋਇਆ ਉਹਦੇ ਨਾਲ ਜ਼ਰੂਰ ਉਹਨਾਂ ਨੂੰ ਨਾਲ ਲੈ ਕੇ ਜਾਣ, ਤਾਂ ਕਿ ਜਿਹੜੀ, ਕਿਉਂਕਿ ਜਿਹੜੇ ਅਸੀਂ ਉੱਧਰੋਂ ਆਏ ਹੋਏ ਆ ਨਾ, ਅਸੀਂ ਉਹ ਲੋਕ ਆ, ਅਸੀਂ ਗੱਲ ਕੁਛ ਹੋਰ ਕਰਦੇ ਆ ਤੇ ਅੰਦਰੋਂ ਕੁਛ ਹੋਰ ਆ। ਤੇ ਮੈਨੂੰ ਤਾਂ ਜੀ ਪ੍ਰਤੀਤ ਇਹ ਹੋ ਰਿਹਾ ਸਾਰੀਆਂ ਗੱਲਾਂ ਨਾਲੋਂ ਕਿ ਪਹਿਲਾਂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗ੍ਰੰਥ ਖੜੇ ਕਰ ਦੇਣੇ, ਉਦੋਂ ਬਾਅਦ ਹੁਣ ਤਾਂ ਇੱਥੇ ਤੱਕ ਪਹੁੰਚ ਚੁੱਕੀ ਹੈ ਸਾਜ਼ਿਸ਼ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਲਗੜ ਕਰਨ ਨੂੰ ਫਿਰਦੇ ਆ। ਤੇ ਇਹ ਬਿਲਕੁਲ ਕੈਨੇਡਾ ਦੇ ਸਾਰੇ ਪ੍ਰਧਾਨ ਸੁਚੇਤ ਰਹਿਣ ਇਹ ਗੱਲ ਤੋਂ, ਬਿਲਕੁਲ ਉਹ ਵੀਰ ਨੂੰ ਸਾਂਭ ਕੇ ਰੱਖਣ, ਜਿਹੜੇ ਜਿਹ 'ਚ 9 ਗੁਰੂਆਂ ਦੀ ਬਾਣੀ ਆ ਉਹਨਾਂ ਨੂੰ ਸਾਂਭ ਕੇ ਰੱਖਣ, ਕਿਉਂਕਿ ਹੁਣ ਅਟੈਕ ਸਿੱਧਾ ਹੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋ ਰਿਹਾ ਵਾ। ਬਿਲਕੁਲ ਸੁਚੇਤ ਰਹਿਣ। ਸਰਦਾਰ ਮਨਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ, ਕਿਉਂਕਿ ਹੁਣੇ 3-4 ਦਿਨ ਪਹਿਲਾਂ ਇਹਨਾਂ ਦਾ ਜਿਹੜਾ ਰਿਪਦਮਨ ਸਿੰਘ ਮਲਕ ਹੈ, ਇਹਦਾ ਭਾਣਜਾ ਪਤਾ ਨਹੀਂ ਭਤੀਜਾ ਕੁਲਵੀਰ ਸਿੰਘ, ਇਹਨੇ ਕੁਛ ਹੁਣ ਚੱਲਦੇ ਸੰਘਰਸ਼ ਦੇ ਵਿੱਚ ਬਿਆਨ ਵੀ ਦਿੱਤੇ ਆ, ਆਪਦੇ ਆਪ ਨੂੰ ਇਹ ਦੱਸ ਰਿਹਾ ਕਿ ਮੈਂ ਸੰਘਰਸ਼ ਨਾਲ ਜੁੜਿਆ ਹੋਇਆ ਵਾਂ, ਬਲਕਿ ਇਹਦਾ ਕੋਈ ਲੈਣਾ ਦੇਣਾ ਨਹੀਂ ਉਹ ਸੰਘਰਸ਼ ਨਾਲ। ਤੇ ਮੈਂ ਸਰਦਾਰ ਮਨਿੰਦਰ ਸਿੰਘ ਨੂੰ ਇੱਕ ਹੋਰ ਬੇਨਤੀ ਕਰ ਦੇਣਾ ਚਾਹੁੰਦਾ ਇਹਦੇ ਨਾਲ ਕਿ ਹੁਣ ਜਿਹੜਾ ਟਾਈਮ ਆ
ਇਹ ਸਿਰਫ ਜੀ ਨਾਰੇ ਲਾਉਣ ਤੱਕਰ ਤੇ ਇੱਕ ਖਾਲਿਸਤਾਨ ਦਾ ਬ੍ਰਾਂਡ ਦਾ ਤੇ ਚਲਾਉਣ ਤੱਕਰ ਨਹੀਂ ਹੈਗਾ। ਹੁਣ ਜਿਹੜਾ ਐਕਸ਼ਨ ਹੋ ਰਿਹਾ, ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਪਲੀਜ਼ ਉਹ ਐਕਸ਼ਨ ਦੇ ਨਾਲ ਰਹਿਣ, ਕਿਉਂਕਿ ਮੈਨੂੰ ਇਹ ਪ੍ਰਤੀਤ ਹੋ ਰਿਹਾ ਕਿ ਇਹ ਜਿਹੜਾ ਮੋਰਚਾ ਵਾ ਇਹ ਆਖਰਲਾ ਮੋਰਚਾ ਵਾ ਜੀ। ਕਿਉਂਕਿ ਜੇ ਇਹ ਮੋਰਚਾ ਅਨਸਕਸੈਸਫੁਲ ਹੋ ਜਾਂਦਾ, ਇਸ ਤੋਂ ਬਾਅਦ ਜਿਹੜੀ ਆਪਣੀ ਇਹ ਜਨਰੇਸ਼ਨ ਆ ਜਿਹੜੀ ਉਧਰੋਂ ਆਈ ਹੋਈ ਆ, ਜਦ ਇਹ ਸੋਚ ਵਾਲੇ ਬੰਦਿਆਂ ਦੀ 10-20 ਸਾਲਾਂ ਨੂੰ ਡੈਥ ਹੋ ਜਾਂਦੀ ਆ, ਤੇ ਫਿਰ ਕਿਸੇ ਨੇ ਕਦੇ ਵੀ ਇਹ ਮੋਰਚਾ ਕਦੇ ਨਹੀਂ ਲੱਗਣਾ ਹੈ। ਇੰਨਾ ਹੀ ਮੈਂ ਕਹਿੰਦਾ ਹੋਇਆ ਖਿਮਾ ਯਾਦਗਾਰੀ, ਸਤਿ ਸ੍ਰੀ ਅਕਾਲ। ਤਾਂ ਇਕੱਲੇ ਨਹੀਂ ਹੁੰਦੇ ਜੀ, ਮਨਿੰਦਰ ਸਿੰਘ ਉਹਨਾਂ ਦੇ ਨਾਲ ਬੋਤਿਆਂ ਚ ਜਿਹੜੇ ਬੰਦੇ ਨਾਲ ਜਾਂਦੇ ਆ, ਇਹ ਨਹੀਂ ਇਕੱਲੇ ਜਾਂਦੇ ਕਦੇ ਵੀ। ਇਹੋ ਜਿਹੀ ਨਹੀਂ ਕਹਾਣੀ ਹੈ। ਮਤਲਬ ਇਹ ਕਿਉਂਕਿ ਇੱਕ ਪਦਵੀ ਦਾ ਕਿਉਂਕਿ BC ਸਿੱਖ ਗੁਰਦੁਆਰਾ ਕੌਂਸਲ ਦੇ ਉਹ ਸਪੋਕਸਪਰਸਨ ਨੇ, ਨਾਲ ਸਦਈ ਸਿੰਘ ਜਾਂਦੇ ਆ। ਇਹੋ ਜਿਹੀ ਗੱਲ ਨਹੀਂ ਹੈ, ਉਹ ਇਕੱਲੇ ਨਹੀਂ ਜਾਂਦੇ। ਗਗਨ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਗੱਲ ਬਹੁਤ ਵੀ ਨਹੀਂ ਕਰਦਾ, ਦੋ ਪੁਆਇੰਟਾਂ ਤੇ ਗੱਲ ਕਰੂੰਗਾ ਜੀ। ਪਹਿਲਾ ਪੁਆਇੰਟ ਇਹ ਹੈ ਜੀ, ਚੋਰੀ ਦੀ ਫਾਈਲ ਲੈ ਕੇ ਚੋਰੀ ਪ੍ਰੂਫ ਪ੍ਰਿੰਟ ਕਰਕੇ ਅਕਾਲ ਤਖਤ ਹੋਲਡ ਕਰਿਓ ਇਹ ID ਚੱਲ ਪਵੇ। You're listening to 1550 AM KRPI Ferndale. The views expressed are not necessarily those of the staff, management, or ownership of this station. ਹਾਂਜੀ ਗਗਨ ਸਿੰਘ ਜੀ। ਜੀ ਗਿੱਲ ਸਾਹਿਬ, ਮੈਂ ਕਹਿ ਰਿਹਾ ਸੀ ਕਿ ਚੋਰੀ ਦੀ ਫਾਈਲ ਲੈ ਕੇ ਚੋਰੀ ਸਰੂਪ ਪ੍ਰਿੰਟ ਕਰਕੇ ਸ਼੍ਰੋਮਣੀ ਜਿਹੜੀ ਸਾਡੀ ਸਭ ਤੋਂ ਉੱਚੀ ਸੰਸਥਾ ਅਕਾਲ ਤਖਤ ਆ, ਉਹ ਦੇਸ਼ ਨੂੰ ਮੰਨਣ ਦੇ ਲਈ ਚੋਰ ਅੱਜ ਕਹਿ ਰਿਹਾ ਵੀ ਮੈਂ ਚੋਰੀ ਦਾ ਸਮਾਨ ਆਪਣੀਆਂ ਸ਼ਰਤਾਂ ਦੇ ਤਹਿਤ ਫਿਰ ਮੈਂ ਤੁਹਾਨੂੰ ਬੈਕ ਦਊਂਗਾ। ਕਿੱਡੀ ਹੈਰਾਨੀ ਵਾਲੀ ਗੱਲ ਹੈ, ਪਹਿਲੀ ਗੱਲ। ਦੂਜੀ ਗੱਲ, ਆਪਾਂ ਅਕਸਰ ਸਾਰੇ ਜਣੇ ਕਿ ਕੌਂਸਲੇਟ ਦੇ ਸਾਹਮਣੇ ਕੋਈ ਇੱਕ ਬੰਦਾ ਨਾਅਰਾ ਲਾ ਦਿੰਦਾ ਤਾਂ ਉਹਨੂੰ ਇੰਡੀਆ ਦਾ ਨਾ ਵੀਜ਼ਾ ਮਿਲਦਾ, ਨਾ ਉਹ ਐਂਟਰੀ ਮਿਲਦੀ। ਇਹ ਸਬੂਤ ਹੈ ਜੀ, ਉੱਥੋਂ ਗਿਆਨ ਨੂੰ ਮੋੜ ਦਿੰਦੇ ਆ। ਜਿਹੜੇ ਬੰਦੇ ਤੇ ਕਿਸੇ ਸਮੇਂ ਦੀ ਸਰਕਾਰ ਨੇ ਇਹ ਇਲਜ਼ਾਮ ਲਾਇਆ ਹੋਵੇ ਵੀ ਇਹਨਾਂ ਨੂੰ ਸਾਡਾ ਜਹਾਜ਼ ਸਿੱਟਿਆ, ਉਸ ਬੰਦੇ ਨੂੰ ਜੇ ਉਸੇ ਹੀ ਮੁਲਕ ਦੇ ਵਿੱਚ 35 ਸਾਲ ਬਾਅਦ ਰੈੱਡ ਕਾਰਪੇਟ ਵੈਲਕਮ ਮਿਲ ਰਿਹਾ, ਤੇ ਸਾਨੂੰ ਸਮਝ ਲੈਣਾ ਚਾਹੀਦਾ ਇਹ ਉਹਨਾਂ ਦੇ ਜਿਹੜੇ ਪਿੱਠੂ ਆ ਉਹ ਇੱਥੇ ਕੌਮ ਦੇ ਵਿੱਚ ਫਸਾਦ ਪਾਉਣ ਨੂੰ ਬੈਠੇ ਆ। ਕੌਮ ਬੜੀ ਸੁਚੇਤ ਆ। ਜਿਹੜੇ ਵੀਰਾਂ ਨੇ ਆ ਪਹਿਲੇ ਤੁਹਾਡੇ ਕਾਲਰ ਨੇ ਖਦਸ਼ਾ ਜਤਾਇਆ ਸੀਗਾ, ਸਾਰੇ ਜਣੇ ਤੁਸੀਂ ਵੀ ਗੱਲ ਕਰ ਰਹੀ, ਸਾਰੇ ਜਣੇ ਬੜੇ ਸੁਚੇਤ ਆ। ਸਾਰਿਆਂ ਤੋਂ ਵੱਡੀ ਕਿਰਪਾ ਇਹ ਹੈ, ਅਸੀਂ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦਾ ਊਟ ਆਸਰਾ ਲੈ ਕੇ ਇਹ ਚੀਜ਼ ਨੂੰ ਕਦੇ ਨਹੀਂ ਏਦਾਂ ਹੋਣ ਦਿੰਦੇ, ਤੇ ਇਹੋ ਜਿਹੇ ਚੋਰਾਂ ਨੂੰ ਨੰਗੇ ਜ਼ਰੂਰ ਕਰਾਂਗੇ। ਗੁਰੂ ਪਾਤਸ਼ਾਹ ਕਿਰਪਾ ਕਰੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੁਕਤ ਸਿੰਘ ਜੀ, ਲਾਈਨ ਨੰਬਰ 5। ਸਾਹਿਬ ਮੁਕੰਦ ਸਿੰਘ ਜੀ। ਬਿਲਕੁਲ ਜੀ ਗਿੱਲ ਸਾਹਿਬ, ਬਹੁਤ ਤੁਹਾਨੂੰ ਤੇ ਸਾਹਿਬ ਮਨਿੰਦਰ ਸਿੰਘ ਨੂੰ ਸਤਿਕਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇੱਕ ਦੋ ਬੇਨਤੀਆਂ ਕਰਦੀ ਹਾਂ, ਬਹੁਤਾ ਟਾਈਮ ਨਹੀਂ ਲੈਣਾ। ਇੱਕ ਤਾਂ ਮੇਰੇ ਦਿਲ 'ਚ ਖਦਸ਼ਾ ਹੈ ਕਿ ਜਿਹੜੇ ਇੰਨੇ ਬਾਗੀ ਹੋਏ ਆ, ਤੇ ਜਦੋਂ ਅਸੀਂ ਆ ਮੁਜ਼ਾਹਰੇ ਵੇਖੇ ਆ ਉੱਥੇ ਇਕੱਠ ਜ਼ਿਆਦਾ ਇਕੱਠ ਹੋ ਜਾਏ ਤਾਂ ਕੁਝ ਬੰਦੇ ਗਲਤ ਸਟੈਪ ਵੀ ਚੁੱਕ ਸਕਦੇ ਆ। ਸੋ ਮੈਂ ਤਾਂ ਇਹ ਕਹਿੰਦਾ ਕਿ ਇਹਦੇ ਨਾਲ ਪੁਲਿਸ ਨੂੰ ਵਿੱਚ ਪੈਣ ਦਾ ਮੌਕਾ ਨਾ ਮਿਲੇ, ਕੋਈ ਗਲਤ ਕੰਮ ਨਾ ਹੋਵੇ। ਤੇ ਮੇਰੇ ਹਿਸਾਬ ਨਾਲ ਇਮੀਡੀਏਟਲੀ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੰਟੈਕਟ ਕਰਕੇ ਔਰ ਈਮੇਲ ਰਾਹੀਂ ਛੇਤੀ ਐਕਸ਼ਨ ਲੈਣ ਦੀ ਬੇਨਤੀ ਕੀਤੀ ਜਾਵੇ। ਤੇ ਇਹਨਾਂ ਦਾ ਬਾਈਕਾਟ, ਮੈਂ ਕਿਸੇ ਬੰਦੇ ਕੌਮ ਵੱਲੋਂ ਸਮੁੱਚੀ ਕੌਮ ਵੱਲੋਂ ਬਾਈਕਾਟ ਕਰ ਦੇਣਾ ਮੇਰਾ ਖਿਆਲ ਸਭ ਤੋਂ ਵੱਡਾ ਸਟੈਪ ਹੈ। ਜੇ ਹੁਣ ਜੋ ਇਹਨਾਂ ਨੇ ਵਿੱਢਿਆ ਹੋਇਆ ਸਟੈਪ ਮੁਜ਼ਾਹਰਾ ਕਰਨਾ ਕਰ ਲੈਣ, ਪਰ ਇਹਨਾਂ ਨੂੰ ਨਿਗਰਾਨੀ ਪੂਰੀ ਰੱਖਣੀ ਪਊਗੀ ਕਿ ਕੋਈ ਬੰਦਾ ਗਲਤ ਜਾਂ ਉੱਥੇ ਗੈਰ ਕਾਨੂੰਨੀ ਗਲਤ ਨਾ ਕਰੇ, ਜਿਹਦੇ ਨਾਲ ਪੁਲਿਸ ਨੂੰ ਤੇ ਜੇ ਸਾਡੀ ਕੌਮ ਨੂੰ ਬਦਨਾਮ ਕਰਨ ਦਾ ਮੌਕਾ ਮਿਲੇ। ਤੇ ਨਾਲ ਦੀ ਨਾਲ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਇਮੀਡੀਏਟਲੀ ਅਕਾਲ ਤਖਤ ਨੂੰ ਈਮੇਲ ਰਾਹੀਂ ਤੇ ਐਕਸ਼ਨ ਲੈਂਦੇ ਇਹਨਾਂ ਦੇ ਉਲਟ, ਤੇ ਇਹਨਾਂ ਦੀਆਂ ਜਿਹੜੀਆਂ ਵੀ ਸੰਸਥਾਵਾਂ ਹੈ ਉਹਨਾਂ ਦਾ ਬਾਈਕਾਟ। ਮੈਂ ਤਾਂ ਇੱਥੋਂ ਕਿਉਂ ਕਹਿਣਾ ਕਿ ਸਿੱਖ ਉਹਨੂੰ ਬੇਨਤੀ ਕੀਤੀ ਜਾਵੇ ਕਿ ਜਿਹੜੇ ਸਕੂਲ ਇਹਨਾਂ ਦੇ ਸਿਰ ਤੇ ਚੱਲਦੇ ਆ, ਜਿੱਥੇ ਨਹੀਂ ਚੱਲਦੇ ਉੱਥੇ ਵੀ ਚੱਲਦੇ ਆ, ਸੋ ਇਹਨਾਂ ਦਾ ਹਰ ਹਿਸਾਬ ਨਾਲ ਬਾਈਕਾਟ ਕੀਤਾ ਜਾਵੇ ਤੇ ਕੌਮ ਤੋਂ ਇਕੱਲੇ ਲਿਖਣ ਦੇ ਅੱਡ ਕਰ ਦੇਣ। ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ ਜੀ।
ਸਕੂਲ ਮੁਕੰਦ ਸਿੰਘ ਜੀ ਸਰਕਾਰ ਚਲਾਉਂਦੀ ਆ। ਇੰਡੀਪੈਂਡੈਂਟ ਸਕੂਲ ਦੀ ਗ੍ਰਾਂਟ ਹੈ ਸਾਲ ਦੀ $4000 ਇੱਕ ਜਵਾਕ ਦੀ। ਜੇ ਕਿਸੇ ਦਾ ਸਕੂਲ 'ਚ 1,000 ਜਵਾਕ ਹੈ ਤਾਂ $4 ਮਿਲੀਅਨ ਸਾਲ ਦਾ ਸਰਕਾਰ ਦਿੰਦੀ ਹੈ। ਉਹਦੇ ਬਾਅਦ ਫੀਸਾਂ ਲੋਕ ਦਿੰਦੇ ਆ। ਇਹ ਨਹੀਂ ਹੈ ਜੇ ਤੁਸੀਂ ਕਹੋ ਬਈ ਇਹ ਸਕੂਲਾਂ 'ਚ ਸਿੱਖੀ ਮਿਲੂਗੀ ਇਹਨਾਂ 'ਚ ਜਾ ਕੇ ਧਾਰਮਿਕ, ਇਹ ਨਹੀਂ ਹੈ। ਸਿੱਖੀ ਤਾਂ ਘਰੋਂ ਮਿਲਣੀ ਬਿਲਕੁਲ ਇਹ ਜ਼ਰੀਆ ਹੋ ਸਕਦੇ ਨੇ, ਪਰ ਇਹ ਸਕੂਲ ਬਣਾਉਣ ਲਈ ਕੌਮ ਨੇ 1992 'ਚ ਆਪਣੇ ਘਰਾਂ ਦੇ ਉੱਪਰ ਲੋਕਾਂ ਨੇ ਮੌਰਗੇਜਾਂ ਲਈਆਂ। ਲੋਕ ਆਪਣੀਆਂ ਕਾਰਾਂ ਦੇ ਵਿੱਚ ਸਕੂਲ ਦੇ ਵਿੱਚ ਜਵਾਕ ਲਿਆਉਂਦੇ ਰਹੇ ਤੇ ਜਿਨ੍ਹਾਂ ਨੇ ਘਰਾਂ 'ਚ ਮੌਰਗੇਜਾਂ ਲਈਆਂ ਲੋਕਾਂ ਨੂੰ ਨਾ ਪਤਾ ਉਹ ਬੰਦੇ ਕਿੱਥੇ ਨੇ। ਹੈਗੇ ਕਿਸੇ ਉਹ ਸੰਸਥਾ 'ਚ, ਹੈਗੇ ਉਹ ਕਿਤੇ ਡਾਇਰੈਕਟਰ ਬੋਰਡ ਆਫ ਡਾਇਰੈਕਟਰ 'ਚ, ਪਤਾ ਕਰੋ ਕਿੱਥੇ ਨੇ ਉਹ 8-10 ਬੰਦੇ ਜਿਨ੍ਹਾਂ ਨੇ ਇਹ ਸਕੂਲ ਚਲਾਇਆ। ਕਿਉਂਕਿ ਇੱਥੇ ਸਾਰੇ ਕੋਈ ਧਨਾੜ ਨਹੀਂ ਸੀ। ਅੱਜ ਕੋਈ ਧਨਾੜ ਬਣਿਆ ਹੋਇਆ, ਅੱਜ ਤੋਂ 30 ਸਾਲ ਪਹਿਲਾਂ ਕੋਈ ਧਨਾੜ ਨਹੀਂ ਸੀ। ਤਾਂ ਉਸ ਸਮੇਂ ਜਦ ਇਹ ਸਕੂਲ ਬਣਾਏ ਨੇ ਲੋਕਾਂ ਨੇ, ਇਹ ਵੀ ਮੈਂ ਕਿਸੇ ਦਿਨ ਹੁਣ ਵਿਸ਼ਾ ਲਿਆਉਣਾ ਤੇ ਪੁਰਾਣਿਆਂ ਨੂੰ ਮੈਂ ਬੇਨਤੀ ਕਰੂੰ ਵੀ ਆ ਕੇ ਦੱਸੋ ਜਾਂ ਪੁਰਾਣਾ ਸਮਾਂ ਕੋਈ ਦੱਸੇ ਵੀ ਸਕੂਲ ਬਣੇ ਕਿਵੇਂ, ਇੰਸਟੀਚਿਊਟ ਬਣੇ ਕਿਵੇਂ ਸੀ। ਜਤਿੰਦਰਪਾਲ ਸਿੰਘ ਜੀ ਲਾਈਨ ਨੰਬਰ 3। ਜਤਿੰਦਰਪਾਲ ਸਿੰਘ ਜੀ ਲਾਈਨ ਨੰਬਰ 3। ਸ਼ਾਹ ਅਮਰੀਕ ਸਿੰਘ ਜੀ ਲਾਈਨ ਨੰਬਰ 4। ਸ਼ਾਹ ਅਮਰੀਕ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਸੀਗਾ ਇਹ ਬੰਦਾ ਉਹਦਾ ਗਵਰਨਮੈਂਟ ਦਾ ਬੰਦਾ, ਸਾਰਿਆਂ ਨੂੰ ਪਤਾ ਵੀ ਆ 2-3 ਮਹੀਨੇ ਪਹਿਲਾਂ ਇਹ ਇੰਡੀਆ ਗਵਰਨਮੈਂਟ ਦੇ ਸੱਦੇ ਤੇ ਗਿਆ ਆ। ਉੱਥੇ ਇਹਨੂੰ ਸਰੋਪੇ ਦਿੱਤੇ ਗਏ ਆ। ਇਹਨੇ ਆਪਣੇ ਸਿੱਖਾਂ ਦੇ ਖਿਲਾਫ ਬੋਲਣਾ ਹੀ ਬੋਲਣਾ ਆ। ਜਿੰਨਾ ਚਿਰ ਆਪਾਂ ਇਹਨਾਂ ਬਾਈਕਾਟ ਨਹੀਂ ਕਰਦੇ, ਸਕੂਲ ਦੇ ਵਿੱਚੋਂ ਆਪਣੇ ਬੱਚੇ ਸਾਰੇ ਹਟਾਉਣ, ਜਿੰਨੇ ਬੰਦੇ ਆਪਣੇ ਬੱਚੇ ਸਕੂਲ ਜਾਂਦੇ ਆ ਤੇ ਖਾਲਸਾ ਸਕੂਲ 'ਚ, ਇਹਨੂੰ ਫੇਰ ਪਤਾ ਲੱਗਣਾ। ਅਦਰਵਾਈਜ਼ ਇਹ ਬੰਦਾ ਬਹੁਤ ਖਰਾਬ ਬੰਦਾ ਆ। ਇਹਨੇ ਜਿਹੜਾ 84 ਦਾ ਜਿਹੜਾ ਪਲੇਨ ਦਾ ਸਾਰਾ ਇਹਨੇ ਕਰਵਾਇਆ ਸੀਗਾ, ਉਸ ਫਿਦੇਲ ਫ੍ਰੀ ਹੋ ਗਿਆ। ਖੈਰ ਉਹਦੇ ਵਿੱਚੋਂ ਅਮਰੀਕ ਸਿੰਘ ਜੀ ਦੇਖੋ ਉਹਦੇ ਚੋਂ ਇਹਨਾਂ ਤੇ ਦੋਸ਼ ਲੱਗੇ, ਉਹ ਚੋਂ ਬਾਅਦ ਵਰੀ ਹੋਏ ਨੇ। ਇਹ ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ। ਆਪਾਂ ਤੱਥਾਂ ਤੇ ਗੱਲ ਕਰ ਸਕਦੇ ਹਾਂ, ਉਹਦੇ ਤੋਂ ਬਾਹਰ ਜਾ ਕੇ ਜਿੰਨੀਆਂ ਉਦੋਂ ਟੇਪਾਂ ਸਾਰੀਆਂ ਰੇਜ਼ ਕੀਤੀਆਂ ਗਈਆਂ। ਇਹ ਚਲੋ ਉਹਦੇ 'ਚ ਇਹਨਾਂ ਦੇ ਤਾਂ ਨੀਨਾ ਜੀ ਰੇਜ਼ ਕੀਤੀਆਂ, ਉਹ ਤਾਂ ਸੀਸਸ ਨੇ ਰੇਜ਼ ਕੀਤੀਆਂ ਨੇ। ਉਹ ਨਹੀਂ, ਜਿਹੜੀ ਸਹੀ ਗੱਲ ਹੈ ਸਹੀ ਕਰੋ ਪਲੀਜ਼। ਪਲੱਸ ਤੁਹਾਨੂੰ ਯਾਦ ਹੋਊਗਾ ਮੇਬੀ ਗਿੱਲ ਸਾਹਿਬ, ਇਹਨੂੰ ਜਦੋਂ ਪਹਿਲਾਂ ਵੀ $1 ਮਿਲੀਅਨ ਗਵਰਨਮੈਂਟ ਨੇ ਲੋਨ ਤੋਂ ਬਗੈਰ ਦਿੱਤਾ ਸੀਗਾ, ਜਦੋਂ ਕਿ ਉਹਦੇ ਤੇ ਕੋਈ ਇੰਟਰਸਟ ਨਹੀਂ ਸੀ। ਉਹ ਕਿਹੜੇ ਕਾਲ ਤੋਂ ਦਿੱਤਾ ਗਵਰਨਮੈਂਟ, ਇੰਡੀਅਨ ਗਵਰਨਮੈਂਟ ਨੇ, ਕਿਸੇ ਨੇ ਨਹੀਂ ਪਤਾ ਕੀਤਾ। ਉਹ ਧੰਨਵਾਦ ਜੀ, ਥੈਂਕ ਯੂ। ਚਲੋ ਆਪਾਂ ਵਿਸ਼ੇ ਤੇ ਰਹੀਏ ਤੇ ਇਹ ਗੱਲਾਂ ਜਿਹੜੀਆਂ ਚੀਜ਼ ਹੋ ਗਈ, ਕੇਸ ਚੱਲੇ, ਕੇਸ 'ਚੋਂ ਵਰੀ ਕੀਤੇ ਉਹਨਾਂ ਨੇ, ਕਾਨੂੰਨ ਨੇ ਉਹਨਾਂ ਨੂੰ, ਉਹਦੇ 'ਚ ਆਪਾਂ ਉਂਗਲ ਨਹੀਂ ਕਰ ਸਕਦੇ। ਰਹੀ ਮਨੀ ਦੀ ਗੱਲ, $1 ਮਿਲੀਅਨ ਦੀ ਜਾਂ $2 ਮਿਲੀਅਨ ਦੀ, ਉਹ ਗੱਲਾਂ ਜ਼ਰੂਰ ਚੱਲਦੀਆਂ ਨੇ, ਉਹ ਛਪੀਆਂ ਵੀ ਨੇ, ਪੇਪਰਾਂ 'ਚ ਵੀ ਛਪੀਆਂ ਨੇ, ਪਰ ਉਹ ਕਿਵੇਂ ਦਿੱਤੀਆਂ, ਕਿਹਨੇ ਦਿੱਤੀਆਂ, ਇਹਦੀ ਤਾਂ ਹੁਣ ਲੈਣ ਵਾਲਾ ਹੀ ਪੈਸੇ ਜਿਹਨੇ ਲਏ ਨੇ ਉਹ ਦੱਸ ਸਕਦਾ ਵੀ ਉਹ ਮੌਰਗੇਜ ਕਿਹਨੇ ਦਿੱਤੀ, ਕਿਵੇਂ ਦਿੱਤੀ। ਸੈਮ ਜੀ ਲਾਈਨ ਨੰਬਰ 5। ਜਲ ਸਾਹਿਬ ਸੁਣਦੇ ਤਾਂ ਹੁਣ ਏਦਾਂ ਹੀ ਲੱਗਦਾ ਵੀ ਇਹ ਆਦਮੀ ਫੈਸਲੇ ਸਹੀ ਨਹੀਂ ਕਰ ਸਕਦਾ। ਔਰ ਪਹਿਲਾ ਫੈਸਲਾ ਵੀ ਜਿਹੜੀ ਤੁਸੀਂ ਗੱਲ ਨਹੀਂ ਕਰਨ ਦਿੰਦੇ, ਸ਼ਾਇਦ ਫੈਸਲਾ ਉਹ ਗਲਤ ਵੀ ਹੋ ਸਕਦਾ। ਚਲੋ ਹੁਣ ਆਪਾਂ ਦੇ ਨਹੀਂ ਪਤਾ ਲੱਗਿਆ ਤਾਂ ਠੀਕ ਆ, ਪਰ ਜਦੋਂ ਪਤਾ ਆ ਇੰਨੀਆਂ ਭਾਵਨਾਵਾਂ ਜੁੜੀਆਂ ਆ, ਇੱਕ ਬੰਦਾ ਆਕੜ ਕੇ ਖੜ ਗਿਆ, ਇਹਦਾ ਮਤਲਬ ਇਹ ਆਦਮੀ ਸਹੀ ਨਹੀਂ ਹੈਗਾ, ਜਾਂ ਫਿਰ ਪਿੱਛੇ ਕੋਈ ਵੱਡੀ ਆ ਗੱਲ ਇਹਦੇ ਵਿੱਚ। ਸੋ ਬਚ ਕੇ ਥੋੜਾ ਜਿਹਾ, ਜਿਹੜੇ ਵੀ ਮੋਹਰੇ ਹੋ ਕੇ ਦੌੜਨ ਲੱਗੇ ਵੀ ਅਸੀਂ ਜਾ ਕੇ ਕੰਮ ਕਰਾਈਏ, ਕਈ ਵਾਰ ਕੰਮ ਖਰਾਬ ਹੋ ਜਾਂਦਾ। ਵੇਟ ਐਂਡ ਵਾਚ ਵਾਲਾ ਸਥਿਤੀ ਸਭ ਤੋਂ ਵਧੀਆ ਹੈ। ਮੈਨੂੰ ਲੱਗਦਾ ਇਹਨੂੰ ਇੱਕ ਕਾਲਰ ਨੇ ਵੀ ਕਿਹਾ ਵੀ ਇਹਨੂੰ ਅਕਾਲ ਤਖਤ ਤੇ ਹੀ ਛੱਡ ਦਿੱਤਾ ਜਾਵੇ, ਨਹੀਂ ਤਾਂ ਫਿਰ ਇਹ ਕੋਈ ਨਾ ਕੋਈ ਅਜਿਹਾ ਹੋ ਜਾਣਾ, ਇੱਕਦਮ ਵੀਡੀਓ ਘੁੰਮ ਜਾਣੀਆਂ, ਫਾਇਦਾ ਕੋਈ ਨਹੀਂ ਹੋਣਾ, ਨੁਕਸਾਨ ਵਾਧੇ ਦਾ ਹੋ ਜਾਣਾ। ਇਹੀ ਕਹਿਣਾ ਸੀ। ਦੇਖੋ ਜਿਹੜੀ ਮੈਂ ਗੱਲ ਕਹਿ ਨਹੀਂ, ਜਿਹੜੀ ਮੇਰੇ ਕੋਲ ਫੈਕਟਸ ਨੇ, ਮੈਂ ਉਸ ਦਿਨ ਵੀ ਕਹਿ ਕੇ ਹਟਿਆ ਬਈ ਜਿਹੜੇ ਫੈਕਟਸ ਨੇ ਉਹ ਫੈਕਟਸ ਮੈਂ ਦੱਸੇ ਨੇ ਕੀ ਨੇ, ਤੇ ਬਾਕੀ ਪੇਪਰਾਂ ਛਪੀਆਂ ਨੇ। ਸੌਫਟ ਟਾਰਗੇਟ ਦੇ ਵਿੱਚ ਜੋਹਰ ਕਸ਼ਮੀਰੀ ਨੇ ਲਿਖੀਆਂ, ਓਪਨ ਸੀਕਰਟ 'ਚ ਧਰ ਲਿਖ ਗਿਆ। ਮੈਂ ਤਾਂ ਉਸ ਦਿਨ ਵੀ ਕਿਹਾ ਵੀ ਕੌਣ ਲਖਵੀਰ ਸਿੰਘ ਰੋਡੇ ਕਿੱਥੇ ਆ, ਉਹ ਇੱਥੇ ਕਿੱਥੇ ਆਇਆ ਤੇ ਬਲਾਸਟ ਤੋਂ ਬਾਅਦ ਉਹ ਕਿੱਥੇ ਚਲੇ ਗਿਆ। ਮੋਹਨਜੀਤ ਸਿੰਘ ਪਾਵਾ ਕੌਣ ਸੀ, ਉਹ ਬੰਦਾ ਕਿੱਥੇ ਆ। ਸੁਮੁਖ ਸਿੰਘ ਹੋਣੀ ਕੌਣ ਸੀ, ਬਾਕੀ ਬੰਦੇ ਰਿਆਇਤ ਨੂੰ ਕਿਵੇਂ ਨਹੀਂ ਪਤਾ ਉਹਦੇ ਬੰਦਾ ਘਰ 'ਚ ਕੌਣ ਆਇਆ, ਕੌਣ ਮਿਸਟਰ ਸਿੰਘ ਸੀ ਨਾਲ, ਜਥੇਦਾਰ ਤਲਵਿੰਦਰ ਸਿੰਘ ਬੱਬਰ ਦੇ ਨਾਲ ਦਾ ਬੰਦਾ ਕੌਣ ਸੀ, ਐਲ ਸਿੰਘ ਐਮ ਸਿੰਘ ਦੇ ਨਾਂ ਦੀਆਂ ਟਿਕਟਾਂ ਕਿਹਨੇ ਪੈਸੇ ਦਿੱਤੇ। ਉਸ ਤੋਂ ਬਾਅਦ
ਜਥੇਦਾਰ ਬੱਬਰ ਜਦ ਫੜ ਹੋਇਆ ਸ਼੍ਰੀਨਗਰ ਦੇ ਵਿੱਚ, ਜਿੱਥੋਂ ਫੜ ਹੋਇਆ, ਉਹਨੇ ਕਨਫੈਸਟ ਕੀਤਾ ਆ ਕੇ ਜਿਹੜੇ DSP ਨੇ ਉਹਨਾਂ ਨੂੰ ਟੌਰਚਰ ਕੀਤਾ ਚੰਦੀ, ਉਹਨੂੰ ਜਸਟਿਸ ਬੈਂਸ ਦੀ ਟੀਮ ਇੱਥੇ ਜਸਟਿਸ ਜੌਨ ਮੇਜਰ ਦੀ ਗਵਾਹੀ ਦੇਣ ਆਈ। RCMP ਨੇ ਉਹ ਬੰਦੇ ਦੀ ਗਵਾਹੀ ਨਹੀਂ ਦਿੱਤੀ ਨਾ, ਉਹ ਵਾਪਸ ਇੰਡੀਆ ਭੇਜਿਆ, ਉਹਦੀ ਡੈਥ ਹੋ ਗਈ। ਪਰ ਉਹਨੇ ਜਿਹੜਾ ਕੁਛ ਉੱਥੇ ਬੰਦੇ ਨੂੰ ਦੱਸਿਆ ਵੀ ਮੈਨੂੰ ਜਥੇਦਾਰ ਬੱਬਰ ਨੇ ਕੀ ਕਿਹਾ, ਉਹਨੇ ਸਾਰਾ ਕੁਝ ਕਿਸੇ ਨੂੰ ਦੱਸਿਆ ਹੋਇਆ। ਜਿਹੜਾ ਵੀ ਉਹ ਕਹਿ ਰਿਹਾ ਸੀ ਮੈਂ ਇੱਕ ਪ੍ਰੈਸ ਕਾਨਫਰੰਸ ਕਰਨੀ ਆ, ਮੇਰੇ ਸਿਰ ਤੇ ਵਜ਼ਨ ਆ, ਮੈਂ ਇਹ ਬੰਦੇ ਦਾ ਜਿਹੜਾ ਗਲਤ ਹੋਇਆ ਐਗਜ਼ੈਕਟਲੀ ਹੋਇਆ ਕਿ ਉਹ ਦੱਸਣਾ ਚਾਹੁੰਦੇ ਸੀ। ਕੈਨੇਡੀਅਨ ਸਿਟੀਜ਼ਨ ਬੰਦਾ ਇੰਡੀਅਨ ਕਸਟਡੀ ਦੇ ਵਿੱਚ ਹੈ, ਇੰਡੀਅਨ ਗਵਰਨਮੈਂਟ ਨੂੰ ਪਤਾ ਹੈ, ਤੇ KPS ਗਿੱਲ ਜਾ ਕੇ ਬੰਦਾ ਫੜ ਕੇ ਲਿਆ ਕੇ ਉਹਨੂੰ ਟੌਰਚਰ, ਉਹਨੂੰ ਸ਼ੂਟ ਕਰ ਦਿੰਦਾ ਹੈ। ਇਹਨੂੰ ਪਤਾ ਸੀ ਇੱਥੋਂ ਬੰਦਾ ਉਹ ਗਿਆ ਪਾਕਿਸਤਾਨ, ਕਿਸੇ ਨੂੰ ਨਹੀਂ ਸੀ ਪਤਾ। ਕਿਹਨੂੰ ਪਤਾ ਹੋਊ? ਜਿਨ੍ਹਾਂ ਦੇ ਕਲੋਜ਼ ਸੀ। ਉਹ ਇਹ ਬਹੁਤ ਸਵਾਲ ਨੇ, ਮੈਂ ਉਸ ਦਿਨ ਵੀ ਕਹੇ ਸੀ ਜਿਹੜੀ ਗੱਲ ਸਵਾਲਾਂ ਦੀ ਆ ਉਹ ਮੈਂ ਕਰ ਸਕਦਾ, ਪਰ ਜਿਹੜੀ ਚੀਜ਼ ਆਪਾਂ ਪ੍ਰੂਵ ਨਹੀਂ ਕਰ ਸਕਦੇ ਉਹ ਆਪਾਂ ਨਹੀਂ ਕਹਿ ਸਕਦੇ। ਸਰ ਰਣਜੀਤ ਸਿੰਘ, ਮਹਿੰਦਰ ਸਿੰਘ ਜੀ, ਦਿਓਲ ਸਾਹਿਬ, ਤੁਹਾਡੇ ਨਾਲ ਗੱਲ ਕਰਦਾ ਜੀ, ਵੇਟ ਕਰੇ। ਕਾਲਰਸ ਲੈਣ ਤੋਂ ਪਹਿਲਾਂ ਮੈਂ ਦੋ ਗੱਲਾਂ ਕਲੀਅਰ ਕਰਵਾ ਲਵਾਂ ਮਨਿੰਦਰ ਸਿੰਘ ਹੋਣਾ ਤੋਂ। ਇੱਕ ਤਾਂ ਬਾਈਕਾਟ ਦੀ ਗੱਲ ਜਿਹੜੀ ਕਹਿ ਕੇ ਗਏ ਨੇ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੀ ਸ਼ਮੂਲੀਅਤ ਹੈ। ਭਾਈ ਮਨਿੰਦਰ ਸਿੰਘ ਜੀ, ਦੋਨੇ ਗੱਲਾਂ ਬਾਰੇ ਦੱਸਿਓ ਕਿ ਇੱਕ ਤਾਂ ਕੱਲ ਸੰਗਤ ਨੇ ਇਕੱਠ 'ਚ ਬਾਈਕਾਟ ਇਹਨਾਂ ਦਾ ਕੀਤਾ ਹੈ, ਤੇ ਦੂਸਰਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਚਿੱਠੀ ਭੇਜੀ ਆ ਉਹਦੇ 'ਚ ਕੀ ਆਦੇਸ਼ ਨੇ ਜੀ? ਹਾਂਜੀ, ਜਿਹੜੀ ਬਾਈਕਾਟ ਆ ਉਹ ਤਾਂ ਮੁਕੰਮਲ ਤੌਰ ਤੇ ਸੈੱਟ ਹੋਇਆ ਸੀ ਕੱਲ। ਉਹਦੇ ਜਿਹੜੀ ਡੀਟੇਲਸ ਆ ਉਹ ਦਿਨ ਬਾਏ ਦਿਨ ਜਿਹੜੇ ਆ ਅਸੀਂ ਉਹ ਜਾਰੀ ਰੱਖਣੇ ਆ, ਜਿੰਨਾ ਚਿਰ ਕਿਸੇ ਗੱਲ ਜਿਹੜੀ ਕਿਤੇ ਨਹੀਂ ਲੱਗਦੀ। ਉਹਦੇ ਵਿੱਚ ਜਦੋਂ ਸੰਗਤ ਨੇ ਬਾਈਕਾਟ ਲਾਇਆ ਹੈ ਤੇ ਸੰਗਤ ਦੇ ਵਿੱਚ ਹੀ ਬਾਅਦ ਵਿੱਚ ਗੱਲ ਹੋਊਗੀ ਤੇ ਉਹਦੇ ਨਾਲ ਆਪਾਂ ਕੀ ਕਰਨਾ ਹੈ। ਸਕੂਲ ਦੀ ਗੱਲ ਆਈ ਆ, ਬਿਜ਼ਨਸ ਦੀ ਹੁੰਦਾ ਆ, ਸਮਾਜਿਕ ਤੌਰ ਤੇ ਜਿਹੜਾ ਸੋਸ਼ਲ ਬਾਈਕਾਟ ਹੁੰਦਾ ਆ ਉਹ ਵੀ ਇੱਕ ਤਰ੍ਹਾਂ ਦਾ ਹੁੰਦਾ ਹੈ। ਤੇ ਜਿਹੜੀ ਜੇ ਗਾਂ ਅੱਗੇ ਗੱਲ ਵੱਧਦੀ ਹੈ, ਜਿੱਥੇ ਅਕਾਲ ਤਖਤ ਸਾਹਿਬ ਕੋਈ ਸਜ਼ਾ ਲਾਉਂਦੇ ਆ, ਤਨਖਾਹ ਲਾਉਂਦੇ ਆ, ਜਾਂ ਇਹਦੇ ਵਿੱਚ ਤਲਬ ਜਾਂ ਸ਼ੇਕ ਵੀ ਦਿੰਦੇ ਆ, ਉਹਦੇ ਵਿੱਚ ਵੀ ਜਿਹੜਾ ਧਾਰਮਿਕ ਬਾਈਕਾਟ ਵੀ ਆ ਉਹ ਵੀ ਵਿੱਚ ਆ ਜਾਂਦਾ ਆ। ਉਹਦੇ ਵਿੱਚ ਅਸੀਂ ਇਹ ਸਾਰਾ ਕੁਝ ਕੱਲ ਵੀ ਸਵਾਲ ਪੁੱਛੇ ਸੀਗੇ ਕਿ ਇਹਦੇ ਵਿੱਚ ਜਿਹੜੇ ਸੁਹਰਦ ਜਿਹੜੇ ਸਿੱਖ ਆ ਜਿਹੜੇ ਸੇਵਾ ਕਰਦੇ ਆ ਕਿ ਸਾਰੀ ਬਾਈਕਾਟ ਦਾ ਕਈ ਮਤਲਬ ਨਿਕਲਣੇ ਆ। ਸੋ ਉਹ ਵੀ ਡੈਫੀਨਿਟਲੀ ਵਿੱਚ ਗੱਲ ਹੋਈ ਸੀਗੀ ਕਿ ਜਿਹੜੀ ਚਿੱਠੀ ਆ ਉਹਦੇ ਵਿੱਚ ਇੱਕ ਸਾਰਾ ਇੱਥੇ ਦਾ ਜਿਹੜਾ ਵੇਰਵਾ ਆ ਉਹ ਦਿੱਤਾ ਗਿਆ ਸੀ ਕਿ ਜਿਹੜੀ ਗੱਲ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ ਹੋਈ ਹੈ ਤਕਰੀਬਨ ਉਹ ਸਾਰੇ ਉਹਨਾਂ ਦੇ ਮੂਹਰੇ ਰੱਖਿਆ ਸੀ ਕਿ ਆਹ ਸਾਰਾ ਕੁਛ ਹੋ ਰਿਹਾ ਹੈ ਤੇ ਗੱਲ ਜਿਹੜੀ ਆ ਉਹ ਵੱਧ ਰਹੀ ਆ। ਅਸੀਂ ਜਿਹੜੀ ਪਿਛਲੇ 2-3 ਦਿਨਾਂ ਦੀ ਪਰਟੀਕੁਲਰਲੀ ਜਾਣਕਾਰੀ ਦਿੱਤੀ ਕਿ ਅਸੀਂ ਤਾਂ ਸਾਰੇ ਹੁਣ ਹੀਲੇ ਜਿਹੜੇ ਵਸੀਲੇ ਆ ਵਰਤ ਲਏ ਆ, ਅਸੀਂ ਹੁਣ ਆਹ ਜਿਹੜੇ ਸਟੈਪਸ ਵੀ ਚੁੱਕ ਲਏ ਤੇ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਇੱਥੇ ਸੰਗਤ ਵੱਲੋਂ ਆਹ ਫੈਸਲੇ ਚੁੱਕੇ ਗਏ ਨੇ ਕਿ ਅਸੀਂ ਉਡੀਕ ਦੇ ਵਿੱਚ ਆ ਕਿ ਅਕਾਲ ਤਖਤ ਸਾਹਿਬ ਆਪਣੀ ਕਾਰਵਾਈ ਹੈ, ਸਖਤ ਕਾਰਵਾਈ ਇਮੀਡੀਏਟਲੀ ਇਹਨਾਂ ਦੋਨਾਂ ਖਿਲਾਫ ਕਰਨ, ਸੋ ਕਿ ਇਹਨਾਂ ਨੂੰ ਪਤਾ ਲੱਗੇ ਕਿ ਕੋਈ ਵੀ ਇਹਨਾਂ ਦੇ ਨਾਲ ਇਸ ਮਸਲੇ ਦੇ ਵਿੱਚ ਨਹੀਂ ਖੜਿਆ। ਹੋ ਸਕਦਾ ਇਹਨਾਂ ਦੇ ਵਿੱਚ ਮਨਾਂ ਦੇ ਵਿੱਚ ਕੋਈ ਇਹੋ ਜਿਹਾ ਗੱਲ ਹੁੰਦੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੇ ਇਹਦੇ ਵਿੱਚੋਂ ਨਿਕਲ ਜਾਣਾ ਹੈ ਤੇ ਇਹਨਾਂ ਦੀ ਕੋਈ ਗੱਲ ਨਹੀਂ ਹੋਣੀ। ਉਹ ਵੀ ਜਿਹੜਾ ਭਰਮ ਆ ਤੇ ਦੂਰ ਹੋ ਗਿਆ ਜਦੋਂ ਅਕਾਲ ਤਖਤ ਸਾਹਿਬ ਦਾ ਆਦੇਸ਼ ਅੱਜ ਅਰਲੀ ਮਾਰਨਿੰਗ ਦੇ ਵਿੱਚ ਆ ਗਿਆ ਸੀ। ਬਿਲਕੁਲ, ਉਹ ਆਦੇਸ਼ ਦੇ ਵਿੱਚ ਕੀ ਲਿਖਿਆ ਹੋਇਆ ਜੀ, ਜੇ ਉਹਨੂੰ ਸਮਰਾਈਜ਼ ਕਰਨਾ? ਉਹਦੇ ਵਿੱਚ ਹਾਂਜੀ, ਉਹਦੇ ਵਿੱਚ ਜਿਹੜਾ ਆਦੇਸ਼ ਆਇਆ ਉਹਦੇ ਵਿੱਚ ਮੇਨਲੀ ਦਾ ਜਿਹੜੀ ਵੱਡੀ ਗੱਲ ਆ ਉਹ ਇਹ ਸੀਗੀ ਕਿ ਇਹਨਾਂ ਨੂੰ ਇਮੀਡੀਏਟਲੀ ਛੇਤੀ ਤੋਂ ਛੇਤੀ ਜਿੰਨਾ ਵੀ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਆ ਉਹਦੇ ਵਿੱਚ ਉਹਨਾਂ ਨੂੰ ਆਈ ਥਿੰਕ ਮਹੀਨੇ ਦਾ ਟਾਈਮ ਦਿੱਤਾ ਹੈ ਕਿ ਮਹੀਨੇ ਦੇ ਅੰਦਰ ਸ਼੍ਰੀ ਅਕਾਲ ਸਾਹਿਬ ਵਿਖੇ ਉਹ ਭੇਜਣ। ਉਹ ਤੋਂ ਇਲਾਵਾ ਵੀ ਉਹਨੇ ਆਦੇਸ਼ ਕੀਤਾ ਸੀਗਾ ਕਿ ਜਿਹੜੀ ਇੱਥੇ ਸੰਗਤ ਵੱਲੋਂ ਜਿਹੜੇ ਡਿਮਾਂਡ ਆ ਅਸੀਂ ਜਿਹੜੀ ਕੀਤੀ ਆ ਉਹਨਾਂ ਨੂੰ, ਤੇ ਉਹ ਕਹਿੰਦੇ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਸਰੀ BC ਕੈਨੇਡਾ ਵਿਖੇ ਜਿੰਨੇ ਵੀ ਸਿੱਖਾਂ ਦੀ ਹਾਜ਼ਰੀ ਦੇ ਵਿੱਚ ਸਨਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਉਹ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ ਤਤਕਰੇ ਤੋਂ ਰਾਗਮਾਲਾ ਤੱਕ ਇਹ ਸਾਰਾ ਜਿਹੜਾ ਵੱਧ ਘੱਟ ਹੋਣ ਨਾਲੋਂ ਦੇਖਣ ਕਿ ਸਾਰਾ ਕੁਛ ਠੀਕ ਹੈ ਵਿੱਚ। ਸੋ ਉਹਨਾਂ ਨੇ ਕਿਹਾ ਕਿ ਜਿਹੜੇ ਸਾਰਾ ਦੀ ਪ੍ਰਿੰਟਿੰਗ ਨਾਲ ਸੰਬੰਧੀ ਸਮਾਨ ਵੀ ਇਹਦੇ ਵਿੱਚ ਲਿਖਿਆ ਹੈ ਤੇ ਨਾਲ ਜਿਹੜੇ ਮਹਾਰਾਜ ਦੇ ਸਰੂਪ ਜਿਹੜੇ ਉਹਨਾਂ ਦੇ ਕੋਲ ਨੇ ਜਿਹੜੇ ਪ੍ਰਿੰਟ ਕੀਤੇ ਆ ਉਹ ਸਾਰੇ ਦੇ ਸਾਰੇ ਗੁਰੂ ਨਾਨਕ ਦੇ ਗੁਰਦੁਆਰਾ ਸਾਹਿਬ ਪਹੁੰਚਣ। ਇਹ ਜਿੱਦਾਂ ਨਾ ਅਸੀਂ ਮਸਲਾ ਦੇਖ ਰਹੇ ਹਾਂ, ਜਿੱਦਾਂ ਤੁਸੀਂ ਭਾਈ ਸਾਹਿਬ ਗੱਲ ਕੀਤੀ ਹੈ, ਇਹੀ ਆਦੇਸ਼ ਜਿਹੜਾ ਆ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਜਿੱਦਾਂ ਆਪਣੀ ਸਾਰੀ ਗੱਲ ਚੱਲ ਰਹੀ ਹੈ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਇੱਥੇ ਸੰਗਤ ਦੇ ਰੂਪ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਦੇ ਰੂਪ ਦੇ ਵਿੱਚ ਕਿ ਇਹ ਕਰੋ, ਆਹ ਕਰੋ, ਆਹ ਕਰੋ। ਐਂਡ ਤੇ ਜਾ ਕੇ ਇਹ ਆਦੇਸ਼ ਅਕਾਲ ਤਖਤ ਸਾਹਿਬ ਤੱਕ ਗੱਲ ਕਿਉਂ ਆਉਂਦੀ ਹੈ ਕਿ ਕਿਉਂ ਅਸੀਂ ਮਜਬੂਰ ਕਰ ਰਹੇ ਹਾਂ ਕਿ ਜਿੱਥੇ ਇੰਨੀ ਸਿੰਪਲ ਜਿਹੀ ਗੱਲ ਆ ਕਿ ਤੁਸੀਂ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ
ਤੁਹਾਡੇ ਇਹਨਾਂ ਨੂੰ ਪਹਿਲੋਂ ਚਿੱਠੀ ਵੀ ਆ ਗਈ ਸੀ। ਇਹ ਵੀ ਇੱਕ ਗੱਲ ਹੋ ਸਕਦਾ ਮੇਰੇ ਤੋਂ ਮੈਂਸ਼ਨ ਨਹੀਂ ਕਰ ਹੋਈ। ਜਦੋਂ ਅਸੀਂ ਇਹਨਾਂ ਨੂੰ ਸ਼ਨੀਚਰਵਾਰ ਮਿਲੇ ਸੀਗੇ, ਇਹਨਾਂ ਨੇ ਸਾਨੂੰ ਗੱਲ ਦੱਸੀ, ਰਿਪੁਦਮਨ ਸਿੰਘ ਨੇ, ਕਿ ਮੰਗਲਵਾਰ ਤੱਕ ਇੱਕ ਜਿਹੜਾ ਸਪਸ਼ਟੀਕਰਨ ਆ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਆਇਆ ਕਿ ਸਪਸ਼ਟੀਕਰਨ ਤੁਸੀਂ ਪ੍ਰੋਵਾਈਡ ਕਰੋ ਲਿਖਤੀ ਰੂਪ ਦੇ ਵਿੱਚ ਕਿ ਕੀ ਹੋਇਆ ਆ, ਕਿ ਉਹ ਉਸ ਟਾਈਮ ਤੇ ਉੱਤੇ ਕੰਮ ਕਰ ਰਹੇ ਸੀ। ਸੋ ਅਕਾਲ ਤਖਤ ਸਾਹਿਬ ਵੱਲੋਂ ਕਾਰਵਾਈ ਜਿਹੜੀ ਆ ਉਹ ਕੁਝ ਦਿਨ ਪਹਿਲੋਂ ਹੀ ਸ਼ੁਰੂ ਹੋ ਗਈ ਸੀਗੀ, ਜਨਤਕ ਨਹੀਂ ਹੋਈ। ਸਾਨੂੰ ਨਹੀਂ ਪਤਾ ਸੀਗਾ ਕਿ ਕਾਰਵਾਈ ਸ਼ੁਰੂ ਹੋ ਗਈ ਆ। ਅਸੀਂ ਬਾਰ-ਬਾਰ ਉਹਨਾਂ ਨੂੰ ਇਹ ਪੁੱਛਦੇ ਸੀਗੇ ਕਿ ਜਲਦੀ ਕਰੋ, ਇੱਥੇ ਜਿਹੜਾ ਰੋਸ ਆ ਉਹ ਬਹੁਤ ਵੱਧ ਰਿਹਾ ਆ, ਇੱਥੇ ਇਹ ਆ ਕਿ ਜਿਹੜਾ ਮਾਹੌਲ ਆ ਖਰਾਬ ਨਾ ਹੋ ਜਾਵੇ, ਕਿ ਤੁਸੀਂ ਆਪਣੀ ਕਾਰਵਾਈ ਕਰੋ। ਪਰ ਹੁਣ ਜਿਹੜਾ ਆਦੇਸ਼ ਆ ਗਿਆ ਆ ਉਸ ਆਦੇਸ਼ ਦੇ ਵਿੱਚ ਉਹੀ ਗੱਲ ਹੈ ਜਿਹੜੀ ਅਸੀਂ 2 ਹਫ਼ਤਿਆਂ ਲਈ ਕਰ ਰਹੇ ਹਾਂ। ਧੰਨਵਾਦ ਜੀ, ਹੋਲਡ ਕਰਿਓ। ਸਰ ਰਣਜੀਤ ਸਿੰਘ ਜੀ, ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਥੇਦਾਰ ਜੀ, ਪਹਿਲਾਂ ਸਭ ਤੋਂ ਤੇ ਤੁਹਾਡਾ ਧੰਨਵਾਦ, ਜਿਨ੍ਹਾਂ ਨੇ ਇੰਨਾ ਵਧੀਆ ਰੋਲ ਸੰਜੀਦਗੀ ਦੇ ਨਾਲ ਬਿਨਾਂ ਕਿਸੇ ਭਿੰਨ ਭਾਵ ਦੇ ਤੁਸੀਂ ਲਿਆ ਜੀ। ਅੱਜ ਚਾਹੀਦਾ ਸੀ ਜਿਹੜੇ ਮੀਡੀਆ ਵਾਲੇ ਉਹਨਾਂ ਨੂੰ ਬਿਠਾ ਕੇ ਇੰਟਰਵਿਊ ਕਰਦੇ, ਅੱਜ ਪੁੱਛਦੇ ਵੀ ਮਾਲਕ ਸਾਹਿਬ ਖੰਡਾ ਲਾ ਕੇ ਦਸਤਾਰ ਸਜਾ ਕੇ ਮੈਂ ਕਿਤੇ ਬਹਿ ਕੇ ਝੂਠ ਕਿਉਂ ਬੋਲ ਕੇ ਗਏ ਹੋ, ਕਿਉਂ ਨਹੀਂ ਸੱਦਿਆ ਅੱਜ? ਇੱਕ ਕੱਲ ਨੂੰ ਗੁਰੂ ਨਾਨਕ ਦੇਵ ਜੀ ਦਾ ਰੱਖ ਕੇ ਨਾਂ ਤੇ ਡਾਲਰ ਇਕੱਠੇ ਕਰਨੇ ਨੇ, ਸਾਨੂੰ ਸੋਚਣਾ ਪਊਗਾ ਵੀ ਕਿਹੜਾ ਮੀਡੀਆ ਸਾਡੇ ਨਾਲ ਖੜ ਰਿਹਾ ਜੀ। ਇਸ ਗੱਲ ਨੂੰ ਤੁਹਾਡਾ ਪਹਿਲਾਂ ਧੰਨਵਾਦ ਜੀ। ਬਾਕੀ ਦੂਜੀ ਗੱਲ ਰਹਿ ਗਈ ਜੀ, ਸਾਧ ਸੰਗਤ ਜੀ, ਤੁਹਾਡਾ ਸਕੂਲ ਗਿਆ, ਤੁਹਾਡੀਆਂ ਖਾਲਸਾ ਕ੍ਰੈਡਿਟ ਯੂਨੀਅਨ ਗਈ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪੈ ਗਿਆ। ਜੇ ਅੱਜ ਵੀ ਰਜਾਈਆਂ 'ਚ ਬੈਠੇ ਰਹੇ ਨਾ, ਤੁਸੀਂ ਦੇਣਦਾਰ ਹੋਣਾ ਹੈ। ਬਦਾਵੀਆਂ ਨੂੰ ਅੱਜ ਤੱਕ ਪਿੱਟਦੇ ਆ, ਅੱਜ ਵੇਖਦੇ ਆ ਕਿਹੜਾ ਬਦਾਵੇ ਤੇ ਅੰਗੂਠਾ ਲਾਉਂਦਾ ਤੇ ਕਿ ਜਾਂਦਾ ਉੱਥੇ ਆਪਣੇ ਪਿਓ ਲਈ। ਰੋਲ ਕੇ ਰੱਖ ਦਿੱਤਾ ਸਾਡੀ ਕੌਮ ਨੂੰ ਇਹਨੇ। ਇਸ ਬੰਦੇ ਦੀ ਸ਼ਕਲ ਦੇਖਣੀ ਮੈਂ ਗੁਨਾਹ ਸਮਝਦਾ। ਉਹ ਗੁਰੂ ਦੀ ਬੇਇੱਜ਼ਤੀ ਕਰਦਾ, ਮਖੌਲ ਬਣਾਤਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੱਦ ਹੋ ਗਈ, ਅਸੀਂ ਸੁੱਤੇ ਹਾਂ ਰਜਾਈਆਂ 'ਚ। ਮੈਂ ਧੰਨਵਾਦ ਕਰਦਾ ਸਾਰੀਆਂ ਕਮੇਟੀਆਂ ਦਾ, ਗੁਰਸਿੱਖਾਂ ਦਾ, ਜਿਨ੍ਹਾਂ ਨੇ ਇਸ ਆਪਣੇ ਪਿਓ ਨੂੰ ਪਿਓ ਸਮਝ ਕੇ ਦਿਨ ਰਾਤ ਇੱਕ ਕੀਤਾ। ਖਾਸ ਕਰਕੇ ਭਾਈ ਮਨਿੰਦਰ ਸਿੰਘ ਦਾ ਮੈਂ ਧੰਨਵਾਦੀ ਹਾਂ ਜੀ। ਧੰਨਵਾਦ ਜੀ ਜਥੇਦਾਰ ਜੀ, ਤੁਹਾਡਾ ਵੀ ਬਹੁਤ ਬਹੁਤ। ਸਾਹਿਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਹਰਜੀਤ ਸਿੰਘ ਜੀ, ਗੱਲ ਇਹ ਹੈ ਕਿ ਇਹ ਕੋਈ ਅੱਜ ਦੀ ਗੱਲ ਨਹੀਂ, ਇਹ ਏਜੰਸੀਆਂ ਦੀ ਸਾਜ਼ਿਸ਼ ਹੈ, ਬੜੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਮੈਂ ਤਾਂ ਉਸ ਕਨਿਸ਼ਕ ਕਾਂਡ ਤੋਂ ਲੈ ਕੇ ਅੱਜ ਤੱਕ ਇਨ ਟੱਚ ਹੈ, ਸਾਰਾ ਕੁਝ ਪੜ੍ਹਦਾ ਆ ਰਿਹਾ, ਸੁਣਦਾ ਆ ਰਿਹਾ, ਤੇ ਇਹ ਲੋਕਾਂ ਦੇ ਪਿੱਛੇ ਹੁਣ ਵੀ ਕਿਸੇ ਏਜੰਸੀਆਂ ਦਾ ਹੱਥ ਹੈ। ਮੇਰੀ ਬੇਨਤੀ ਹੈ, ਸਾਡੇ ਜਿਹੜੇ ਸਾਰੀ ਸੰਗਤ, ਵੈਸੇ ਅੰਦਰੋਂ ਤਾਂ ਸਾਰੇ ਹੀ ਬਲੂੰਦਰੇ ਪਏ ਹੈ, ਜਿਹੜੇ ਹੁਣ ਸਾਰੇ ਅਸੀਂ ਕੰਮ ਕਰ ਰਹੇ ਹਾਂ, ਸਾਰੀ ਸੰਗਤ ਨੂੰ ਬੜੇ ਸੰਜਮ ਨਾਲ, ਸਾਡੇ ਆਗੂਆਂ ਨੂੰ ਖਾਸ ਕਰਕੇ ਹਰ ਨੁਕਤਾ ਨਿਗਾਹ ਤੋਂ ਇੰਨਾ ਸੰਜਮ ਨਾਲ, ਇੰਨਾ ਸਤਰਕ ਹੋ ਕੇ ਕੰਮ ਕਰਨ ਦੀ ਲੋੜ ਹੈ ਕਿ ਇਹ ਕੋਈ ਹੋਰ ਚਾਲ ਨਾ ਚੱਲ ਸਕਣ। ਹੋ ਸਕਦਾ ਹੈ ਏਜੰਸੀਆਂ ਅਕਾਲ ਤਖਤ ਸਾਹਿਬ ਦੇ ਨਾਂ ਤੇ ਵੀ ਕੋਈ ਨਾ ਕੋਈ ਇਸ ਕਿਸਮ ਦਾ ਕੋਈ ਸਟੰਟ ਖੇਡ ਜਾਣ ਕਿ ਸਾਡੀ ਕੌਮ ਫੇਰ ਕਿਸੇ ਭੁਲੇਖੇ ਵਿੱਚ ਰਹਿ ਜੇ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਜਿਸ ਤਰ੍ਹਾਂ ਆਪ ਜੀ ਨੇ ਬੜਾ ਵਧੀਆ ਸਟੈਪ ਚੁੱਕਿਆ, ਭਾਈ ਸਾਹਿਬ ਉਹਨਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕੱਠਾ ਕੀਤਾ, ਅਕਾਲ ਤਖਤ ਸਾਹਿਬ ਨੂੰ ਇਨਵੋਲਵ ਕੀਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਸੂਝਵਾਨ ਨੇ, ਪੜ੍ਹੇ ਲਿਖੇ ਨੇ, ਤੇ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਅਤਿਅੰਤ ਸਤਰਕਤਾ ਨਾਲ ਇਹ ਕੰਮ ਕਰੀਏ। ਇਹ ਸਾਡੇ ਪਿਓ ਦੀ ਪੱਗ ਦਾ ਸਵਾਲ ਹੈ, ਸਾਡੀ ਕੌਮ ਦਾ ਸਵਾਲ ਹੈ। ਸੋ ਤੁਸੀਂ ਮਿਹਨਤ ਕਰ ਰਹੇ ਹੋ, ਵਧਾਈ ਦੇ ਪਾਤਰ ਹੋ। ਪ੍ਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੇ, ਗੁਰੂ ਗ੍ਰੰਥ ਸਾਹਿਬ ਬੌੜੀ ਕਰਨ, ਤੇ ਇਹੋ ਜਿਹੇ ਜਿਹੜੇ ਠੱਗ ਹੈ, ਸਿੱਖ ਦੋਖੀ ਆ, ਜਿਹੜੇ ਏਜੰਸੀਆਂ ਦੇ ਹੱਥਾਂ 'ਚ ਖੇਡਦੇ ਆ, ਉਹ ਨੰਗੇ ਹੋ ਜਾਣ। ਬਾਈਕਾਟ ਜੇ ਇਹਨਾਂ ਦਾ ਇੱਕ ਵਾਰ ਹੋ ਜੇ ਤੇ ਉਹ ਬਾਈਕਾਟ ਪੂਰੀ ਤਰ੍ਹਾਂ ਨਾਲ ਜਿਹੜੀ ਸਿੱਖ ਕੌਮ ਹੈ ਉਸ ਨੂੰ ਮੰਨ ਲਵੇ, ਤਾਂ ਇਹ ਆਪਣੀ ਮੌਤ ਆਪਣੇ ਆਪ ਹੀ ਮਰ ਜਾਣਗੇ। ਇਹਨਾਂ ਨੂੰ ਮੁੜ ਕੇ ਕਿਤੇ ਢੋਈ ਨਹੀਂ ਮਿਲਣੀ। ਧੰਨਵਾਦ ਤੁਹਾਡਾ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓਲ ਸਾਹਿਬ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ, ਹੁਣ ਮੈਂ ਤਾਂ ਇੱਦਾਂ ਦੇਖਦਾ ਵੀ ਜਿੱਦਾਂ ਹੁਣ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਨੂੰ ਸਪਸ਼ਟੀਕਰਨ ਮੰਗਿਆ ਗਿਆ, ਮੈਂ ਮਨਿੰਦਰ ਸਿੰਘ ਹੋਣਾ ਦੀ ਬਖਸ਼ਣ ਨੂੰ ਬੇਨਤੀ ਕਰਦਾ ਵੀ ਇਹਨੂੰ ਹੁਣ ਅੱਗੇ ਆਪਾਂ ਇੱਦਾਂ ਫੋਲੋਅਪ ਕਰੀਏ ਵੀ ਇੱਕ ਤਾਂ ਇਸ ਚੀਜ਼ ਨੂੰ, ਸਾਰੇ ਮਸਲੇ ਨੂੰ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤੌਰ ਤੇ ਹੀ ਪੇਸ਼ ਕੀਤਾ ਜਾਵੇ, ਕਿਉਂਕਿ ਉਹਨੇ ਜੋ PDF ਚੋਰੀ ਕਰਕੇ ਜੋ ਸਾਰਾ ਕੁਛ ਕੀਤਾ, ਉਹਦੇ ਸੰਸਕਾਰ ਕੀਤੇ ਆ, ਝੂਠ ਬੋਲਿਆ, ਇਹਨੂੰ ਜਿਹੜੇ ਹੋਰ
ਕੀ ਪਿੰਡਾਂ 'ਚ ਮੰਨ ਲਓ ਅਕਾਲ ਤਖਤ ਸਾਹਿਬ ਨਾਲ ਆਪਾਂ ਹੋਰ ਕਾਂ ਚਿੱਠੀ ਪੱਤਰ ਕਰਨਾ ਆ ਬਿਹਾਰ ਵਕਤ, ਉਹਦੇ ਵਿੱਚ ਇਹਨੂੰ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਹੀ ਗਿਣਿਆ ਜਾਵੇ। ਤੇ ਹੁਣ ਤੱਕ ਜਿਹੜਾ ਇਹਨੇ ਭਾਵੇਂ ਖਾਲਸਾ ਸਕੂਲ ਹੋਵੇ, ਭਾਵੇਂ ਕ੍ਰੈਡਿਟ ਯੂਨੀਅਨ ਹੋਵੇ, ਜਿਹੜੇ ਖਾਲਸਾ ਪੰਥ ਦੇ ਜਿਹੜੇ ਨਿਸ਼ਾਨ ਵਰਤ ਕੇ ਆਪਣੇ ਵੱਡੇ ਕਾਰੋਬਾਰ ਖੜੇ ਕੀਤੇ ਆ, ਕਿਉਂਕਿ ਜਿਹੜੇ ਆਮ ਲੋਕ ਆ ਬੇਸ਼ੱਕ ਸਕੂਲ ਦੇ ਵਿੱਚ ਬੱਚੇ ਜਾਂ ਪਰਿਵਾਰ ਜੁੜੇ ਜਾਂ ਨੌਕਰੀ ਕਰਨ ਵਾਲੇ, ਉਹ ਕਿਸੇ ਪੁੰਮਨ ਸਿੰਘ ਮਲਕ ਨਾਲ ਨਹੀਂ ਜੁੜੇ ਹੋਏ, ਉਹ ਗੁਰੂ ਸਾਹਿਬ ਦੇ ਨਿਸ਼ਾਨਾ ਕਰਕੇ ਉਸ ਅਦਾਰੇ ਨਾਲ ਜੁੜੇ ਹੋਏ ਆ। ਤੇ ਇਹਨਾਂ ਨੂੰ ਨੈਤਿਕ ਤੌਰ ਤੇ ਹੁਣ ਕੋਈ ਹੱਕ ਨਹੀਂ ਬਣਦਾ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਇਹ ਉਹਨਾਂ ਅਦਾਰਿਆਂ ਦੇ ਉੱਤੇ ਬੈਠੇ ਰਹੇ। ਜੇ ਇਹਨਾਂ 'ਚ ਮਾੜੀ ਮੋਟੀ ਨੈਤਿਕਤਾ ਇਹ ਜਾਂ ਇਹਨਾਂ ਦਾ ਪਰਿਵਾਰ ਆਪਣੇ ਆਪ ਨੂੰ ਉਹਨਾਂ ਅਦਾਰਿਆਂ ਤੋਂ ਅਲੱਗ ਕਰ ਲਵੇ, ਉਹ ਅਦਾਰੇ ਬੇਸ਼ੱਕ ਇਹ ਮੁੱਲ ਦੇ ਕੇ ਖਾਲਸਾ ਪੰਥ ਦੇ ਹਵਾਲੇ ਕਰ ਦੇ, ਆਪਣਾ ਮੁੱਲ ਲੈ ਲਵੇ। ਮੇਰਾ ਕਹਿਣ ਦਾ ਘੱਟੋ ਘੱਟ ਉਹਨਾਂ ਅਦਾਰਿਆਂ ਦੇ ਨਾਲ ਇਹਦਾ ਕੋਈ ਵੀ, ਜੇ ਉਹ ਇਹ ਧੱਕੇ ਨਾਲ ਉਹਨਾਂ ਨਿਸ਼ਾਨਾਂ ਤੇ ਕਬਜ਼ਾ ਕਰਦਾ ਤੇ ਇਹਨੂੰ ਨਿਸ਼ਾਨ ਵਾਪਸ ਕਰ ਦੇਣੇ ਚਾਹੀਦੇ ਨਿਸ਼ਾਨ ਸਾਹਿਬ ਦੇ ਨਾਲ, ਕਿਉਂਕਿ ਖਾਲਸਾ ਸਕੂਲ ਦਾ ਜਿਹੜਾ ਆਪਣੇ ਆਪ ਸਾਰੇ ਇਹ ਮੇਰਾ ਕਹਿੰਦਾ ਪੰਥ ਦੇ ਨਿਸ਼ਾਨ ਆ। ਇਹਦੇ ਪਰਸਨਲ ਕਿਸੇ ਦੀ ਜਾਇਦਾਦ ਨਹੀਂ, ਇਹ ਆਪਣਾ ਸਕੂਲ ਦਾ ਨਾਮ ਚੇਂਜ ਕਰੇ, ਜੇ ਉਹਨਾਂ ਤੇ ਨਹੀਂ ਕਬਜ਼ਾ ਛੱਡਣਾ ਜੋ ਮਰਜ਼ੀ ਕਰੇ। ਇਹ ਖਾਲਸਾ ਇਹ ਅਕਾਲ ਤਖਤ ਸਾਹਿਬ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਉਹ ਅਦਾਰੇ ਜ਼ਰੂਰ ਛਡਾਏ ਜਾਣ, ਤਾਂ ਕਿ ਉਹ ਬੇਸ਼ੱਕ ਬੱਚੇ ਉੱਥੇ ਪੜ੍ਹਦੇ ਨੇ, ਜੋ ਘੱਟੋ ਘੱਟ ਇਹ ਪਰਿਵਾਰ ਜਾਂ ਇਹਨਾਂ ਦਾ ਕੋਈ ਵੀ ਮੈਂਬਰ ਅਲੱਗ ਹੋ ਜਾਵੇ, ਬੇਸ਼ੱਕ ਇਹ ਆਪਣਾ ਮੁੱਲ ਲੈ ਲੈਣ, ਬੇਸ਼ੱਕ ਜੋ ਕੀਮਤ ਹੈ, ਜੇ ਇਹਨਾਂ 'ਚ ਨੈਤਿਕਤਾ ਤਾਂ ਉੱਦਾਂ ਹੀ ਇਹਨਾਂ ਨੂੰ ਆਪਣੇ ਆਪ ਨੂੰ ਅਲੱਗ ਕਰ ਲੈਣਾ ਚਾਹੀਦਾ। ਇਹ ਤੋਂ ਘੱਟ ਇਹਨਾਂ ਦੀ ਕੋਈ ਮਾਫੀ ਨਹੀਂ ਹੋਣੀ ਚਾਹੀਦੀ, ਇਹਨੂੰ ਗੁਰੂ ਸਾਹਿਬ ਦੀ ਬੇਅਦਬੀ ਹੀ ਗਿਣਨਾ ਚਾਹੀਦਾ। ਧੰਨਵਾਦ ਜੀ। ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਧੰਨਵਾਦ, ਤੁਸੀਂ ਵੀਕਐਂਡ ਤੇ ਆਏ ਸੀ, ਧੰਨਵਾਦ, ਤੇ ਬਹੁਤ ਬਹੁਤ ਤੁਸੀਂ ਐਡਮਿੰਟਨ ਤੋਂ ਪਹੁੰਚੇ ਹੋ, ਤੁਹਾਡਾ ਫੇਰ ਦਿਲੋਂ ਧੰਨਵਾਦ ਕਰ। ਨਹੀਂ, ਇਹ ਸਾਰਾ ਆਪਣਾ ਪੰਥ ਦਾ ਕੰਮ ਹੈ ਜੀ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਮੈਂ ਤਾਂ ਅੱਜ ਵੀ ਇੱਥੇ ਤੇ ਜਾਂ ਕੰਮ ਛੱਡ ਕੇ ਬੈਠਾ ਹਾਂ। ਅੱਜ ਸ਼ਾਮ ਨੂੰ ਜਿਹੜਾ ਪ੍ਰੋਟੈਸਟ ਹੋ ਰਿਹਾ, ਮੈਂ ਬੇਨਤੀ ਉਹੀ ਕਰਨੀ ਆ, ਜਦੋਂ ਪ੍ਰੋਟੈਸਟ ਕਰਨਾ ਆਪਾਂ ਇਸ ਗੱਲ ਦਾ ਖਾਸ ਖਿਆਲ ਰੱਖਣਾ। ਉੱਥੇ ਇੱਕ ਤਾਂ ਮਲਕ ਵੱਲੋਂ ਅੱਜ ਤਾਈਂ ਜਿੰਨੀਆਂ ਵੀ ਕਾਰਵਾਈਆਂ ਕੀਤੀਆਂ, ਮੈਂ ਇੱਥੇ ਪਿਛਲੇ 2 ਦਿਨਾਂ ਦੀਆਂ ਦੇਖ ਰਿਹਾ ਹਾਂ, ਉਹ ਇਸ ਤਰ੍ਹਾਂ ਹੀ ਆ ਵੀ ਉਹ ਪ੍ਰਵੋਕ ਕਰ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਹਨੂੰ ਲੜਾਈ ਝਗੜੇ ਵਿੱਚ ਪਾਈਏ ਤੇ ਉਹਦੀ ਲੱਤ ਉੱਤੇ ਹੋਵੇ। ਉਹ ਬਦਨਾਮੀ ਵੱਲ ਨੂੰ ਸਾਨੂੰ ਧੱਕਣਾ ਚਾਹੁੰਦਾ ਆ, ਤੇ ਉਹਦੀਆਂ ਜਿਹੜੀਆਂ ਨੀਤੀਆਂ ਆ ਉਹ ਫੇਲ ਹੋ ਰਹੀਆਂ ਆ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਅਕਾਲ ਤਖਤ ਤੋਂ ਸੰਦੇਸ਼ ਆ ਗਿਆ ਹੈਗਾ ਆ। ਗਾਹਾਂ ਜਿਹੜੇ ਸਾਡੇ ਸਿੰਘ ਆ, ਉਹ ਜਿਹੜੇ ਇੱਧਰੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ 'ਚ ਉਹ ਸਹਿਰਦੇ ਆ, ਉਹ ਸੋਹਣੀ ਅਗਵਾਈ ਕਰਕੇ ਤੋਂ ਜਿੱਦਾਂ ਉੱਥੇ ਪਹੁੰਚਦੀ ਕਰਨ ਖਬਰ ਵੀ ਜਿਹੜਾ ਬੇਅਦਬੀ ਆ ਇਹਨ ਬਰਗਾੜੀ ਅਰਗੀ ਕੀਤੀ ਹੈ। ਇੱਥੇ ਜਦੋਂ ਕੰਟੇਨਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਉਹ ਕੋਈ ਉੱਥੇ ਜਿਹੜੇ ਸੜਕਾਂ ਤੇ ਰੋਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਉਹਨਾਂ ਨਾਲੋਂ ਵੱਖਰੀ ਨਹੀਂ ਸੀ। ਇਹ ਗੱਲ ਵੱਖਰੀ ਆ ਵੀ ਮੇਰੇ ਵਰਗੇ ਜਿਹੜੇ ਛੋਟੀ ਮਾਤਾ ਵਾਲੇ ਨੂੰ ਸਮਝ ਹੁਣ ਆ ਰਹੀ ਆ ਵੀ ਸਾਡੇ ਨਾਲ ਹੋ ਕੀ ਗਿਆ, ਇਹ ਕਰ ਕੀ ਗਿਆ, ਸਾਡੇ ਤੇ ਜਿਹੜੇ ਧੱਬੇ ਲੱਗੇ ਆ ਉਹ ਵੀ ਕਲੀਅਰ ਹੋ ਰਿਹਾ, ਵਾਹਿਗੁਰੂ ਦੀ ਬਖਸ਼ਿਸ਼ ਹੋ ਰਹੀ ਆ। ਤਾਂ ਅੱਜ ਜਿਹੜਾ ਆਪਾਂ ਉੱਥੇ ਵਿਰੋਧ ਕਰਨਾ ਸ਼ਾਂਤੀ ਪੂਰਵਕ ਬਹੁਤ ਢੰਗ ਨਾਲ ਕਰਨਾ ਹੈਗਾ ਆ। ਜੇ ਇਹਦੇ ਆ ਕੇ ਉੱਥੇ ਗੁੰਡੇ ਸਾਨੂੰ ਪ੍ਰਵੋਕ ਕਰਨ ਦੀ ਕੋਈ ਕੋਸ਼ਿਸ਼ ਕਰਨ ਤੇ ਪ੍ਰਵੋਕ ਨਹੀਂ ਹੋਣਾ, ਸ਼ਾਂਤੀ ਨਾਲ ਚੱਲਣਾ ਆ, ਤਾਂ ਕਿ ਸਾਡੀ ਕੋਈ ਸਿਚੁਏਸ਼ਨ ਇਹੋ ਜਿਹੀ ਨਾ ਹੋਵੇ ਵੀ ਜਿੱਥੇ ਸਾਡੀਆਂ ਖਬਰਾਂ ਬਣਨ ਤੇ ਸਿੱਖ ਆ ਜਿਹੜੇ ਇਹਨਾਂ ਨੂੰ ਮੱਤ ਨਹੀਂ ਹੈਗੀ, ਇਹੋ ਜਿਹੜੇ ਆ ਜਾਨਵਰ ਆ ਗਏ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਸਿੰਘ ਜੀ, ਲਾਈਨ ਨੰਬਰ 4। ਹਾਂਜੀ, ਆਪ ਜੀ ਦੋਵਾਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਸਿੱਖ ਪੰਥ ਸਿਆਣੇ ਆ ਸਾਰੇ, ਤੇ ਮੇਰੀ ਪੁੱਛ ਬੁੱਧੀ ਅਨੁਸਾਰ ਜਿੱਦਾਂ ਮਨਜਿੰਦਰ ਸਿੰਘ ਜੀ ਨੇ ਕਿਹਾ ਆ ਕਿ ਨਵੇਂ ਤੋਂ ਨਵਾਂ ਬਹਾਨਾ ਇੱਕ ਐਵਰੀ ਆਵਰ ਆ ਰਿਹਾ ਆ ਇੱਥੇ, ਠੀਕ ਹੈ ਜੀ, ਮਲਕ ਵੱਲੋਂ। ਸੋ ਜਿੱਦਾਂ ਉਹਨਾਂ ਨੇ ਕਿਹਾ ਆ, ਜਿਹੜੀ ਹੁਣ ਗੱਲ ਰੇਡੀਓ ਤੇ ਸੁਣੀ ਆ, ਕੱਲ ਇੱਥੇ ਤੱਕ ਗੱਲ ਨਹੀਂ ਸੀ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਆ ਜੀ ਸਰੂਪ ਨਾ ਕੋਈ ਚੇਂਜ ਕਰ ਦੇ। ਜੇ ਇਹਨਾਂ ਨੂੰ ਇਦਾਂ ਦਾ ਖਦਸ਼ਾ ਹੈਗਾ ਸਰੂਪ ਕੋਈ ਲੈ ਕੇ ਜਾਂਦੇ ਆ ਗੁਰਦੁਆਰਾ ਸਾਹਿਬ ਤੱਕ ਚੇਂਜ ਨਾ ਕਰ ਦੇਵੇ, ਜੋ ਮੈਂ ਸੋਚਦਾ ਆ ਉਹ ਮੈਂ ਇਹ ਦੱਸਦਾ ਆ, ਆਪਣਾ ਓਪੀਨੀਅਨ ਹੈ ਮੇਰਾ, ਕਿ ਜਦੋਂ ਮਹਾਰਾਜ ਸਾਹਿਬ ਦੇ ਸਰੂਪ ਚੱਕਣੇ ਆ ਉੱਥੋਂ ਖਾਲਸਾ ਤੋਂ, ਉਦੋਂ ਵੀਡੀਓਗ੍ਰਾਫੀ ਹੋਵੇ ਪੂਰੀ, ਕਮੇਟੀਆਂ ਵੱਲੋਂ ਵੀ ਹੋਵੇ ਤੇ ਆਪਣੇ ਜਿਹੜੇ ਮੀਡੀਆ ਉਹਨਾਂ ਵੱਲੋਂ ਵੀ ਹੋਵੇ, ਨੰਬਰ 1। ਦੂਜੀ ਗੱਲ, ਜਿਹੜਾ ਵੀ ਸਰੂਪ ਚੱਕਣਾ ਆ ਉਹਦਾ ਪਹਿਲੋਂ ਆਪਾਂ ਨੂੰ ਇਹੋ ਹੀ ਮੇਨ ਹੈਗਾ ਕਿ ਇਹਨਾਂ ਨੇ ਰਾਗਮਾਲਾ ਵਾਲਾ ਅੰਗ ਜਿਹੜਾ ਹੈਗਾ ਆ ਉਹ ਵਿੱਚ ਪਾਇਆ ਕਿ ਨਹੀਂ ਹੈਗਾ, ਮਤਲਬ ਆਪਣਾ ਮੇਨ ਇਹੀ ਮਕਸਦ ਰੱਖਿਆ ਆ, ਹਨਾ ਜੀ, ਕਿਉਂਕਿ ਇਹ ਰਾਗਮਾਲਾ ਨੂੰ ਬਾਣੀ ਨਹੀਂ ਮੰਨਦੇ, ਤਾਂ ਕਰਕੇ ਸਿੱਖ ਪੰਥ ਜ਼ਿਆਦਾ ਮਤਲਬ ਇਸ ਮੁੱਦੇ ਤੇ ਆ ਕਿ ਇਹਨਾਂ ਨੇ ਹੈਗਾ ਕਿ ਨਹੀਂ ਹੈਗਾ। ਸੋ ਉਹ ਹਰੇਕ ਸਿੰਗਲ ਸਰੂਪ ਜਿਹੜਾ ਹੈਗਾ ਆ ਉਹਨੂੰ ਚੈੱਕ ਕਰਕੇ, ਬਕਾਇਦਾ ਵੀਡੀਓ ਉੱਥੇ ਹੁੰਦੀ ਹੋਵੇ, ਚੈੱਕ ਕਰਕੇ ਉੱਥੋਂ ਮਹਾਰਾਜ ਦਾ ਸਰੂਪ ਜਦੋਂ ਲੈ ਕੇ ਆਉਣਾ ਆ ਗੁਰੂ ਨਾਨਕ ਗੁਰਦੁਆਰਾ ਸਾਹਿਬ ਤੱਕ, ਸੁੱਖ ਆਸਨ ਸਥਾਨ ਤੱਕ, ਉੱਥੋਂ ਤੱਕ ਐਵਰੀ ਸਿੰਗਲ ਮਿੰਟ ਹਰੇਕ ਸਰੂਪ ਦੀ ਮੀਡੀਆ ਵੀ ਤੇ ਪ੍ਰਬੰਧਕਾਂ ਵੱਲੋਂ ਵੀ ਵੀਡੀਓਗ੍ਰਾਫੀ ਹੋਵੇ।
ਠੀਕ ਹੈ ਜੀ। ਉਹਦੇ ਤੋਂ ਬਾਅਦ ਵਿੱਚ ਜਿੱਥੇ ਸੁਖਾਸਨ ਸਥਾਨ ਹੈਗਾ ਆਲਰੇਡੀ ਅਸੀਂ ਚੰਦੋਆ ਸਾਹਿਬ ਉੱਥੇ ਸੈਟਅਪ ਕੀਤਾ, ਬੈੱਡਾਂ ਦੀ ਸੇਵਾ ਉਦੋਂ ਕੀਤੀ ਆ। ਸੋ ਉੱਥੇ ਆਲਰੇਡੀ ਵੀਡੀਓ ਕੈਮਰਾ ਹੈਗਾ ਆ। ਸੋ ਜੋ ਇਹ ਮਿਸਟਰ ਮਲਕ ਵੱਲੋਂ ਬਹਾਨੇਬਾਜ਼ੀ ਆ ਕਿ ਟਲ ਜਾਵੇ ਕਿ ਸਾਨੂੰ ਖਦਸ਼ਾ ਆ, ਜਿੱਦਾਂ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੂੰ ਕਿ ਸਿਆਣੇ ਸਿੰਘ ਜਿਹੜੇ ਗ੍ਰੰਥੀ ਸਿੰਘ ਲਾ ਕੇ ਸਾਰਾ ਤਤਕਰੇ ਤੋਂ ਲੈ ਕੇ ਰਾਗ ਮਾਲਾ ਤੱਕ ਅੱਖਰ ਚੈੱਕ ਕੀਤਾ ਜਾਵੇ, ਹਨਾ ਜੀ। ਉਹਨੂੰ ਟਾਈਮ ਬਹੁਤ ਲੱਗਣਾ ਆ। 39 ਸਰੂਪ ਨੇ ਪਲੱਸ ਜਿਹੜੇ 23 ਸਰੂਪ ਨੇ ਉਹ ਜਾ ਚੁੱਕੇ ਆ। ਮੈਂ ਤੇ ਉਦਣ ਮੀਟਿੰਗ 'ਚ ਇਹ ਵੀ ਬੇਨਤੀ ਕੀਤੀ ਸੀ ਉਹ ਵੀ 23 ਸਰੂਪ ਆਉਣ। ਅੱਜ ਅਸੀਂ ਦਸਮ ਗ੍ਰੰਥ ਦੇ ਮੁੱਦੇ ਤੇ ਰੌਲਾ ਪਾ ਰਹੇ ਆ। ਕੋਈ ਕਹਿੰਦਾ ਪੂਰਾ ਹੈਗਾ, ਕੋਈ ਕਹਿੰਦਾ ਘੱਟ ਆ, ਕੋਈ ਕਹਿੰਦਾ ਹੈ ਹੀ ਨਹੀਂ ਮਹਾਰਾਜ ਦੀ ਬਾਣੀ। ਸੋ ਕੱਲ ਨੂੰ ਅੱਜ ਅਸੀਂ ਹੈਗੇ ਆ, ਪਤਾ ਨਹੀਂ ਅਗਲਾ ਸਵਾਸ ਹੈਗਾ ਨਹੀਂ ਹੈਗਾ। ਆਉਣ ਵਾਲੇ 25-30 ਸਾਲਾਂ ਬਾਅਦ ਇਹੋ ਸਰੂਪ ਕੋਈ ਪੁਰਾਤਨ ਦੇਖ ਚ ਲਿਆ ਕੇ ਗਾਂਹ ਕਰ ਦੇਣਾ, ਆਹ ਦੇਖੋ ਜੀ ਰਾਗਮਾਲਾ ਬਾਣੀ ਨਹੀਂ ਹੈਗੀ ਵਿੱਚ, ਜਾਂ ਆਹ ਦੇਖੋ ਜੀ ਆਹ ਸ਼ਬਦ ਹੀ ਨਹੀਂ ਹੈਗਾ ਵਿੱਚ, ਫਿਰ ਅਸੀਂ ਕਿਹਨੂੰ ਜਵਾਬ ਦੇਵਾਂਗੇ? ਸਾਡਾ ਇਹੋ ਕੰਸਰਨ ਆ ਕਿ ਜਿਹੜੇ ਸਰੂਪ ਆ, ਮੇਰੀ ਤੁਸ਼ ਬੁੱਧੀ ਅਨੁਸਾਰ ਏਦਾਂ ਵੀਡੀਓਗ੍ਰਾਫੀ ਐਵਰੀ ਸਿੰਗਲ ਉੱਥੋਂ ਪਹਿਲੋਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਚੈੱਕ ਕਰ ਲਿਓ ਤੇ ਫਿਰ ਬਾਅਦ ਚ ਇੱਥੇ ਜਿਹੜਾ ਲੈ ਕੇ ਆਉਣਾ ਹੈ ਉਹ ਤੇ ਉਹ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਧੰਨਵਾਦ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਮਾਪਤ ਕਰਦੇ ਹਾਂ ਜੀ। ਤਰਲੋਚਨ ਸਿੰਘ ਹੋਣੀ ਇੱਕ ਕਾਲਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਪਾਰਕ ਸੰਦੇਸ਼ਾਂ ਤੋਂ ਬਾਅਦ, ਤੇ ਮਨਿੰਦਰ ਸਿੰਘ ਉਹਨਾਂ ਨਾਲ, ਕਿਉਂਕਿ 1:30 ਹੋ ਗਏ ਤੇ ਕੁਝ ਮੇਰੇ ਵਪਾਰਕ ਵਕਫੇ ਵੀ ਨੇ। ਹੁਣ ਤਰਲੋਚਨ ਸਿੰਘ ਜੀ ਤੁਸੀਂ ਏਅਰ ਤੇ ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਇਹ ਹੈ ਕਿ ਸ਼ਨੀਵਾਰ ਵਾਲੇ ਦਿਨ ਸੈਚਰਡੇ ਸੰਗਤ ਜਿੱਦਾਂ ਉੱਥੇ ਜਿਹੜੀ ਮੀਟਿੰਗ ਸੀ ਨਾ, ਉੱਥੇ 3 ਜਾਂ 4 ਘੰਟੇ ਸੰਗਤ ਰਹੀ ਹੈ ਇਸੇ ਕੰਮ ਲਈ ਕਿ ਵੀ ਇਹ ਪੱਕੇ ਤੌਰ ਤੇ ਕੰਮ ਕਰ ਲਿਆ ਜਾਵੇ। ਸਾਰੀ ਜਿਹੜੀ ਟੀਮ ਹੈ ਉਹ ਬਹੁਤ ਸਹਿਰਤਾ ਨਾਲ ਕੰਮ ਕਰ ਰਹੀ ਹੈ, ਪਰ ਖਦਸ਼ਾ ਉਸ ਦਿਨ ਵੀ ਸੀਗਾ ਵੀ ਉਹ ਇਸ ਗੱਲ ਤੇ ਪੱਕੇ ਹੋ ਰਹਿਣਗੇ ਜਾਂ ਨਹੀਂ ਰਹਿਣਗੇ। ਪਰ ਕਮੇਟੀ ਨੂੰ ਉਦੋਂ ਵਿਸ਼ਵਾਸ ਸੀਗਾ ਕਿ ਵੀ ਨਹੀਂ ਇਹ ਅਸੀਂ ਕਰਾਂਗੇ, ਜਿੱਦਾਂ ਵੀ ਕਰਕੇ ਜਿਹੜੀ ਕਮਿਟਮੈਂਟ ਕੀਤੀ ਹੈ ਵੀ ਅਗਲੇ ਦਿਨ ਸੰਡੇ ਨੂੰ ਵੀ ਉਹ ਸਾਰਾ ਕੁਝ ਵਾਪਸ ਕਰ ਦੇਣਗੇ। ਪਰ ਅਨਫੋਰਚੂਨੇਟਲੀ ਨਹੀਂ ਹੋਇਆ। ਤੇ ਉਹਦੇ 'ਚ ਇਹ ਹੈ ਕਿ ਹੁਣ ਇਹ ਦੋਨੋਂ ਪੱਖ ਤੋਂ ਦੇਖਣਾ ਚਾਹੀਦਾ ਸਿੱਖ ਸੰਗਤ ਨੂੰ, ਕਾਨੂੰਨੀ ਪੱਖ ਤੇ ਧਾਰਮਿਕ ਪੱਖ ਤੋਂ। ਹੁਣ ਇਹਨੂੰ ਪੈਰਲਲ ਲੈ ਕੇ ਨਾ ਇਹਨੂੰ ਪ੍ਰੋਪਰ ਤਰੀਕੇ ਨਾਲ ਬੰਨਿਆ ਜਾਵੇ, ਜਿਹੜਾ ਉਹ ਏਦਾਂ ਇਸ ਨੂੰ ਲਿੰਗਰ ਔਨ ਨਾ ਕਰ ਸਕੇ। ਉਹਦਾ ਮੇਨ ਪਰਪਸ ਹੈਗਾ ਕਿ ਉਹਨੇ ਇਹ ਗੱਲ ਨੂੰ ਅੱਗੇ ਲੈ ਕੇ ਜਾਣਾ ਲੰਬੇ ਦੌਰ ਤੇ। ਤੇ ਦੂਸਰੀ ਗੱਲ, ਇੱਕ ਕੁਝ ਬੰਦਿਆਂ ਦੇ ਨਾਲ ਕੱਲ ਗੱਲ ਹੋਈ ਸੀਗੀ, ਉਹਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਜਿਹੜੀ ਪ੍ਰਿੰਟਿੰਗ ਹੈ, ਜਿੱਦਾਂ ਉਹ ਕਹਿ ਰਹੇ ਆ ਵੀ PDF ਤੋਂ ਜਿਹੜੀ ਪ੍ਰਿੰਟਿੰਗ ਹੈ, ਕੁਝ ਪ੍ਰਿੰਟਿੰਗ ਵਾਲੇ ਬੰਦਿਆਂ ਨੂੰ ਇਹਦੇ 'ਚ ਇਨਵੋਲਵ ਕਰਿਆ ਜਾਵੇ ਜਿਹੜੇ ਐਕਸਪਰਟ ਹੈਗੇ ਨੇ ਪ੍ਰਿੰਟਿੰਗ ਦੇ। ਕਹਿੰਦੇ ਹਾਲੇ ਤੱਕ ਵੀ ਏਦਾਂ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵੀ ਛਪਾਈ ਨਹੀਂ ਹੋਈ ਹੈਗੀ ਜਿਹੜਾ PDF ਤੋਂ। PDF ਦੇ ਵਿੱਚ ਜਿਹੜੀ ਫਾਈਲ ਬਣਦੀ ਹੈ ਉਹ ਸਕੈਨ ਕਰਕੇ ਬਣਦੀ ਹੈ। ਜੇ ਉਸਨੇ ਸਕੈਨ ਕੀਤਾ ਉਹ ਟੋਟਲੀ ਬੇਅਦਬੀ ਹੈ ਵੀ ਕਿੱਦਾਂ ਉਸਨੇ ਸਕੈਨ ਕੀਤਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹਨਾਂ ਨੂੰ ਕਿੱਦਾਂ ਸਕੈਨ ਕਰਕੇ PDF ਬਣਾਈ ਗਈ ਹੈ, ਉਹ ਕਿੱਥੋਂ ਕਰਵਾਈ ਹੈ ਉਹ ਕੋਈ ਸੋਰਸ ਨਹੀਂ ਦੱਸ ਰਿਹਾ ਹੈਗਾ। ਉਹਨੂੰ ਡਿਗ ਆਊਟ ਕਰਨਾ ਬਹੁਤ ਜ਼ਰੂਰੀ ਹੈ ਵੀ ਉਹਦੇ ਪਿੱਛੇ ਇਹ ਕਿਹੜੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਨੇ। ਤੇ ਇਸ ਕਰਕੇ ਮੇਰੀ ਇੰਨੀ ਕੁ ਗੁਜ਼ਾਰਿਸ਼ ਹੈ ਕਿ ਇਹਦੇ 'ਚ ਜਿਹੜੇ ਪ੍ਰਿੰਟਿੰਗ ਦੇ ਐਕਸਪਰਟ ਨੇ ਉਹਨਾਂ ਨੂੰ ਜ਼ਰੂਰ ਕਮੇਟੀ ਦੇ ਵਿੱਚ ਨਾਲ ਲਿਆ ਜਾਵੇ। ਧੰਨਵਾਦ। ਬਿਲਕੁਲ ਠੀਕ, ਧੰਨਵਾਦ ਜੀ। ਤੇਜਾ ਐਂਡ ਸੰਦ ਬਲੂਬੇਰੀ ਫਾਰਮ ਮੈਸਕਿਊ ਦੇ ਵਿੱਚ ਐਬਸਫੋਰਡ, ਉਹਨਾਂ ਨੂੰ ਪਿਕਲਸ ਦੀ ਜ਼ਰੂਰਤ ਹੈ ਜੀ। ਉਹਨਾਂ ਰਾਈਡ ਵੀ ਦੇ ਦੇਣਗੇ ਤੁਹਾਨੂੰ, ਰੇਟ ਬਹੁਤ ਵਧੀਆ, ਤੁਹਾਡੀ ਆਪਣੀ ਰਾਈਡ ਹੋਵੇ ਹੋਰ ਵੀ ਵਧੀਆ ਰੇਟ ਦੇ ਦੇਣਗੇ। 604 302 5914 604 866 4064। ਬੇਰੀ ਬਹੁਤ ਭਾਰੀ ਹੈ, ਪਿਕਰ ਦੀ ਜ਼ਰੂਰਤ ਹੈ। ਤੇਜਾ ਐਂਡ ਸੰਸ 604 866 4064 ਮੈਸਕਿਊ ਦੇ ਵਿੱਚ ਤੇ ਐਬਸਪੋਰਟ ਦੇ ਵਿੱਚ ਬੇਰੀ ਦੀ ਜ਼ਰੂਰਤ ਹੈ, ਬੇਰੀ ਪਿਕਰ ਦੀ ਜ਼ਰੂਰਤ ਹੈ। 604 866 4064। ਇਸ ਦੇ ਨਾਲ ਹੀ ਜਿਹੜੀ ਕਮਰਸ਼ੀਅਲ ਕੰਸਟਰਕਸ਼ਨ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਨਾਂ ਹੈ ਸਟੀਲ ਏਜ ਕੰਸਟਰਕਸ਼ਨ। ਸਟੀਲ ਏਜ ਕੰਸਟਰਕਸ਼ਨ ਵਾਲੇ ਤੁਹਾਡਾ ਰੈਸਟੋਰੈਂਟ, ਮੈਡੀਕਲ ਕਲੀਨਿਕ, ਆਫਿਸ ਬਿਲਡਿੰਗ, ਵੇਅਰ ਹਾਊਸ ਦੀ ਕੰਸਟਰਕਸ਼ਨ ਤੇ ਨਾਲ ਹੀ ਟੈਨੈਂਟ ਇੰਪਰੂਵਮੈਂਟ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ। ਆਪਣਾ ਪਲਾਨ ਲੈ ਕੇ ਆਓ ਜਾਂ ਇਹਨਾਂ ਕੋਲ ਵੀ ਬਣਾ ਲਓ। ਹੋਰ ਤੁਹਾਡੀ ਤਸੱਲੀ ਲਈ 1 ਸਾਲ ਦੀ ਵਾਰੰਟੀ ਨਾਲ ਦਿੱਤੀ ਜਾਏਗੀ।
604 418 1515 ਰਾਜਦੀਪ ਸਿੰਘ। ਯੂਨਿਟ 13 124 84 82 ਐਵਨਿਊ ਇਹ ਦਫ਼ਤਰ ਹੈ। ਸਟੀਲ ਸਟੱਡ ਫਰੇਮਿੰਗ ਜਿਹੜੀ ਤੇ ਪੂਰੀ ਦਾ ਪੂਰੀ ਪ੍ਰੋਜੈਕਟ ਇੱਕ ਰੈਸਟੋਰੈਂਟ ਕੋਈ ਬਣਾਉਣਾ, ਮੈਡੀਕਲ ਬਿਲਡਿੰਗ, ਕੋਈ ਵੇਅਰ ਹਾਊਸ 'ਚ ਮੈਜ਼ਰੀਨ ਵਗੈਰਾ ਬਣਾਉਣਾ ਤਾਂ ਉਹਦੇ ਲਈ 604 418 1515। ਡੈਨ ਸਿੱਧੂ ਜੀ ਸਾਡੇ ਪਰਮ ਮਿੱਤਰ, ਸਾਲ ਦਾ ਤਜਰਬਾ ਕੈਲਗਰੀ ਦੇ ਵਿੱਚ। ਇੱਕੋ ਛੱਤ ਦੇ ਥੱਲੇ ਫਾਈਨੈਂਸਿੰਗ ਜਿਹੜੀ ਹੈ ਨਾਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਦੀ ਜਿਹੜੀ ਰੀਅਲ estate ਹੈ, ਪ੍ਰਾਪਰਟੀ ਮੈਨੇਜਮੈਂਟ, ਚਾਰੇ ਕੰਮ ਜਿਹੜੀ ਕਮਰਸ਼ੀਅਲ ਕੋਈ ਪ੍ਰਾਪਰਟੀ ਲੈਣੀ ਹੈ, ਕੋਈ ਰੈਜ਼ੀਡੈਂਸ਼ੀਅਲ ਲੈਣੀ ਹੈ ਜਾਂ ਕੋਈ ਪ੍ਰਾਪਰਟੀ ਮੈਨੇਜ ਕਰਾਉਣੀ ਹੈ ਤੇ ਲੋਨ 403 560 6300। ਡੈਨ ਸਿੱਧੂ ਜੀ ਨਾਲ ਗੱਲਬਾਤ ਕਰਿਓ 403 560 600। ਲੋਕ ਸਭ ਤੇ ਆਉਂਦੇ ਆ ਵੀਕਐਂਡ ਤੇ। ਡੈਨ ਸਿੱਧੂ ਜੀ ਪ੍ਰੋਗਰਾਮ ਦੇ ਸਪਾਂਸਰ ਨੇ। ਇਸੇ ਤਰ੍ਹਾਂ ਦੱਸਿਆ ਕਿ ਜਿਹੜੀ ਡੰਪ ਸਾਈਡ ਹੈ ਲਫੀਵਰ ਤੇ 116 1161 ਲਫੀਵਰ ਰੋਡ ਅਟਿੰਗ ਫੀਵਰ ਤੇ ਉਹ ਖੁੱਲ ਚੁੱਕੀ ਹੈ। 778 552 0305 ਇਹ ਜਿਹੜਾ ਬਨਵੈਤ ਉਹਨਾਂ ਦਾ ਨੰਬਰ ਹੈ 778 552 0305। ਵਧੀਆ ਜਿਹੜੀ ਸਵਾਰ ਹੁਣ ਪੈਣੀ ਹੈ, ਮਿੱਟੀ ਉੱਥੇ ਵਧੀਆ ਪੈਣੀ ਹੈ, ਮਾੜੀ ਨਹੀਂ ਪੈਣੀ ਕਿਉਂਕਿ ਪਹਿਲਾਂ ਫਿਲ ਹੋ ਚੁੱਕਿਆ। ਹੁਣ ਉੱਪਰਲੀ ਫੁੱਟ 2 ਫੁੱਟ ਜਿਹੜੀ ਪੈ ਰਹੀ ਹੈ। 130 ਏਕੜ ਨੇ, ਹਲੇ ਵੀ ਟਰੱਕ ਬਹੁਤ ਖੱਪ ਜਾਣੇ ਨੇ। 778 552 0305 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਰ ਲਖਵੰਤ ਸਿੰਘ ਆਖਰੀ ਕਾਲਰ ਨੇ ਜੀ, ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੋਂ ਦੇ ਗਿੱਲ ਸਾਹਿਬ ਆਪ ਜੀ ਦਾ ਮੀਡੀਆ ਸਟੇਸ਼ਨ ਦਾ ਤੇ ਖਾਸ ਤੌਰ ਤੇ ਨੇ ਬਹੁਤ ਵਧੀਆ ਐਫਰਟ ਇਸ ਮਸਲੇ ਦੇ ਵਿੱਚ ਕੀਤਾ ਆ ਤੇ ਇਹ ਕੋਈ ਜਿੱਦਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਵਧੀਆ ਇੱਕ ਸੰਦੇਸ਼ ਆਇਆ। ਤੇ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਕਿ ਜਿੱਦਾਂ ਭਾਈ ਮਨਿੰਦਰ ਸਿੰਘ ਹੋਣਾ ਦੱਸਿਆ ਕਿ ਉਹ ਕਹਿੰਦੇ ਵੀ ਜਿਹੜੇ ਸਰੂਪ ਆ ਵੀ ਇੱਥੇ ਇੰਸਪੈਕਟ ਕੀਤੇ ਜਾਣ, ਸਾਨੂੰ ਖਦਸ਼ਾ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਉਸ ਇਨਸਾਨ ਤੋਂ ਕੋਈ ਨੀਚ ਹਰਕਤ ਕੋਈ ਗੁਰੂ ਦਾ ਸਿੱਖ ਹੋਰ ਨਹੀਂ ਕਰ ਸਕਦਾ ਜਿੰਨੀ ਇਹਨਾਂ ਕਰ ਦਿੱਤੀ ਆ। ਤੇ ਇਹਨਾਂ ਨੇ ਪਿਛਲੇ ਸਮੇਂ ਤੋਂ ਮੰਨ ਲਓ ਵੀ ਇੱਕ ਦਿਨ ਦਾ ਜਿਹੜਾ ਇਹਨਾਂ ਦਾ ਬਿਆਨਬਾਜ਼ੀ ਆ, ਕਦੀ ਕੁਛ ਕਦੀ ਕੁਛ ਪਿਛਲੇ 2 ਦਿਨਾਂ ਤੋਂ ਮੈਂ ਵੀ ਕਾਫੀ ਇਸ ਮਸਲੇ ਦੇ ਵਿੱਚ ਇਨਵੋਲਵ ਰਿਹਾ ਆ ਤੇ ਕਿਸ ਤਰ੍ਹਾਂ ਸਾਰੇ ਸਿੰਘਾਂ ਨੇ, ਸਾਰੀਆਂ ਸੁਸਾਇਟੀਆਂ ਨੇ, ਮਤਲਬ ਇੱਕ ਮਾਹੌਲ ਏਦਾਂ ਦਾ ਬਣ ਗਿਆ ਸੀ ਵੀ ਜਿਹੜਾ ਸੁਸਾਇਟੀਆਂ ਵਾਲੇ ਦੋਸ਼ੀ ਹੁੰਦੇ ਆ ਤੇ ਇਸ ਬੰਦੇ ਤੱਕ ਪਹੁੰਚ ਕਰਨ ਵਾਸਤੇ ਉਹ ਐਫਰਟ ਕਰ ਰਹੇ ਆ ਤੇ ਇਹਦਾ ਬਿਹੇਵੀਅਰ ਏਦਾਂ ਦਾ ਸੀ। ਪਰ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਅਕਾਲ ਤਖਤ ਸਾਹਿਬ ਤੋਂ ਬਹੁਤ ਵਧੀਆ ਸੰਦੇਸ਼ ਆਇਆ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਤੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵੀ ਕੌਮ ਦਾ ਏਦਾਂ ਦਾ ਇਸ਼ੂ ਉੱਠਦਾ ਆ ਤੇ ਸਾਨੂੰ ਸਾਰੀਆਂ ਸੁਸਾਇਟੀਆਂ ਦੇ ਨਾਲ ਭਰੋਸੇ ਦੇ ਵਿੱਚ ਲੈ ਕੇ ਤੇ ਸਾਨੂੰ ਤਤਪਰ ਹੋਣਾ ਚਾਹੀਦਾ। ਜੇ ਅੱਜ ਅਸੀਂ ਇਸ ਮਸਲੇ ਦੇ ਉੱਤੇ ਸੁੱਤੇ ਰਹਿੰਦੇ ਤੇ ਹੋ ਸਕਦਾ ਸੀ ਇਹ ਮਸਲਾ ਅੱਜ ਇੱਥੇ ਆ ਕੇ ਨਾ ਖੜਦਾ। ਤੇ ਸੋ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਇਨਸਾਨ ਦੀਆਂ ਜਿਹੜਾ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਕੁਝੀਆਂ ਹਰਕਤਾਂ ਕਰ ਰਿਹਾ ਵਾ ਉਹ ਤੋਂ ਸੁਚੇਤ ਹੋਈਏ ਤੇ ਸਮੂਹ ਸੰਗਤਾਂ ਜਿਹੜਾ ਕੱਲ ਉੱਥੇ ਸਾਰੇ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਉੱਥੋਂ ਜਿਹੜਾ ਵੀ ਆਪਣਾ ਕੀਤਾ ਗਿਆ ਆ ਸੋਸ਼ਲ ਬਾਈਕਾਟ ਦਾ, ਉਹਦਾ ਵੀ ਪੂਰਾ ਸਮਰਥਨ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਧੰਨਵਾਦ ਜੀ। ਸਾਰੇ ਕਾਲਰ ਆਪਣੀ ਗੱਲ ਕੀਤੀ ਆ। ਅਖੀਰ 'ਚ ਸਰਦਾਰ ਮਨਿੰਦਰ ਸਿੰਘ ਜੀ ਤੁਸੀਂ ਕੁਛ ਅਖੀਰ 'ਚ ਕੁਛ ਹੋਰ ਕਹਿਣਾ ਚਾਹੁੰਦੇ ਹੋ ਤੇ ਸ਼ਾਮ ਦਾ ਜਿਹੜਾ ਇਕੱਠ ਸੰਗਤਾਂ ਦਾ ਜਿਹੜਾ ਸੱਦਿਆ ਜਾਂ ਮੁਜ਼ਾਹਰਾ ਜਿਹੜਾ 6 ਵਜੇ ਉਹਦੇ ਲਈ ਕਿੱਥੇ ਆਉਣ, ਕਿੱਥੇ ਇਕੱਠੇ ਹੋਣ, ਗੱਡੀਆਂ ਕਿੱਥੇ ਖੜਨ, ਕਿਵੇਂ ਜਾਣਾ ਹੈ, ਇਹਦੇ ਬਾਰੇ ਵੀ ਥੋੜਾ ਬਹੁਤਾ ਦੱਸ ਦਿਓ। ਹਾਂਜੀ, ਅਖੀਰ ਵਿੱਚ ਸਾਰਿਆਂ ਦੇ ਧੰਨਵਾਦੀ ਹਾਂ ਜਿੰਨੇ ਵੀ ਸਿੱਖ ਸੰਗਤ ਨੇ ਇਸ ਮਸਲੇ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਸੁਝਾਅ ਦਿੱਤੇ, ਲਗਾਤਾਰ ਆਪਣਾ ਟਾਈਮ ਗੁਰਦੁਆਰਿਆਂ ਦੇ ਵਿੱਚ ਆਣ ਕੇ ਉੱਥੇ ਆਪਣੇ ਵਿਚਾਰ ਰੱਖੇ। ਉਹਦੇ ਨਾਲ ਸਾਰੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਹੋਇਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀ ਸਿੱਖ ਜਿਹੜੀ ਲੋਕਲ ਲੋੜਵੰਦਾਂ ਦੀ ਕਮਿਊਨਿਟੀ ਹੈ ਇਹਦੇ ਵਿੱਚ ਉਹਨਾਂ ਨੇ ਭਾਗ ਪਾਇਆ ਤੇ ਆਪਣਾ ਜਿਹੜਾ ਰੋਸ ਹੈ ਉਹ ਇੱਥੇ ਪ੍ਰਗਟ ਕਰਾਇਆ। ਅੱਜ ਦੇ ਜਿਹੜੇ ਪ੍ਰੋਟੈਸਟ ਹੈ 6 ਵਜੇ ਖਾਲਸਾ ਸਕੂਲ ਨਿਊਟਨ 124 ਸਟਰੀਟ ਤੇ 69 ਐਵਨਿਊ ਦੇ ਜਿੱਥੇ ਉੱਥੇ ਹੈਗਾ ਉਹਦੇ ਮੋਹਰੇ ਹੋਊਗਾ ਤੇ ਉੱਥੇ ਬਲਵੰਤ ਸਿੰਘ ਪੰਧੇਰ ਦਾ ਘਰ ਜਿੱਥੇ ਛਪਾਈ ਹੋ ਰਹੀ ਹੈ ਉਹ ਬਿਲਕੁਲ ਉਸੇ ਖੁੰਝੇ ਦੇ ਉੱਤੇ ਹੀ ਆ। ਅਸੀਂ ਚਾਹੁੰਦੇ ਹਾਂ ਕਿ ਸੰਗਤ ਜਿੱਥੇ ਵੀ ਪਾਰਕਿੰਗ ਮਿਲਦੀ ਆ, ਜਿੱਦਾਂ ਹੁਣ ਆਪਾਂ ਸਾਰਾ ਕੁਛ ਆਲੇ ਦੁਆਲੇ ਤਾਂ ਬੰਦ ਹੋਣਾ ਹੈ, ਸੜਕਾਂ ਦੇ ਉੱਤੇ ਜਾਂ ਆਲੇ ਦੁਆਲੇ ਜਿੱਥੇ ਵੀ ਪਾਰਕਿੰਗ ਅਵੇਲੇਬਲ ਹੈ ਉੱਥੇ ਪਾਰਕ ਕਰਕੇ ਆਪਾਂ ਜਦੋਂ ਉੱਥੇ ਖੜਨਾ ਵੀ ਆ, ਅਸੀਂ ਉੱਥੇ ਕਈ ਵੋਲੰਟੀਅਰਸ ਨੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੇ ਵਿੱਚ ਸਾਰਿਆਂ ਨੂੰ ਦੱਸੀ ਜਾਣਾ। ਅਸੀਂ ਉਹਦੇ ਵਿੱਚ ਮਾਸਕ ਵੀ ਉੱਥੇ ਪ੍ਰੋਵਾਈਡ ਕਰੂੰਗੇ ਜੇ ਕਿਸੇ ਤੋਂ ਨਹੀਂ ਆਪਦਾ ਹੈਗਾ। ਪਰ ਜਿਹੜੇ ਕੋਈ ਹਜ਼ੂਰੀਆਂ ਦੇ ਨਾਲ ਜਾਂ ਹੋਰ ਕਾਟਨ ਦੇ ਮਾਸਕ ਜਾਂ ਘਰੋਂ ਲਿਆਉਂਦੇ ਆ ਉਹ ਵੀ ਠੀਕ ਹੈ, ਪਰ ਉੱਥੇ ਵੀ ਮਾਸਕ ਪ੍ਰੋਵਾਈਡ ਹੋਣਗੇ। ਉੱਥੇ ਆਪਾਂ 6 ਵਜੇ ਉੱਥੇ ਪੂਰਾ ਟਾਈਮ ਤੇ ਪਹੁੰਚਣਾ ਆ।
ਇਹਦੇ ਵਿੱਚ ਇਹ ਵੀ ਹੋ ਸਕਦਾ ਕਈਆਂ ਨੇ ਸਵਾਲ ਪੁੱਛਿਆ ਹੈ ਕਿ ਜੇ ਅੱਜ ਮਹਾਰਾਜ ਦੇ ਸਰੂਪ ਜਿੱਦਾਂ ਹੁਣ ਵੀ ਮੈਸੇजेस ਆ ਰਹੇ ਆ ਕਿ ਉੱਥੋਂ ਲਿਜਾਏ ਜਾ ਸਕਦੇ ਨੇ ਕਿ ਕੀ ਫੇਰ ਵੀ ਉੱਥੇ ਇਕੱਠ ਹੋਊਗਾ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਕੱਠ ਤਾਂ ਹੋਣਾ ਆ, ਉੱਥੇ ਆਪਾਂ ਪਹੁੰਚਣਾ ਆ। ਹੋ ਸਕਦਾ ਆ ਕਿ ਉਸੇ ਵੇਲੇ ਜਿਹੜਾ ਇਕੱਠ ਦੇ ਵਿੱਚ ਦੇ ਟਾਈਮ ਤੇ ਜਿਹੜੇ ਮਹਾਰਾਜ ਦੇ ਸਰੂਪ ਆ, ਜਿਹੜੇ ਉੱਥੇ ਦੇ 5 ਸਿੰਘ ਆ, ਉਹਨਾਂ ਦੀ ਅਗਵਾਈ ਹੇਠ ਉੱਥੋਂ ਉਸ ਟਾਈਮ ਤੋਂ ਗੁਰੂ ਨਾਨਕ ਦੇ ਗੁਰਦੁਆਰਾ ਸਾਹਿਬ ਲਿਆਏ ਜਾਣ। ਉਸ ਟਾਈਮ ਤੇ ਜਿਹੜਾ ਉੱਥੇ ਬਾਹਰ ਇਕੱਠ ਹੋਣਾ ਆ, ਉਹ ਸਤਿਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਵੀ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਟੈਸਟ ਕਰ ਸਕਦੇ ਹਾਂ। ਅਸੀਂ ਉੱਥੇ ਹੋਰ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਪਰ ਜਦੋਂ ਮਹਾਰਾਜ ਦੇ ਸਰੂਪ ਉੱਥੇ ਲਿਆਏ ਜਾਣੇ ਆ, ਅਸੀਂ ਵੀ ਇਸ ਆਸ ਦੇ ਵਿੱਚ ਆ ਕਿ ਜਿੰਨੀ ਵੀ ਸੰਗਤ ਦੀ ਚਿੰਤਕ ਹੈ ਉੱਥੇ ਆਉਣ, ਆਪਣੇ ਅੱਖੀ ਦੇਖਣ ਕਿ ਉੱਥੇ ਜਿਹੜੇ ਸਰੂਪ ਆ ਵਾਕਈ ਉੱਥੇ ਲਿਜਾਏ ਜਾ ਰਹੇ ਆ। ਸਾਰਾ ਕੁਝ ਪੀਸਫੁਲੀ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਬਾਇਲਾਜ਼ ਤੇ ਲਾਜ਼ ਫੋਲੋ ਕਰਦੇ ਆ। ਸਿਟੀ ਨੂੰ ਅਵੇਅਰ ਕੀਤਾ ਗਿਆ ਆ, ਇਹਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ। ਸੋ ਇਹ ਸਿਰਫ 6 ਵਜੇ ਜਿੱਥੇ ਵੀ ਪਾਰਕਿੰਗ ਲੱਭਦੀ ਆ ਆਲੇ ਦੁਆਲੇ ਦੀਆਂ ਸੜਕਾਂ ਦੇ ਉੱਤੇ ਜਾਂ ਕਲਡਸੈਕ ਦੇ ਵਿੱਚ ਕਰਕੇ ਉੱਥੇ ਆਪਾਂ ਸਾਰਿਆਂ ਨੇ 6 ਵਜੇ ਖਾਲਸਾ ਸਕੂਲ ਦੀ ਸਾਈਡਵਾਕ ਦੇ ਮੋਹਰੇ ਉੱਥੇ ਆਪਾਂ ਮਿਲਣਾ ਹੈ। ਸਾਰਿਆਂ ਨੂੰ ਇੱਕ ਬੇਨਤੀ ਮੈਂ ਨਿੱਜੀ ਤੌਰ ਤੇ ਕਰ ਦਵਾਂ, ਕਿਉਂਕਿ ਸਾਡਾ ਮੀਡੀਆ ਦਾ ਇਹ ਫਰਜ਼ ਹੈ 6 ਫੀਟ ਦਾ ਡਿਸਟੈਂਸ ਰੱਖਣਾ। ਘਰੋਂ ਮਾਸਕ ਆਪਣੇ ਪਲੀਜ਼ ਪਾ ਕੇ ਆਇਓ। ਜਿਹੜੇ ਹਜ਼ੂਰੀਆ ਰੱਖਦੇ ਸਿੰਘ ਉਹ ਹਜ਼ੂਰੀਆ ਨਾਲ ਆਪਣਾ ਮੂੰਹ ਢੱਕ ਸਕਦੇ ਆ, ਤੇ ਜੇ ਛੋਟਾ ਸਪਰੇ ਕੋਈ ਆਪਣਾ ਜਿਹੜਾ ਹੱਥ ਸਾਫ਼ ਕਰਨ ਲਈ ਉਹ ਲਿਆ ਸਕਦੇ ਹੋ ਤਾਂ ਉਹ ਜ਼ਰੂਰ ਲੈ ਕੇ ਆਓ। ਤਾਂ ਵੀ ਖਿਆਲ ਰੱਖੋ, ਇਕੱਠ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਹੋਣਾ, ਕੋਈ ਭੜਕਾਹਟ ਨਹੀਂ, ਕੋਈ ਨਾਅਰੇਬਾਜ਼ੀ ਨਹੀਂ ਕਰਨੀ, ਕਿਸੇ ਦੇ ਖਿਲਾਫ ਨਹੀਂ ਬੋਲਣਾ, ਕਿਸੇ ਨਾਲ ਹੱਥੋਂ ਪਾਈ ਨਹੀਂ ਕਰਨੀ, ਇੱਜ਼ਤ ਸਤਿਕਾਰ ਦੇ ਨਾਲ ਰਹਿਣਾ। ਬਹੁਤ ਫਿਰ ਵੀ ਡਿਫਰੈਂਸਿਸ ਕਮਿਊਨਿਟੀ ਦੇ ਵਿੱਚ ਪੈਂਦੇ ਨੇ, ਆਪਸ ਵਿੱਚ ਡਿਫਰੈਂਸਿਸ ਪੈਂਦੇ ਨੇ, ਉਹਨਾਂ ਦਾ ਸਤਿਕਾਰ ਅਸੀਂ ਇੱਕ ਦੂਜੇ ਦਾ ਫੇਰ ਵੀ ਕਰਨਾ ਹੈ। ਅਕਾਲ ਤਖਤ ਸਾਹਿਬ ਜੋ ਕੁਝ ਕਹਿਣਗੇ ਉਹਦੇ ਤੇ ਅਸੀਂ ਹੁਕਮ ਚੜਾਉਣਾ ਹੈ। ਕਿਸੇ ਨੂੰ ਅਪਸ਼ਬਦ ਨਹੀਂ ਬੋਲਣਾ, ਕੋਈ ਹੱਥ ਪੱਲਾ ਨਹੀਂ ਕਰਨਾ ਤੇ ਆਲੇ ਦੁਆਲੇ ਵਿਜੀਲੈਂਟ ਰਹਿਣਾ, ਕੋਈ ਅਨਸਰ ਨਾ ਅੰਦਰ ਵੜ ਜਾਵੇ। ਇਹ ਵੀ ਇੱਕ ਕਵਚ ਦੇ ਤੌਰ ਤੇ ਸੁਰੱਖਿਆ ਘੇਰੇ ਵਾਂਗੂ ਰੱਖਣਾ ਤੇ ਆਪਣੇ ਮਨਾਂ ਦੇ ਬਲਬਲੇ ਜਿਹੜੇ ਉੱਥੇ ਪ੍ਰਗਟ ਕਰਨੇ। ਅਸੀਂ ਗੁਰੂ ਦੇ ਸਤਿਕਾਰ ਲਈ ਉੱਥੇ ਇਕੱਠੇ ਹੋਣਾ, ਕਿਸੇ ਨੂੰ ਨੀਵਾਂ ਕਿਸੇ ਨੂੰ ਉੱਚਾ ਦਿਖਾਉਣ ਲਈ ਕੋਈ ਉੱਥੇ ਇਸ਼ੂ ਇਹੋ ਜਿਹਾ ਨਹੀਂ ਕਰਨਾ, ਕੋਈ ਗਾਲ ਦੁੱਪੜ ਕੋਈ ਗਲਤ ਸ਼ਬਦ ਇਹੋ ਜਿਹਾ ਕੁਛ ਨਹੀਂ ਕਰਨਾ ਜਿਹੜਾ ਕਰਨ ਲਈ ਸਾਡਾ ਸਿਰ ਨੀਵਾਂ ਕਰੇ। ਇਹ ਜ਼ਰੂਰ ਬੇਨਤੀ ਮੈਂ ਨਿੱਜੀ ਤੌਰ ਤੇ ਅਖੀਰ ਵਿੱਚ ਕਰਨਾ ਚਾਹੁੰਦਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਧੰਨਵਾਦ ਹੈ। ਨਾਲ ਵੀਰ ਜਿਹੜੇ ਮਿਹਨਤ ਕਰ ਰਹੇ ਨੇ, ਸਰਦਾਰ ਗੁਰਿੰਦਰ ਸਿੰਘ ਸੰਘਾ, ਸਰਦਾਰ ਗਗਨ ਸਿੰਘ ਹੋਣੀ, ਇਹ ਸਾਰਾ ਇੱਕ ਹਰਜਿੰਦਰ ਸਿੰਘ ਧੰਨਵਾਦ, ਸਾਰੇ ਇਹ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ। ਗੋਲਡੀ ਦਿਓਲ ਹੋਣੀ, ਪ੍ਰੋਜਕਪਾਲ ਸਿੰਘ ਹੋਣੀ, ਸਾਰਿਆਂ ਵੀਰਾਂ ਦਾ ਧੰਨਵਾਦ ਹੈ ਜਿਹੜਾ ਕੰਮ ਛੱਡ ਕੇ ਇਸ ਤੇ ਮਿਹਨਤ ਕਰ ਰਹੇ ਨੇ। ਤੇ ਇਹ ਸਾਡਾ ਕਿਸੇ ਦਾ ਨਿੱਜ ਨਹੀਂ ਹੈ, ਸਾਡਾ ਗੁਰੂ ਹੈ, ਜਾਗਤ ਜੋਤ ਚਵਰ ਤਖਤ ਦਾ ਮਾਲਕ ਹੈ, ਸਿੰਘਾਸਣ ਤੇ ਬਿਰਾਜਮਾਨ ਨੇ। ਉਹਨਾਂ ਦੀ ਸਤਿਕਾਰ, ਉਹਨਾਂ ਦੀ ਇੱਜ਼ਤ ਲਈ ਕੁਛ ਵੀ ਅਸੀਂ ਸਿੱਖ ਕੁਛ ਵੀ ਉਹਨਾਂ ਦੇ ਸਤਿਕਾਰ ਮਾਣ ਦੇ ਲਈ ਅਸੀਂ ਆਪਣੇ ਆਪ ਦਾ ਨੂੰ ਸਰੈਂਡਰ ਕਰਾਂਗੇ ਉੱਥੇ। ਤੇ ਜਿਵੇਂ ਗਾਹਾਂ ਹੁਣ ਤੋਂ 2 ਘੰਟੇ 3 ਘੰਟੇ 'ਚ ਕੀ ਨਵੀਆਂ ਪ੍ਰਸਥਿਤੀਆਂ ਆਉਂਦੀਆਂ ਨੇ ਉਹ ਅਲਾਓ ਕਰਦੇ ਨੇ, ਸਾਨੂੰ ਬਹੁਤ ਚੰਗਾ ਹੋਵੇਗਾ। ਗੁਰੂ ਮਹਾਰਾਜ ਦੇ ਸਰੂਪ ਉਸੇ ਸਮੇਂ ਹੀ ਸਾਰੀ ਸੰਗਤ ਰਲ ਕੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਜਾਵੇ, ਇਹੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਤੋ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ 6 ਵਜੇ ਸਾਰਿਆਂ ਨੂੰ ਬੇਨਤੀ ਕਿ 124 ਤੇ 70 ਤੇ ਖਾਲਸਾ ਸਕੂਲ ਦੇ ਨੇੜੇ ਸੰਗਤਾਂ ਜ਼ਰੂਰ ਪਹੁੰਚਣ ਤੇ ਸਤਿਕਾਰ ਦੇ ਨਾਲ ਅਸੀਂ ਆਪਣੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਜਾ ਸਕੀਏ। ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਕਹਿ ਕੇ ਗਏ ਮਨਿੰਦਰ ਸਿੰਘ ਹੋਣੀ, ਕਿ ਸਾਰੇ ਉੱਥੇ ਇਕੱਠੇ ਹੋਵੋ ਤੇ ਇੱਕ ਦੂਜੇ ਦਾ ਖਿਆਲ ਰੱਖਣਾ ਤੇ COVID-19 ਦੇ ਕਰਕੇ ਪ੍ਰੋਟੋਕਾਲ 5-6 ਫੁੱਟ ਦੇ ਡਿਸਟੈਂਸ ਤੇ ਖੜਨਾ, ਬਹੁਤ ਖੁੱਲੀ ਜਗ੍ਹਾ। ਧੰਨਵਾਦ।